हाँ जी दोस्तों, पंजाब साहित्य अकादमी वालों तुहाडा सारिਆਂ ਦਾ बहुत-बहुत स्वागत है। ਅਸੀਂ पंजाब साहित्य अकादमी ਦੇ ਮਹੀਨੇਵਾਰ ਰੈਗੂਲਰ ਫੀਚਰ ਬੰਧਨਵਾਰ ਦੇ ਤਹਿਤ ਅੱਜ ਚਰਚਾ ਕਰ ਰਹੇ ਹਾਂ। पंजाब साहित्य अकादमी ने पिछले लंबे समय तो ਸਾਹਿਤ ਦੇ ਖੇਤਰ ਦੇ ਵਿੱਚ बहुत ਕਾਰਜ ਕੀਤਾ है। इस ਕਾਰਜ ਦੀਆਂ बहुत ਸਾਰੀਆਂ ਪਰਤਾਂ ਨੇ, बहुत ਸਾਰੀਆਂ ਸੰਭਾਵਨਾਵਾਂ ਨੇ, पर एक फीचर जो ਅਸੀਂ लगातार ਜਦੋਂ ਤੋਂ डॉक्टर ਸਰਬਜੀਤ ਕੌਰ ਸੋਲ ਤੇ डॉक्टर सतीश कुमार वर्मा ਹੋਰਾਂ ਦੀ ਅਗਵਾਈ ਦੇ ਵਿੱਚ इस अकादमी ਦਾ ਕੰਮ ਚਲਾਇਆ ਹੈ, ਉਦੋਂ ਤੋਂ ਲੈ ਕੇ ਇੱਕ ਫੀਚਰ ਜੋ ਸਾਡਾ ਰੈਗੂਲਰ ਚੱਲ ਰਿਹਾ ਹੈ ਉਹ ਹੈ ਸਾਡਾ ਮਹੀਨੇਵਾਰ ਪ੍ਰੋਗਰਾਮ ਬੰਧਨਵਾਰ। ਇਸ ਪ੍ਰੋਗਰਾਮ ਦੀਆਂ ਅਪਾਰ ਸੰਭਾਵਨਾਵਾਂ ਨੇ। ਇਸ ਪ੍ਰੋਗਰਾਮ ਨੂੰ ਕਦੇ ਵੀ ਅਸੀਂ ਕਿਸੇ ਖਾਸ ਵਿਸ਼ੇ ਤੱਕ, ਕਿਸੇ ਖਾਸ ਵਿਧਾ ਤੱਕ ਜਾਂ ਕਿਸੇ ਖਾਸ ਪਰਤ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸ ਨੂੰ ਖੁੱਲਾ ਪ੍ਰੋਗਰਾਮ ਰੱਖਿਆ ਹੋਇਆ ਹੈ, ਸਾਹਿਤ ਦਾ ਖੁੱਲਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਕਿਸੇ ਵੀ ਵਿਸ਼ੇ ਤੇ ਮਹੀਨੇ ਦੇ ਅਖੀਰਲੇ ਦਿਨ ਗੱਲਬਾਤ ਕਰਦੇ ਹਾਂ। ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਤੋਂ ਬਾਅਦ ਹੁਣ ਸਕੱਤਰ ਦੇ ਤੌਰ ਤੇ ਡਾਕਟਰ ਰਵੇਲ ਸਿੰਘ ਹੋਰਾਂ ਨੇ ਅਕਾਦਮੀ ਦਾ ਕਾਰਜਭਾਰ ਸੰਭਾਲਿਆ ਹੋਇਆ ਹੈ। ਇਸ ਕਰਕੇ ਡਾਕਟਰ ਸਰਬਜੀਤ ਕੌਰ ਸੋਲ, ਡਾਕਟਰ ਰਵੇਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਾਡਾ ਇਹ ਬੰਧਨਵਾਰ ਉਸੇ ਤਰ੍ਹਾਂ ਪਿਛਲੇ ਲਗਭਗ 6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਪਿਛਲੇ ਤੋਂ ਪਿਛਲੇ ਮਹੀਨੇ, ਜਿਹਦੇ ਵਿੱਚ ਪੰਜਾਬੀ ਸੰਪਾਦਨ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਤੇ ਅਸੀਂ ਗੱਲ ਤੋਰੀ ਸੀ। ਪੰਜਾਬੀ ਸੰਪਾਦਨ ਦੀਆਂ 3 ਪਰਤਾਂ ਨੇ। ਇੱਕ ਪਰਤ ਜੋ ਅਖਬਾਰ ਨੇ, ਉਹਨਾਂ ਦੇ ਵਿੱਚ ਪੰਜਾਬੀ ਦਾ ਬਹੁਤ ਕੁਝ ਸ਼ਬਦ ਹੈ, ਪੰਜਾਬੀ ਸਾਹਿਤ ਦਾ ਬਹੁਤ ਕੁਝ ਸ਼ਬਦ ਹੈ, ਉਹਨਾਂ ਦੇ ਸੰਪਾਦਨ ਦੀਆਂ ਕੀ ਚੁਣੌਤੀਆਂ ਨੇ। ਇੱਕ ਕਿਤਾਬਾਂ ਦਾ ਸੰਪਾਦਨ ਹੈ ਤੇ ਤੀਜਾ ਹੈਗਾ ਮੈਗਜ਼ੀਨਾਂ ਦਾ ਸੰਪਾਦਨ। ਇਸ ਲੜੀ ਦੇ ਵਿੱਚ ਅਸੀਂ ਜੋ ਪਹਿਲਾ ਪ੍ਰੋਗਰਾਮ ਕੀਤਾ ਸੀ ਉਹ ਵੀ ਅਸੀਂ ਮੈਗਜ਼ੀਨਾਂ ਦੇ ਸੰਪਾਦਨ ਤੇ ਕੀਤਾ ਸੀ। ਤੇ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਪੂਨਮ ਸਿੰਘ, ਅਸ਼ਰਫ ਸੁਹੇਲ ਤੇ ਭਗਵੰਤ ਰਸੂਲਪੁਰੀ ਹੋਰਾਂ ਨਾਲ ਪਹਿਲੀ ਲੜੀ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ। ਉਸ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਅਸੀਂ ਅੱਜ ਉਸ ਜੋ ਪ੍ਰੋਗਰਾਮ ਸ਼ੁਰੂ ਕੀਤਾ ਸੀ ਲੜੀਵਾਰ, ਉਹਦਾ ਦੂਜਾ ਭਾਗ ਕਰ ਰਹੇ ਹਾਂ, ਪੰਜਾਬੀ ਮੈਗਜ਼ੀਨਾਂ ਦੇ ਸੰਪਾਦਨ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਵਾਦ ਦਾ ਆਗਾਜ਼ ਕਰਨਗੇ ਡਾਕਟਰ ਰਵੇਲ ਸਿੰਘ ਜੀ, ਜੋ ਸਾਡੇ ਵਿਚਕਾਰ ਸ਼ਾਮਲ ਹੋ ਚੁੱਕੇ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ। ਇਹਦੇ ਨਾਲ ਨਾਲ ਅਸੀਂ 3 ਸੰਪਾਦਕਾਂ ਨੂੰ ਇਸ ਵਾਰੀ ਇਨਵਾਈਟ ਕੀਤਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਸਾਡੇ ਨਾਲ ਨੇ ਬਲਜੀਤ ਸਿੰਘ ਰੈਣਾ ਜੀ, ਜਿਹੜੇ ਜੰਮੂ ਤੋਂ ਪੰਜਾਬੀ ਦਾ ਮੈਗਜ਼ੀਨ ਆਬਰੂ ਕੱਢ ਰਹੇ ਨੇ। ਇਹਦੇ ਨਾਲ ਹੀ ਮੈਡਮ ਅਰਪਿੰਦਰ ਸੰਧੂ ਨੇ ਅੰਮ੍ਰਿਤਸਰ ਤੋਂ, ਜਿਹੜੇ ਏਕਮ ਮੈਗਜ਼ੀਨ ਕੱਢ ਰਹੇ ਨੇ। ਤੇ ਇੱਕ ਨੌਜਵਾਨ ਸੰਪਾਦਕ ਨੇ ਸਾਡੇ ਨਾਲ ਅਮਰਜੀਤ ਸਿੰਘ, ਜਿਹੜੇ ਕਾਵਿ ਸ਼ਾਸਤਰ ਮੈਗਜ਼ੀਨ ਕੱਢ ਰਹੇ ਨੇ। ਸੋ ਅੱਜ ਆਪਾਂ ਇਹਨਾਂ 3 ਸੰਪਾਦਕਾਂ ਦੇ ਨਾਲ ਸੰਪਾਦਨ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਬਾਰੇ ਗੱਲ ਕਰਾਂਗੇ। ਦੋਸਤੋ, ਸੰਪਾਦਨ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਿਰਜਣਾਤਮਕ ਕਾਰਜ ਹੈ। ਅਕਸਰ ਅਸੀਂ ਕਵਿਤਾ, ਕਹਾਣੀਆਂ, ਨਾਵਲਾਂ, ਨਾਟਕਾਂ ਨੂੰ ਸਿਰਜਣਾਤਮਕ ਕਾਰਜ ਮੰਨਦੇ ਹਾਂ। ਨਾ ਤਾਂ ਅਸੀਂ ਆਲੋਚਨਾ ਨੂੰ ਸਿਰਜਣਾਤਮਕ ਕਾਰਜ ਦੇ ਵਿੱਚ ਸ਼ਾਮਲ ਕਰਦੇ ਹਾਂ, ਤੇ ਨਾ ਸੰਪਾਦਨ ਨੂੰ, ਤੇ ਨਾ ਅਨੁਵਾਦ ਨੂੰ। ਇਹ 3 ਖੇਤਰ ਨੇ ਜਿਹੜੇ ਸਾਹਿਤ ਦੇ, ਇਹਨਾਂ ਦੇ ਵਿੱਚ ਜਿੰਨੀ ਮਿਹਨਤ ਹੁੰਦੀ ਹੈ ਆਮ ਤੌਰ ਤੇ ਇਹਨਾਂ 3 ਨੂੰ ਉਨੀ ਤਵੱਜੋ ਨਹੀਂ ਮਿਲਦੀ ਹੈਗੀ। ਅਕਸਰ ਅਸੀਂ ਆਲੋਚਨਾ ਨੂੰ ਸਾਹਿਤ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਾਂ। ਅਕਸਰ ਅਸੀਂ ਸੰਪਾਦਨ ਤੇ ਉਸ ਰੂਪ ਦੇ ਵਿੱਚ ਗੱਲ ਨਹੀਂ ਕਰਦੇ, ਤੇ ਅਨੁਵਾਦਕ ਤੇ ਵੀ ਉਸ ਰੂਪ ਦੇ ਵਿੱਚ ਗੱਲ ਨਹੀਂ ਕਰਦੇ। ਤੇ ਬੰਧਨਵਾਰ ਦੇ ਤਹਿਤ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਪਾਦਨ ਵਰਗੇ ਮਹੱਤਵਪੂਰਨ ਕਾਰਜ ਤੇ ਗੱਲਬਾਤ ਕੀਤੀ ਜਾਵੇ, ਇਹਦੀਆਂ ਪਰਤਾਂ ਫੋਲੀਆਂ ਜਾਣ, ਕਿਉਂਕਿ ਸੰਪਾਦਨ ਦੀਆਂ ਚੁਣੌਤੀਆਂ ਬੜੀਆਂ ਗੰਭੀਰ ਚੁਣੌਤੀਆਂ ਹੁੰਦੀਆਂ ਨੇ। ਸੰਪਾਦਨ ਕਰਨਾ ਇੱਕ ਕਿਸਮ ਦਾ ਤਲਵਾਰ ਦੀ ਧਾਰ ਤੇ ਤੁਰਨ ਵਰਗਾ ਕੰਮ ਹੈ। ਮੈਗਜ਼ੀਨ ਲਈ ਮੈਟਰ ਇਕੱਠਾ ਕਰਨ ਤੋਂ ਲੈ ਕੇ ਮੈਗਜ਼ੀਨ ਦਾ
ਪ੍ਰਕਾਸ਼ਨ ਤੇ ਮੈਗਜ਼ੀਨ ਦੀ ਮਾਰਕੀਟਿੰਗ, ਮੈਗਜ਼ੀਨ ਦੀ ਸਰਕੂਲੇਸ਼ਨ, ਡਿਸਟ੍ਰੀਬਿਊਸ਼ਨ, ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਤੇ ਮੈਗਜ਼ੀਨ ਦੇ ਸੰਪਾਦਕ ਨੂੰ ਲਗਾਤਾਰ ਇੱਕ ਪ੍ਰੀਖਿਆ ਦੇ ਵਿੱਚੋਂ ਲੰਘਣਾ ਪੈਂਦਾ ਹੈ। ਪੈਰ ਪੈਰ ਤੇ ਚੁਣੌਤੀਆਂ ਨੇ ਤੇ ਖਾਸ ਤੌਰ ਤੇ ਪੰਜਾਬੀ ਵਰਗੀ ਜਿਹੜੀ ਖੇਤਰੀ ਜ਼ੁਬਾਨ ਹੈ ਉਹਦੇ ਵਿੱਚ ਮੈਗਜ਼ੀਨ ਕੱਢਣਾ ਤੇ ਮੈਗਜ਼ੀਨ ਦੀ ਨਿਰੰਤਰਤਾ ਬਣਾ ਕੇ ਰੱਖਣੀ ਇਹ ਬੜੀ ਵੱਡੀ ਚੁਣੌਤੀ ਹੈ। ਸਾਡੇ ਬਹੁਤ ਸਾਰੇ ਮੈਗਜ਼ੀਨ ਸ਼ੁਰੂ ਹੁੰਦੇ ਨੇ, ਸਾਲ 2 ਸਾਲਾਂ ਬਾਅਦ ਦਮ ਤੋੜ ਜਾਂਦੇ ਨੇ, ਪਰ ਬਹੁਤ ਥੋੜੇ ਮੈਗਜ਼ੀਨ ਨੇ ਜਿਨ੍ਹਾਂ ਨੇ ਕੰਟੀਨਿਊਟੀ ਬਣਾ ਕੇ ਰੱਖੀ ਹੋਈ ਹੈ ਤੇ ਕਈ ਮੈਗਜ਼ੀਨ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਹੇ ਨੇ। ਸਾਨੂੰ ਉਹਨਾਂ ਮੈਗਜ਼ੀਨਾਂ ਦੀ ਪਰੰਪਰਾ ਤੇ ਵੀ ਮਾਣ ਹੈ, ਜਿਹਦੇ ਵਿੱਚ ਅਸੀਂ ਪਿਛਲੀ ਵਾਰੀ ਪ੍ਰੀਤ ਲੜੀ ਮੈਗਜ਼ੀਨ ਦੇ ਸੰਪਾਦਨ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਸੀ, ਸਾਡੇ ਪੁਰਾਣੇ ਮੈਗਜ਼ੀਨਾਂ ਦੇ ਵਿੱਚੋਂ ਜੋ ਅੱਜ ਤੱਕ ਵੀ ਸਾਡੇ ਨਾਲ ਹੈ। ਸੋ ਦੋਸਤੋ, ਮੈਂ ਸਾਡੇ ਇਹਨਾਂ ਤਿੰਨਾਂ ਸੰਪਾਦਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਪੰਜਾਬ ਸਾਹਿਤ ਅਕਾਦਮੀ ਵੱਲੋਂ, ਤੇ ਨਾਲ ਹੀ ਡਾਕਟਰ ਰਵੇਲ ਸਿੰਘ ਹੋਰੀ ਜੋ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਉਹ ਬਹੁਤ ਜ਼ਰੂਰੀ ਮੀਟਿੰਗ ਦੇ ਵਿੱਚ ਵੀ ਨੇ, ਉਹ ਕੁਝ ਸਮਾਂ ਕੱਢ ਕੇ ਸਾਡੇ ਨਾਲ ਆਏ ਨੇ। ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਉਹ ਅੱਜ ਦੇ ਸੰਵਾਦ ਦਾ ਆਗਾਜ਼ ਕਰਨਗੇ, ਕਿਉਂਕਿ ਉਹ ਵੀ ਸਮਦਰਸ਼ੀ ਵਰਗੇ ਮੈਗਜ਼ੀਨਾਂ ਦੇ ਵਿੱਚ ਜੋ ਪੰਜਾਬੀ ਅਕਾਦਮੀ ਦਿੱਲੀ ਹੈ ਉੱਥੋਂ ਬਹੁਤ ਲੰਮਾ ਸਮਾਂ ਕੰਮ ਕਰ ਚੁੱਕੇ ਨੇ। ਉਹਨਾਂ ਦਾ ਵੀ ਸੰਪਾਦਨ ਦੇ ਖੇਤਰ ਦਾ ਇੱਕ ਲੰਮਾ ਤਜਰਬਾ ਹੈ। ਸੋ ਬਤੌਰ ਸਕੱਤਰ ਤੇ ਬਤੌਰ ਸੰਪਾਦਕ ਪੰਜਾਬੀ ਮੈਗਜ਼ੀਨਾਂ ਦੇ ਸੰਪਾਦਨ ਦੀਆਂ ਚੁਣੌਤੀਆਂ ਤੇ ਡਾਕਟਰ ਰਵੇਲ ਸਿੰਘ ਹੋਰੀ ਸੰਵਾਦ ਦਾ ਆਗਾਜ਼ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਪੈਨਲ ਦੇ ਰੂਪ ਦੇ ਵਿੱਚ ਸਾਡੇ ਤਿੰਨ ਸੰਪਾਦਕਾਂ ਨਾਲ ਗੱਲਬਾਤ ਕਰਾਂਗੇ। ਮੈਂ ਬੇਨਤੀ ਕਰਦਾ ਡਾਕਟਰ ਰਵੇਲ ਸਿੰਘ ਹੋਰਾਂ ਨੂੰ ਕਿ ਉਹ ਸੰਵਾਦ ਦਾ ਆਗਾਜ਼ ਕਰਨ। ਥੈਂਕ ਯੂ ਕੁਲਦੀਪ ਜੀ। ਜੀ, ਜਿਵੇਂ ਕੁਲਦੀਪ ਹੋਰੀ ਦੱਸਿਆ, ਮੈਂ ਇੱਕ ਬਹੁਤ ਜ਼ਰੂਰੀ ਮੀਟਿੰਗ 'ਚ ਹੈਗਾ ਔਰ ਇਸ ਵੇਲੇ ਮੈਂ ਉਸ ਮੀਟਿੰਗ 'ਚੋਂ ਬਾਹਰ ਨਿਕਲ ਕੇ ਆਪਣੀ ਕਾਰ ਵਿੱਚ ਬੈਠ ਕੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਲਾਈਟ ਬੜੀ ਘੱਟ ਹੈ, ਮੈਨੂੰ ਸ਼ਾਇਦ ਮੇਰਾ ਮੂੰਹ ਨਜ਼ਰ ਨਾ ਆਵੇ, ਨਹੀਂ ਦਿਸ ਪਰ ਰਹੇ ਆਵਾਜ਼ ਜ਼ਰੂਰ ਸੁਣੇਗੀ। ਜੀ ਜੀ ਜੀ। ਸਭ ਤੋਂ ਪਹਿਲੇ ਤੇ ਮੈਂ ਦੱਸ ਦਿਆਂ ਕਿ ਸਾਡੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਮੈਡਮ ਸਰਬਜੀਤ ਕੌਰ ਸੋਹਲ, ਉਹ ਵੀ ਕਿਤੇ ਆ ਰਹੇ ਨੇ ਜੇ ਰਸਤੇ 'ਚ, ਉਹਨਾਂ ਦਾ ਮੈਨੂੰ ਹੁਣੇ ਫੋਨ ਆਇਆ ਕਿ ਉਹ ਬਾਅਦ ਵਿੱਚ ਜੁਆਇਨ ਕਰਨਗੇ ਤੇ ਮੈਂ ਉਹਨਾਂ ਦੀ ਵੀ ਹਾਜ਼ਰੀ ਪਹਿਲੇ ਲਵਾ ਦਿਆਂ। ਸੋ ਮੈਂ ਪਹਿਲੇ ਉਹਨਾਂ ਦਾ ਫਰਜ਼ ਨਿਭਾ ਲਵਾਂ ਕਿ ਬਲਜੀਤ ਸਿੰਘ ਰੈਣਾ ਹੋਰੀ ਸਾਡੇ ਨਾਲ ਨੇ, ਮੈਡਮ ਰਤਿੰਦਰ ਸੰਧੂ ਔਰ ਅਮਰਜੀਤ, ਕੁਲਦੀਪ ਸਿੰਘ ਦੀਪ, ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਮੇਰਾ ਪਹਿਲਾ ਫਰਜ਼ ਹੈ। ਔਰ ਉਹਦੇ ਨਾਲ ਨਾਲ ਜਿੰਨੇ ਸਾਡੇ ਦੋਸਤ ਇਸ ਸਮਾਗਮ ਨਾਲ ਆਨਲਾਈਨ ਜੁੜੇ ਨੇ ਉਹਨਾਂ ਸਭ ਦਾ ਵੀ ਸਵਾਗਤ ਪੰਜਾਬ ਸਾਹਿਤ ਅਕਾਦਮੀ ਵੱਲੋਂ ਮੈਂ ਕਰਦਾ। ਬਹੁਤ ਮਹੱਤਵਪੂਰਨ ਸਬਜੈਕਟ ਹੈ ਔਰ ਮੈਂ ਕਿਉਂਕਿ ਇੱਕ ਮੀਟਿੰਗ 'ਚ ਉੱਠ ਕੇ ਆਇਆ ਔਰ ਮੈਂ ਕੋਈ ਤਰਤੀਬ 'ਚ ਨਹੀਂ ਹੈਗਾ, ਹੋ ਸਕਦਾ ਬੇਤਰਤੀਬੀਆਂ ਗੱਲਾਂ ਕਰਾਂ ਮੈਂ, ਕਿਉਂਕਿ ਇਹ ਮਸਲਾ ਹੀ ਇਦਾਂ ਦਾ ਹੈ ਕਿ ਜਿਹਦੇ ਨਾਲ ਮੈਂ ਆਪ ਵੀ 2-4 ਹੋਇਆ, ਭਾਵੇਂ ਕਿ ਮੇਰੀਆਂ ਪ੍ਰੋਬਲਮਸ ਉਹ ਨਹੀਂ ਸੀ ਜਿਹੜੀਆਂ ਬਲਜੀਤ ਰੈਣਾ ਹੋਰਾਂ ਦੀਆਂ ਜਾਂ ਮੈਡਮ ਰਤਿੰਦਰ ਸੰਧੂ ਜਾਂ ਅਮਰਜੀਤ ਹੋਰਾਂ ਦੀਆਂ ਹੈਗੀਆਂ, ਕਿਉਂਕਿ ਮੈਨੂੰ ਘੱਟੋ ਘੱਟ ਫਾਈਨੈਂਸ਼ੀਅਲ ਤੌਰ ਤੇ ਨਹੀਂ ਜੂਝਣਾ ਪੈਂਦਾ ਸੀ। ਫਾਈਨਾਂਸਿਸ ਦੇ ਮਸਲੇ ਮੇਰੇ ਕਿਉਂਕਿ ਸਰਕਾਰੀ ਪੈਸਾ ਸੀ ਹੱਲ ਹੋ ਜਾਂਦੇ ਸੀ। ਮੈਂ ਆਪਣੇ ਤਜਰਬੇ 'ਚੋਂ ਹੀ ਗੱਲ ਕਰਨੀ ਚਾਹੁੰਦਾ, ਪਰ ਉਹਦੇ ਨਾਲ ਕੁਝ ਹੋਰ ਪ੍ਰੋਬਲਮਸ ਵੀ ਹੁੰਦੀਆਂ ਜਿਹੜੀਆਂ ਸ਼ਾਇਦ ਇਹਨਾਂ ਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ। ਜਦੋਂ ਤੁਸੀਂ ਕੋਈ ਸਰਕਾਰੀ ਮੈਗਜ਼ੀਨ ਐਡਿਟ ਕਰਦੇ ਹੁੰਦੇ ਹੋ ਤੇ ਉਸ ਮੈਗਜ਼ੀਨ ਨੂੰ ਐਡਿਟ ਕਰਦਿਆਂ ਤੁਸੀਂ ਦੋ, ਇੱਕ ਤਾਂ ਹੁੰਦਾ ਨਾ ਕੁਲਦੀਪ ਨੇ ਕਿਹਾ ਕਿ ਇੱਕ ਤਲਵਾਰ ਤੇ ਤੁਰਨ ਦੇ ਬਰਾਬਰ ਹੈ, ਪਰ ਸਰਕਾਰੀ ਮੈਗਜ਼ੀਨ ਨੂੰ ਐਡਿਟ ਕਰਨਾ ਜਿਹੜਾ ਉਹ 2 ਧਾਰੀ ਤਲਵਾਰ ਦੇ ਉੱਤੇ ਤੁਰਨ ਦੇ ਬਰਾਬਰ ਹੁੰਦਾ ਹੈ। ਉੱਥੇ ਸਿਰਫ ਇੱਕ ਮਸਲਾ ਨਹੀਂ ਹੁੰਦਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਹੁੰਦਾ, ਪਰ ਹੋਰ ਮਸਲੇ ਉਸ ਤੋਂ ਵੀ ਵੱਡੇ ਹੁੰਦੇ ਆ, ਜਿਹਦੇ ਵਿੱਚ ਤੁਹਾਡੇ ਉੱਤੇ ਪ੍ਰੈਸ਼ਰਸ ਕਈ ਕਿਸਮ ਦੇ ਹੁੰਦੇ ਆ, ਤੁਹਾਡੇ ਕੋਲ ਸਿਫਾਰਿਸ਼ਾਂ ਕਈ ਕਿਸਮ ਦੀਆਂ ਹੁੰਦੀਆਂ। ਪਰ ਇਹ ਗੱਲਾਂ ਸਾਰੀਆਂ ਕਿ ਬਹੁਤ ਮਹੱਤਵਪੂਰਨ ਨਹੀਂ ਹੈਗੀਆਂ। ਮੈਂ ਆਫਟਰ ਰਿਟਾਇਰਮੈਂਟ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਅੱਜ ਮੈਗਜ਼ੀਨ ਸ਼ੁਰੂ ਕਰਨਾ, ਅੱਜ ਮੈਗਜ਼ੀਨ ਦੇ ਉੱਤੇ ਕੰਮ ਕਰਨਾ ਬਹੁਤ ਮੁਸ਼ਕਲ ਹੈ। ਮੈਨੂੰ ਮੇਰੇ ਕੁਝ ਦੋਸਤਾਂ ਨੇ ਜਦੋਂ ਮੈਂ ਰਿਟਾਇਰ ਨਹੀਂ ਸੀ ਹੋਇਆ 2 ਮਹੀਨੇ ਪਹਿਲਾਂ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਇੱਕ ਮੈਗਜ਼ੀਨ ਕੱਢੋ ਤੇ ਅਸੀਂ ਸਾਰੇ ਰਲ ਮਿਲ ਕੇ ਚਲਾਉਂਦੇ ਹਾਂ। ਐਂਡ ਆਈ ਅਪਲਾਈਡ ਫॉर द ਮੈਗਜ਼ੀਨ ਵਿਦ ਰਜਿਸਟਰਾਰ ਆਫ ਨਿਊਜ਼ਪੇਪਰਸ ਆਫ ਇੰਡੀਆ, ਔਰ ਇਹ ਅਪਲਾਈ ਕੀਤਾ ਸੀ ਮੈਂ 2020 ਦੀ ਜਨਵਰੀ 'ਚ ਜੀ, ਔਰ ਅੱਜ 2022 ਮੁੱਕਣ ਵਾਲਾ ਹੈ।
ਕਈ ਵਾਰ ਉਹਦੀ ਆਬਜੈਕਸ਼ਨਸ ਆ ਚੁੱਕੇ ਆ, ਬੜਾ ਕੁਝ ਹੋ ਚੁੱਕਿਆ, ਪਰ ਸਟਿਲ ਵੀ ਆਰ ਵੇਟਿੰਗ ਫॉर ਰਜਿਸਟ੍ਰੇਸ਼ਨ। ਔਰ ਉਹ ਨਹੀਂ ਹੋਈ, ਉਹਨੂੰ ਲੱਗਦਾ ਹੋਏਗੀ ਵੀ ਨਹੀਂ, ਔਰ ਅਸੀਂ ਸਾਰੇ ਡਿਸਰਟ ਹੋ ਕੇ ਬੈਠ ਗਏ ਆ। ਇਹ ਤਾਂ ਇਹ ਸਰਕਾਰਾਂ ਦਾ, ਕਿਉਂਕਿ ਜਿਹੜੀ ਸਰਕਾਰ ਇਸ ਵੇਲੇ ਕੇਂਦਰ 'ਚ ਹੈਗੀ ਆ, ਉਹ ਪਹਿਲੇ ਤੁਹਾਡੀ ਕ੍ਰੀਡੈਂਸ਼ੀਅਲ ਚੈੱਕ ਕਰ ਰਹੀ ਹੈ ਕਿ ਜਿਹੜਾ ਮੈਗਜ਼ੀਨ ਹੈ ਉਹਦਾ ਐਡੀਟਰ ਜਾਂ ਮਾਲਕ ਕੌਣ ਹੈ, ਔਰ ਉਹਦੇ ਸਬੰਧ ਕਿਹੋ ਜਿਹੇ ਹੈਗੇ ਆ ਲੋਕਾਂ ਨਾਲ, ਉਹਦੀ ਸਿਆਸੀ ਜਿਹੜੀ ਧਿਰ ਕਿਸ ਨੂੰ ਬਿਲੋਂਗ ਕਰਦਾ, ਫਿਰ ਉਹ ਤੁਹਾਨੂੰ ਰਜਿਸਟਰ ਕਰਕੇ ਦਿੰਦੇ, ਅਦਰਵਾਈਜ਼ ਰਜਿਸਟਰ ਹੁੰਦਾ ਹੀ ਨਹੀਂ ਮੈਗਜ਼ੀਨ। ਹੁਣ ਤੁਸੀਂ ਦੇਖ ਲਓ ਕਿ 2 ਸਾਲ 2.5 ਸਾਲ 3 ਸਾਲ ਹੀ ਹੋਣ ਵਾਲੇ ਆ, ਹੋਰ 2 ਮਹੀਨੇ ਬਾਅਦ 3 ਸਾਲ ਹੋ ਜਾਣਗੇ। ਇੱਕ ਮੈਗਜ਼ੀਨ ਇੰਡੀਆ ਵਿੱਚ ਰਜਿਸਟਰ ਕਰਾਉਣਾ ਏਡਾ ਵੱਡਾ ਕੰਮ ਹੈ, ਬਾਕੀ ਗੱਲਾਂ ਤੇ ਬਹੁਤ ਬਾਅਦ ਤੇ ਹੁੰਦੀਆਂ, ਕਿਉਂਕਿ ਮੇਰੀ ਉਹਨਾਂ ਲੋਕਾਂ ਦੇ ਨਾਲ ਕੋਈ ਸਾਡੀ ਧਿਰ ਨਹੀਂ ਹੈਗੀ ਜਿਹੜੇ ਲੋਕ ਪਾਵਰ 'ਚ ਹੈ, ਇਸ ਕਰਕੇ ਉਹ ਮੈਗਜ਼ੀਨ ਰਜਿਸਟਰ ਨਹੀਂ ਹੋਇਆ। ਔਰ ਵੀ ਆਲ ਆਰ ਡਿਸਟਾਰਟਡ, ਔਰ ਅਸੀਂ ਉਹ ਸਾਰਾ ਉਹ ਤਿਆਗ ਚੁੱਕੇ ਹਾਂ ਕਿ ਹੁਣ ਉਹ ਰਜਿਸਟਰ ਹੋ ਜਾਏ, ਅਸੀਂ ਕਰਾਂਗੇ ਹੀ ਨਹੀਂ ਕੰਮ ਹੈ। ਦੂਜੀ ਗੱਲ ਜਿਹੜੀ ਹੈਗੀ ਆ ਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜਾ ਇੱਕ ਮੈਗਜ਼ੀਨ ਦਾ ਐਡੀਟਰ ਹੈ, ਖਾਸ ਕਰਕੇ ਵਰਨਾਕੂਲਰ ਲੈਂਗੁਏਜ ਦੇ ਜਿਹੜਾ ਭਾਸ਼ਾ ਹੈਗੀਆਂ, ਛੋਟੀਆਂ ਭਾਸ਼ਾਵਾਂ, ਖੇਤਰੀ ਭਾਸ਼ਾਵਾਂ ਦਾ ਜਿਹੜਾ ਐਡੀਟਰ ਹੈ, ਉਹਦੇ ਮਸਲੇ ਹੋਰ ਵੱਡੇ ਹੁੰਦੇ ਆ ਅੰਗਰੇਜ਼ੀ ਜਾਂ ਹਿੰਦੀ ਦੇ ਐਡੀਟਰਸ ਨਾਲੋਂ, ਕਿਉਂਕਿ ਉਹਨਾਂ ਕੋਲ ਅਮਲਾ ਫੈਲਾ ਬਹੁਤ ਹੁੰਦਾ ਹੈ, ਉਹਨਾਂ ਕੋਲ ਵੈਲ ਐਸਟੈਬਲਿਸ਼ਡ ਆਫਿਸਸ ਹੈਗੇ ਆ, ਉਹਨਾਂ ਦੇ ਕੋਲ ਪੂਰਾ ਅਮਲਾ ਫੈਲਾ ਹੁੰਦਾ, ਤੇ ਸਾਡੇ ਤਾਂ 1 ਮੈਨ ਆਰਮੀ ਹੈ ਕਿ ਇੱਕੋ ਹੀ ਬੰਦਾ, ਉਹੀ ਐਡੀਟਰ ਹੈ, ਉਹੀ ਸਬ ਐਡੀਟਰ ਹੈ, ਉਹੀ ਪ੍ਰੂਫ ਰੀਡਰ ਹੈ, ਉਹੀ ਕਲਰਕ ਹੈ, ਉਹੀ ਡਿਸਪੈਚਰ ਹੈ, ਤੇ ਉਹੀ ਸਰਕੂਲੇਸ਼ਨ ਮੈਨੇਜਰ ਹੈ। ਕਿਉਂਕਿ ਸਾਡੇ ਤਾਂ ਮਸਲੇ ਇਕਨੋਮੀ ਦੇ ਆ, ਅਸੀਂ ਕਿਰਸ ਨਾਲ ਮੈਗਜ਼ੀਨ ਕੱਢਦੇ ਆ। ਸਾਡਾ ਮੈਗਜ਼ੀਨ ਜਦੋਂ ਨਿਕਲ ਵੀ ਜਾਂਦਾ ਹੈ, ਉਹ ਵਿਕਦਾ ਨਹੀਂ। ਤੁਸੀਂ ਪਹਿਲੀ ਗੱਲ ਤਾਂ ਚੰਦਿਆਂ ਨਾਲ ਕਿਹੜੇ ਮੈਗਜ਼ੀਨ ਚੱਲਦੇ ਆ, ਔਰ ਸਾਹਿਤਕ ਮੈਗਜ਼ੀਨ ਨੂੰ ਕੋਈ ਇਸ਼ਤਿਹਾਰ ਵੀ ਨਹੀਂ ਹੁੰਦਾ, ਸੋ ਸਾਰਾ ਨੰਗੇ ਧੜ ਲੜਨ ਵਾਲੀ ਗੱਲ ਹੁੰਦੀ ਹੈ ਕਿ ਤੁਹਾਡੇ ਕੋਲ ਇਸ਼ਤਿਹਾਰ ਕੋਈ ਨਹੀਂ ਹੈ, ਤੁਹਾਡੇ ਕੋਲ ਇਨਕਮ ਦਾ ਸਾਧਨ ਕੋਈ ਨਹੀਂ ਹੈ, ਤੁਸੀਂ ਆਪਣੀ ਜੇਬ ਚੋਂ ਖਰਚ ਕਰਨਾ, ਜਾਂ ਕੋਈ ਦੋਸਤ 4 ਇਕੱਠੇ ਹੋ ਜਾਣਾ, ਤੁਸੀਂ ਮਿਲ ਜੁਲ ਕੇ ਕਰਦੇ ਹੋ। ਫਿਰ ਤੁਹਾਡੇ ਕੋਲ ਐਡੀਟਰ ਦੇ ਨਾਲ ਕੋਈ ਸਹਾਇਕ ਸਟਾਫ ਵੀ ਨਹੀਂ ਹੈ ਕਿ ਤੁਸੀਂ ਇਕੱਲੇ ਹੀ ਕੰਮ ਕਰਨਾ ਹੈ। ਔਰ ਜਦੋਂ ਮੈਂ ਸਮਦਰਸ਼ੀ ਐਡਿਟ ਕਰ ਰਿਹਾ ਸੀ, ਮੇਰੇ ਨਾਲ ਤਾਂ ਚਲੋ ਸਟਾਫ ਸੀ, ਪਰ ਫਿਰ ਵੀ ਧੁੜਕੂ ਲੱਗਾ ਰਹਿੰਦਾ ਸੀ ਮੈਨੂੰ, ਕਿਉਂਕਿ ਇੰਨਾ ਜ਼ਿਆਦਾ ਮੈਟਰ ਆ ਜਾਂਦਾ ਸੀ, ਉਸ ਮੈਟਰ ਨੂੰ ਛਾਂਟਣਾ ਪਿਆ, ਔਰ ਉਸ ਛਾਂਟੇ ਹੋਏ ਮੈਟਰ ਕਿਉਂਕਿ ਨੀਚੇ ਸਟਾਫ ਛਾਂਟ ਕੇ ਮੈਨੂੰ ਦੇ ਦਿੰਦਾ ਸੀ, ਪਰ ਮੈਨੂੰ ਫਿਰ ਇਹ ਧੁੜਕੂ ਲੱਗਾ ਰਹਿੰਦਾ ਸੀ ਕਿ ਜਿਹੜਾ ਸਟਾਫ ਨੇ ਛਾਂਟਿਆ, ਕਿਤੇ ਉਹਦੇ ਚੋਂ ਕੋਈ ਚੰਗੀ ਚੀਜ਼ ਸਟਾਫ ਨੇ ਛੱਡ ਵੀ ਨਾ ਦਿੱਤੀ ਹੋਵੇ। ਪਰ ਮੈਂ ਵਾਰ-ਵਾਰ ਮੰਗਾ ਕੇ ਉਸ ਮੈਟਰ ਨੂੰ ਫਿਰ ਕਈ ਵਾਰ ਵਾਚਦਾ ਹੁੰਦਾ ਸੀ ਕਿ ਕਿਤੇ ਇਹ ਨਾ ਹੋਵੇ ਸਟਾਫ ਨੇ ਆਪਣੀ ਅਣਗਹਿਲੀ ਦੇ ਨਾਲ ਜਾਂ ਕਿਸੇ ਨਾਲ ਉਹਨਾਂ ਦੀ ਬਣਦੀ ਨਾ ਹੋਵੇ, ਤਾਂ ਹੀ ਉਹਦਾ ਮੈਟਰ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ। ਕਿ ਮੈਨੂੰ ਬੇਇੱਜ਼ਤੀ ਨਹੀਂ ਰਹਿੰਦੀ ਸੀ, ਮੈਨੂੰ ਬਾਕੀਆਂ ਦਾ ਨਹੀਂ ਪਤਾ, ਮੈਂ ਆਪਣੇ ਪਰਸਨਲ ਤਜਰਬੇ ਚੋਂ ਗੱਲ ਕਰਦਾ। ਔਰ ਦੂਜਾ ਇਹ ਵੀ ਦੇਖਿਆ ਕਿ ਪੰਜਾਬੀ ਲੇਖਕਾਂ ਦੇ ਵਿੱਚ ਵੀ ਕੁਝ ਲੇਖਕ ਤਾਂ ਇਹੋ ਜਿਹੇ ਸੀ ਜਿਹੜੇ ਰੋਜ਼ ਇੱਕ ਰਚਨਾ ਭੇਜਦੇ ਸੀ, ਤੇ ਉਹਨਾਂ ਦੀਆਂ ਰਚਨਾਵਾਂ ਮੈਨੂੰ ਸਮਦਰਸ਼ੀ ਦੇ ਵੇਚਦੀਆਂ ਬਹੁਤ ਵਾਰ ਨਹੀਂ ਸੀ ਲੱਗਦੀਆਂ, ਤੇ ਕੁਝ ਲੇਖਕ ਉਹ ਸੀ ਜਿਹਨਾਂ ਨੂੰ ਮੈਂ ਰੋਜ਼ 4-4 ਫੋਨ ਕਰਦਾ ਸੀ ਕਿ ਮੈਂ ਰਚਨਾ ਭੇਜੋ, ਤੇ ਉਹ ਭੇਜਦੇ ਨਹੀਂ ਸੀ। ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਕਿ ਤੁਹਾਡੇ ਕੋਲ ਬਹੁਤ ਵੱਡੇ ਵੋਲੀਅਮ ਵਿੱਚ ਮੈਟਰ ਤੇ ਆ ਰਿਹਾ, ਪਰ ਉਹ ਮੈਟਰ ਵਿੱਚ ਕੁਆਲਿਟੀ ਨਹੀਂ ਹੁੰਦੀ, ਔਰ ਉਹਦੀ ਚੁਆਇਸ ਜਦੋਂ ਚੁਣਦੇ ਹੋ ਤੁਸੀਂ ਉਸ ਮੈਟਰ ਨੂੰ, ਉਦੋਂ ਤੁਸੀਂ ਬਹੁਤ ਵੱਡੀ ਪ੍ਰੀਖਿਆ ਚੋਂ ਲੰਘਦੇ ਹੋ, ਤੁਸੀਂ ਬਹੁਤ ਵੱਡੇ ਇਮਤਿਹਾਨ, ਕਿਉਂਕਿ ਮੇਰੀ ਇੱਕ ਆਪਣੀ ਕਿਸਮ ਦੀ ਨੀਜ, ਖਾਸ ਕਰਕੇ ਉਸ ਮੈਗਜ਼ੀਨ ਨੂੰ ਐਡਿਟ ਕਰਨਾ ਜਿਸ ਮੈਗਜ਼ੀਨ ਨੂੰ ਪਹਿਲਾਂ ਮਹਿੰਦਰ ਸਿੰਘ ਜੋਸ਼ੀ ਐਡਿਟ ਕਰ ਚੁੱਕਿਆ ਸੀ, ਜਿਹਨੂੰ ਅਮਰਤਾ ਪ੍ਰੀਤਮ ਐਡਿਟ ਕਰ ਚੁੱਕੀ ਸੀ, ਜਿਹਨੂੰ ਸਤਿੰਦਰ ਸਿੰਘ ਨੂਰ ਐਡਿਟ ਕਰ ਚੁੱਕਿਆ ਸੀ, ਔਰ ਉਸ ਮੈਗਜ਼ੀਨ ਦਾ ਮਿਆਰ ਬਣਾ ਕੇ ਰੱਖਣਾ, ਕੁਛ ਨਾ ਕੁਛ ਤਾਂ ਮੈਨੂੰ ਕਰਨਾ ਪੈਣਾ ਸੀ, ਕੋਈ ਨਾ ਕੁਛ ਆਪਣਾ ਕੋਈ ਨਵੀਂ ਦਿਸ਼ਾ ਨੂੰ ਦੇਣੀ ਪੈਣੀ ਸੀ ਕਿ ਮੈਂ ਉਹਨੂੰ ਉਸ ਮਿਆਰ ਨੂੰ ਕਾਇਮ ਰੱਖ ਸਕਾਂ।
ਤੇ ਉਹਦੇ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਖਾਸ ਕਰਕੇ ਮੈਟਰ ਦੀ ਸਿਲੈਕਸ਼ਨ ਦੇ ਵਿੱਚ ਬਹੁਤ ਵਾਰੀ ਪੈਂਦਾ ਸੀ। ਹੂੰ ਔਰ ਕਈ ਵਾਰ ਤੁਸੀਂ ਇਦਾਂ ਦੀ ਅਗਨੀ ਪ੍ਰੀਖਿਆ ਵਿੱਚ ਪਾ ਜਾਂਦੇ ਹੋ ਕਿ ਤੁਸੀਂ ਕਰੋ ਕੀ। ਮੈਂ ਤੁਹਾਨੂੰ ਬਹੁਤ ਇੱਕ ਦਿਲਚਸਪ ਗੱਲ ਦੱਸਦਾ, ਸੌਰੀ ਮੈਂ ਟਾਈਮ ਤੇ ਜ਼ਿਆਦਾ ਨਹੀਂ ਲੈ ਰਿਹਾ। ਜੀ ਜੀ ਨਹੀਂ ਕੋਈ ਗੱਲ ਨਹੀਂ, ਕਰੋ ਜੀ please। ਕੁਲਦੀਪ, ਇੱਕ ਵਾਰੀ ਜਦੋਂ ਡਾਕਟਰ ਨੂਰ ਹੋਣਾ ਦੀ ਡੈਥ ਹੋਈ ਹੈ ਤੇ ਪਹਿਲਾ ਹੀ ਇਸ਼ੂ ਮੈਂ ਐਡਿਟ ਕਰਨਾ ਸੀ ਤੇ ਮੈਂ ਅਨਾਉਂਸ ਕੀਤਾ ਕਿ ਮੈਂ ਡਾਕਟਰ ਸਤਿੰਦਰ ਸਿੰਘ ਨੂਰ ਯਾਦਗਾਰੀ ਅੰਕ ਕੱਢੂੰਗਾ। ਜੀ ਔਰ ਉਸ ਅੰਕ ਵਾਸਤੇ ਮੈਂ ਬਹੁਤ ਲੋਕਾਂ ਨੂੰ ਫੋਨ ਕੀਤੇ, ਬਹੁਤ ਲੋਕਾਂ ਨੂੰ ਚਿੱਠੀਆਂ ਲਿਖੀਆਂ ਤੇ ਮੈਨੂੰ ਸੀਗਾ ਕਿ ਨੂਰ ਦੇ ਦੋਨੋਂ ਭਰਾ ਵੀ ਲਿਖਣ, ਗੁਰਭਗਤ ਵੀ ਤੇ ਸੁਖਿੰਦਰ ਵੀ। ਜੀ ਗੁਰਭਗਤ ਨੇ ਬਹੁਤ ਵਧੀਆ ਲਿਖ ਕੇ ਭੇਜਿਆ, ਸੁਖਿੰਦਰ ਨੂੰ ਦੋ ਤਿੰਨ ਫੋਨ ਕਰਨੇ ਪਏ, ਉਹਦਾ ਮੇਰੇ ਕੋ ਆ ਗਿਆ ਆਰਟੀਕਲ ਔਰ ਉਹ ਆਖਰੀ ਟਾਈਮ ਤੇ ਆਇਆ। ਪਰ ਮੈਨੂੰ ਸੀਗਾ ਕਿ ਨੂਰ ਦੇ ਭਰਾ ਆ, ਉਹਨਾਂ ਦਾ ਜਾਣਾ ਚਾਹੀਦਾ, ਮਿਸਿਸ ਨੂਰ ਦਾ, ਮਨੂਸਾ ਦੀ ਬੇਟੀ ਦਾ, ਕੁਛ ਉਹ ਇਸ ਤਰ੍ਹਾਂ ਦੇ ਮੈਂ ਉਹਨੂੰ ਪਲਾਨ ਕੀਤਾ ਹੋਇਆ ਸੀ। ਮੈਂ ਉਹਨੂੰ ਟਾਈਪ ਕਰਕੇ ਮੈਟਰ ਦੋਨਾਂ ਨੂੰ ਮੈਂ ਬਿਨਾਂ ਪੜ੍ਹਿਆਂ ਦੇਤਾ, ਉਹ ਸੁਖਿੰਦਰ ਦਾ ਖਾਸ ਕਰਕੇ। ਪਰ ਜਦੋਂ ਉਹ ਫਾਈਨਲ ਮੇਰੇ ਕੋਲ ਆਇਆ ਕਿ ਪ੍ਰਿੰਟ ਆਰਡਰ ਕਰਨ, ਤੇ ਤਦ ਮੈਂ ਅਚਾਨਕ ਸੁਖਿੰਦਰ ਦਾ ਪੜ੍ਹ ਲਿਆ, ਸੁਖਿੰਦਰ ਕੀ ਲਿਖ ਰਿਹਾ ਨੂਰ ਬਾਰੇ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇੰਨਾ ਐਂਟੀ ਨੂਰ, ਇੰਨਾ ਜ਼ਹਿਰ ਕਿਸੇ ਨੇ ਨਹੀਂ ਸੀ ਉਗਲਿਆ ਜਿੰਨਾ ਸੁਖਿੰਦਰ ਨੇ ਉਗਲਿਆ ਹੋਇਆ ਸੀ ਨੂਰ ਦੇ ਖਿਲਾਫ। ਜੀ ਔਰ ਮੈਂ ਉਹ ਇੱਕ ਅਕੀਦਤ ਦੇ ਨਾਲ, ਇੱਕ ਸ਼ਰਧਾ ਦੇ ਨਾਲ ਉਹ ਮੈਗਜ਼ੀਨ ਕੱਢ ਰਿਹਾ ਸੀ, ਉਹ ਅੰਕ ਕੱਢ ਰਿਹਾ ਸੀ। ਮੈਂ ਖੁਦ ਬੜਾ ਹਰਟ ਹੋਇਆ ਔਰ ਮੈਂ 2 ਦਿਨ ਮੈਗਜ਼ੀਨ ਨੂੰ ਰੋਕਣਾ ਪਿਆ ਤੇ ਉਹਨੂੰ ਐਡਿਟ ਕਰਨਾ ਪਿਆ। ਔਰ ਕਦੇ ਮੈਨੂੰ ਲੱਗੇ ਕਿ ਮੈਂ ਐਡਿਟ ਕਰਾਂ, ਕਦੇ ਮੈਨੂੰ ਲੱਗੇ ਆਰਟੀਕਲ ਕੱਢ ਦਿਆਂ। ਪਰ ਫਿਰ ਅਲਟੀਮੇਟਲੀ ਮੈਂ ਸੋਚਿਆ ਵੀ ਇਹ ਬਹੁਤ ਧੱਕਾ ਹੋਏਗਾ, ਮੈਂ ਆਰਟੀਕਲ ਮੰਗ ਕੇ ਲਿਆ ਤੇ ਨਾ ਕੱਢਾਂ, ਤੇ ਉਹਨੂੰ ਮੈਂ ਐਡਿਟ ਕਰਕੇ ਉਹਨੂੰ ਚਲਾ ਦਿੱਤਾ। ਪਰ ਚਲਾਵਾਂ ਇਸ ਤਰ੍ਹਾਂ ਦਾ ਕੀਤਾ ਕਿ ਜਿਹਦੇ ਵਿੱਚੋਂ ਕੋਈ ਉਹਦੀ ਫਿਰ ਵੀ ਉਹਦੇ ਵਿੱਚੋਂ ਉਹ ਸਮੈਲ ਆ ਰਹੀ ਸੀ ਜਿਹੜਾ ਉਹ ਕਹਿਣਾ ਚਾਹੁੰਦਾ ਸੀ। ਸੋ ਇਦਾਂ ਦੇ ਵੀ ਕਈ ਵਾਰ ਘਟਨਾਵਾਂ ਹੋ ਜਾਂਦੀਆਂ, ਜਾਂ ਕਈ ਵਾਰ ਇਹ ਵੀ ਹੋ ਜਾਂਦਾ ਕਿ ਤੁਸੀਂ ਕਿਸੇ ਤੋਂ ਬਹੁਤ ਮੰਗ ਕੇ ਰਚਨਾ ਲੈਂਦੇ ਹੋ, ਕਿਸੇ ਵੱਡੇ ਲੇਖਕ ਤੋਂ, ਉਹ ਰਚਨਾ ਤੁਹਾਡੇ ਮੈਗਜ਼ੀਨ ਦੇ ਜਿਹੜੀ ਹੈਗੀ ਆ ਸਟੇਟਸ ਦੇ ਵਿੱਚ ਨਹੀਂ ਫਿੱਟ ਬੈਠਦੀ ਜਾਂ ਉਸ ਮਿਆਰ ਦੀ ਨਹੀਂ ਹੁੰਦੀ, ਫਿਰ ਤੁਸੀਂ ਉਹ ਮਨਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਜੀ ਇੱਕ ਵਾਰ ਤਾਂ ਮੰਗ ਕੇ ਲੈ ਰਹੇ, ਫਿਰ ਤੁਸੀਂ ਕਿਹੜੇ ਮੂੰਹ ਨਾਲ ਮਨਾ ਕਰੋ। ਪਰ ਬੜੀ ਬੇਲਿਹਾਜ਼ ਹੋਣਾ ਪੈਂਦਾ, ਔਰ ਬੇਲਿਹਾਜ਼ ਹੋਣਾ ਚਲੋ ਔਖਾ ਵੀ ਨਹੀਂ ਹੁੰਦਾ, ਬਟ ਤੁਹਾਡੇ ਫਿਰ ਰਿਲੇਸ਼ਨਸ ਬੜੇ ਵਿਗੜਦੇ ਆ, ਹਨਾ। ਇਹ ਤਾਂ ਐਡੀਟਰ ਦੀਆਂ ਮੁਸ਼ਕਲਾਂ ਹੈ ਹੀ ਹੈ। ਫਿਰ ਪੰਜਾਬੀ ਦੇ ਮੈਗਜ਼ੀਨਸ ਵਾਸਤੇ ਸਰਕੂਲੇਸ਼ਨ ਦੇ ਬੜੇ ਵੱਡੇ ਮਸਲੇ ਆ। ਹੁਣ ਮੈਂ 2 ਦਿਨ ਤੋਂ ਪੜ੍ਹ ਰਿਹਾ, ਕਿਉਂਕਿ ਪਹਿਲਾਂ ਤੇ ਉਹ ਜਾਂਦੇ ਹੀ ਅੱਖਰ ਵਾਲੇ ਤੱਕ ਜਗ੍ਹਾ ਜਗ੍ਹਾ ਜਾਂਦੇ ਹੀ ਹੈ, ਔਰ ਸੇਮ ਪੈਟਰਨ ਤੇ ਹੁਣ ਦੁਬਾਰਾ ਸੁਰਜੀਤ ਵੈਦ ਹੁਣ ਵਾਲਾ ਹਰ ਸ਼ਹਿਰ ਘੁੰਮ ਰਿਹਾ ਔਰ ਫੇਸਬੁੱਕ ਤੇ ਫੋਟੋ ਪਾ ਰਿਹਾ ਕਿ ਹੁਣ ਮੈਂ ਉੱਥੇ ਪਹੁੰਚ ਗਿਆ, ਹੁਣ ਮੈਂ ਉੱਥੇ ਪਹੁੰਚ ਗਿਆ। ਕੀ ਐਡੀਟਰ ਦਾ ਕੰਮ ਇਹ ਹੁੰਦਾ ਹੂੰ ਹਰ ਜਗ੍ਹਾ ਮੈਗਜ਼ੀਨ ਦੇ ਕੇ ਆਵੇ? ਆਪਾਂ ਇਦਾਂ ਦਾ ਪਾਠਕ ਪੈਦਾ ਹੀ ਨਹੀਂ ਕਰ ਸਕੇ ਕਿ ਸਾਡੇ ਮੈਗਜ਼ੀਨ ਨੂੰ ਲੱਭਦਾ ਫਿਰੇ। ਹੂੰ ਅਸੀਂ ਲੈ ਕੇ ਪਾਠਕ ਦੇ ਪਿੱਛੇ ਪਿੱਛੇ ਘੁੰਮ ਰਹੇ ਹਾਂ, ਅਸੀਂ ਮੈਗਜ਼ੀਨ ਲੈ ਕੇ ਸ਼ਹਿਰ ਸ਼ਹਿਰ ਗਲੀ ਗਲੀ ਘੁੰਮ ਰਹੇ ਹਾਂ ਔਰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੋਟੋ ਪਾ ਰਹੇ ਹਾਂ। ਹੂੰ ਕੀ ਐਡੀਟਰ ਦਾ ਕੰਮ ਇਹ ਹੁੰਦਾ ਹੈ ਕਿ ਐਡੀਟਰ ਨੇ ਨੂੰ ਐਡਿਟ ਕਰਨ ਤੋਂ ਬਿਨਾਂ ਇਹਨਾਂ ਵੇਲ ਹੁੰਦਾ ਹੈ ਕਿ ਇਹ ਕਰ ਸਕੇ ਇਹ ਕੰਮ ਸਾਰੇ, ਜਾਂ ਉਹ ਐਡੀਟਰ ਨਹੀਂ ਹੁੰਦਾ, ਕੁਛ ਹੋਰ ਹੁੰਦਾ ਹੈ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਹੁੰਦਾ ਹੈ। ਹੂੰ ਬਹੁਤ ਸਾਰੇ ਜੋ ਇਕਨੋਮੀ ਦੇ ਮਸਲੇ ਤਾਂ ਹੈ ਹੀ ਕਿ ਮੈਗਜ਼ੀਨ ਸਾਲ 2-2 ਸਾਲ ਬਾਅਦ ਕਿਉਂ ਬੰਦ ਹੋ ਜਾਂਦੇ ਆ। ਜਦੋਂ ਅਮਰਤਾ ਨੇ ਨਾਗਮਣੀ ਬੰਦ ਕੀਤਾ, ਉਸ ਤੋਂ ਬਾਅਦ ਜਦੋਂ ਆਰਸੀ ਬੰਦ ਹੋਇਆ, ਤਾਂ ਮੇਰੀ ਪਾਪਾ ਜੀ ਨਾਲ ਗੱਲ ਹੋਈ, ਪਾਪਾ ਪਲੀਜ਼ ਕਿਉਂ ਬੰਦ ਕਰ ਰਹੇ ਹੋ? ਤੂੰ ਕਹਿੰਦੀ ਮੈਂ ਥੱਕ ਗਿਆ ਹੁਣ। ਹੂੰ ਤੇ ਇਕਨੋਮੀ ਦਾ ਕੋਈ ਮਸਲਾ ਨਹੀਂ ਸੀ, ਥੱਕ ਇਸ ਲਈ ਗਿਆ ਸੀ ਕਿ ਉਹ ਪੜ੍ਹ ਨਹੀਂ ਸਕਦਾ ਸੀ। ਵਨ ਮੈਨ ਆਰਮੀ ਸੀ ਉਹ ਵੀ, ਹੂੰ ਅਮਰਤਾ ਵਨ ਮੈਨ ਆਰਮੀ ਨਹੀਂ ਸੀ। ਅਮਰਤਾ ਨਾਲ ਚੇਲੇ ਬਲ ਕੇ ਬਹੁਤ ਸੀ, ਪਰ ਜਦੋਂ ਆਰਸੀ ਕੱਢਦਾ ਸੀ ਪ੍ਰੀਤਮ ਸਿੰਘ ਤੇ ਵਨ ਮੈਨ ਆਰਮੀ ਸੀ। ਵਨ ਮੈਨ ਆਰਮੀ ਥੱਕ ਜਾਂਦੀ ਹੈ। ਜੀ ਔਰ ਮੈਂ ਤੇ ਜਿਹੜਾ ਹੈਗਾ, ਜਿਹੜੇ ਸਾਡੇ ਨਾਲ 3 ਬੰਦੇ ਜੁੜੇ ਨੇ, 3 ਐਡੀਟਰ ਜੁੜੇ ਨੇ, ਬੜੇ ਵੱਡੇ ਲੋਕ ਨੇ, ਤਿੰਨੋਂ ਬਹੁਤ ਸਿਰੜੀ ਲੋਕ ਹੈ। ਮੈਂ ਤੇ ਬਸ ਇਹੀ ਅਰਦਾਸ ਕਰਦਾ ਕਿ ਥੱਕਣ ਨਾ ਕਦੇ। ਬਹੁਤ ਅੱਛਾ। ਇਹ ਬਹੁਤ ਸਿਰੜ ਦਾ ਕੰਮ ਹੈ, ਬਹੁਤ ਮੁਸ਼ਕਲ ਕੰਮ ਹੈ। ਮੈਂ ਤੇ ਇਹ ਥੱਕ ਗਿਆ ਕਿ ਮੇਰਾ 3 ਸਾਲ ਰਜਿਸਟਰ ਨਹੀਂ ਹੋਇਆ ਤੇ ਅਸੀਂ ਉਹਦਾ ਖਹਿੜਾ ਛੱਡ ਦਿੱਤਾ ਹੈ। ਪਰ ਇਹ ਤਾਂ ਬੰਦੇ ਜੂਝ ਰਹੇ ਆ, ਇਹ ਬੰਦੇ ਲੜ ਰਹੇ ਆ।
ਹੂੰ ਹਨਾ। ਇਹ ਇਹਨਾਂ ਬੰਦਿਆਂ ਨੂੰ ਮੈਂ ਸਲਾਮ ਕਰਦਾ ਤਿੰਨਾਂ ਨੂੰ, ਕਿ ਇਹ ਉਸ ਫੀਲਡ 'ਚ ਖੜੇ ਆ, ਉਹ ਕੰਮ ਕਰ ਰਿਹਾ ਜਿਹੜਾ ਸਾਡੇ ਤੋਂ ਕਿਸੇ ਤੋਂ ਨਹੀਂ ਹੋ ਪਾ ਰਿਹਾ। ਤਾਂ ਮੈਨੂੰ ਆਸ ਵੀ ਹੈ ਕਿ ਪੰਜਾਬੀ ਦੇ ਵਿੱਚ ਬਹੁਤ ਸਾਰੇ ਮੈਗਜ਼ੀਨ, ਦੂਜਾ ਜਿਹੜਾ ਡਿਜੀਟਲ ਦਾ ਜ਼ਮਾਨਾ ਆਇਆ ਨਾ, ਡਿਜੀਟਲ ਦੇ ਜ਼ਮਾਨੇ ਵਿੱਚ ਮੈਨੂੰ ਨਹੀਂ ਪਤਾ ਕਿ ਨਵੇਂ ਬੱਚੇ ਕਿੰਨਾ ਕੁ ਡਿਜੀਟਲ ਪੜ੍ਹਦੇ ਹੋਣਗੇ, ਪਰ ਮੇਰੇ ਤੋਂ ਘੱਟੋ ਘੱਟ ਡਿਜੀਟਲ ਮੈਗਜ਼ੀਨ ਨਹੀਂ ਪੜ੍ਹਿਆ ਜਾ ਰਿਹਾ। ਬਹੁਤ ਮੈਗਜ਼ੀਨ ਡਿਜੀਟਲ ਮੇਰੇ ਕੋਲ ਆਉਂਦੇ ਆ, ਮੈਂ ਕੋਸ਼ਿਸ਼ ਕਰਦਾ ਪੜ੍ਹਨ ਦੀ, ਮੈਂ ਡਾਊਨਲੋਡ ਵੀ ਕਰ ਲੈਣਾ, ਪਰ ਮੈਨੂੰ ਉਸ ਤਰ੍ਹਾਂ ਦਾ ਸਵਾਦ ਨਹੀਂ ਆਉਂਦਾ। ਇੱਕ ਸ਼ੋਅ ਹੁੰਦੀ ਹੈ, ਤੁਸੀਂ ਰਚਨਾ ਨੂੰ ਸ਼ੋਅ ਕੇ ਵੇਖਦੇ ਹੋ ਨਾ, ਡਿਜੀਟਲ 'ਚ ਸ਼ੋਅ ਦਾ ਸਵਾਦ ਨਹੀਂ ਹੈਗਾ। ਡਿਜੀਟਲ ਮੈਗਜ਼ੀਨ ਆ ਰਿਹਾ, ਬਹੁਤ ਸਾਰੇ ਆ ਰਹੇ ਆ, ਜਿਵੇਂ ਤੁਸੀਂ ਹੱਥ ਲਾ ਕੇ ਦੇਖਦੇ ਹੋ ਪੇਪਰ ਨੂੰ, ਹੱਥ ਲਾ ਕੇ ਅੱਖਰਾਂ ਨੂੰ ਵੇਖਦੇ ਹੋ, ਤੁਹਾਨੂੰ ਮੋਹ ਜਿਹਾ ਨਾਲ, ਉਹ ਡਿਜੀਟਲ 'ਚ ਨਹੀਂ ਆ ਰਿਹਾ। ਇਹ ਮਸਲੇ ਸਿਰਫ ਡਿਜੀਟਲ ਮੈਗਜ਼ੀਨਾਂ ਦੇ ਨਹੀਂ ਆ, ਇਹ ਡਿਜੀਟਲ ਦੁਨੀਆ ਦੇ ਮਸਲੇ ਆ, ਉਹਦੇ ਨਾਲ ਅਸੀਂ ਵੀ ਜੂਝ ਰਹੇ ਹਾਂ। ਜੀ 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 ਜੀ। ਤਾਂ ਮੈਂ ਮੇਰੇ ਖਿਆਲ ਇੰਨੀ ਗੱਲ ਕਰਕੇ ਖਤਮ ਕਰ ਦਿੰਦਾ, ਕਿਉਂਕਿ ਬਹੁਤ ਲੰਬਾ ਬੋਲ ਗਿਆ ਮੈਂ, ਤੇ ਮੈਨੂੰ ਉਮੀਦ ਹੈ ਕਿ ਅਗਲੀ ਗੱਲਬਾਤ ਜਿਹੜੀ ਹੈ ਤੈਨੂੰ ਸਾਡੇ ਵਿਦਵਾਨ ਐਡੀਟਰ ਜਿਹੜੇ ਆਪਣੀਆਂ ਮੁਸ਼ਕਲਾਂ ਦੀ ਗੱਲ ਕਰਨਗੇ, ਆਪਣੀਆਂ ਪ੍ਰਾਪਤੀਆਂ ਦੀ ਗੱਲ ਵੀ ਕਰਨਗੇ। ਪਰ ਮੈਂ ਮਾਫੀ ਚਾਹੂੰਗਾ ਕਿ ਮੈਂ ਜੁੜਿਆ ਰਹਿ ਨਹੀਂ ਸਕਦਾ, ਕਿਉਂਕਿ ਮੈਂ ਇੱਕ ਬਹੁਤ ਇੰਪੋਰਟੈਂਟ ਮੀਟਿੰਗ 'ਚ, ਪਤਾ ਨਹੀਂ ਰਾਤ 12 ਵਜੇ ਤੱਕ ਚੱਲੇ ਸ਼ਾਇਦ ਉਹ। ਜੀ ਜੀ ਜੀ। ਆਮ ਸੌਰੀ ਫॉर दैट, ਬਟ ਸਾਨੂੰ ਸਭ ਨੂੰ ਵਧਾਈਆਂ ਕਿ ਤੁਸੀਂ ਇੱਕ ਬਹੁਤ ਵਧੀਆ ਵਿਸ਼ੇ ਤੇ ਗੱਲ ਕਰਨ ਜਾ ਰਹੇ ਹੋ, ਔਰ ਉਸ ਵਿਸ਼ੇ ਦੇ ਵਿੱਚ ਜੋ ਅਸੀਂ ਗੱਲਬਾਤ ਕਰਾਂਗੇ, ਜੋ ਤੁਸੀਂ ਕਰੋਗੇ, ਉਹਦੇ ਨਾਲ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਦਿਸ਼ਾ ਮਿਲੂਗੀ, ਇੱਕ ਨਵੀਂ ਸੇਧ ਮਿਲੂਗੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਪ੍ਰੈਕਟੀਕਲ ਗੱਲਾਂ ਕੀਤੀਆਂ ਨੇ ਆਪਣੇ ਤਜਰਬੇ ਦੇ ਵਿੱਚੋਂ, ਮੈਗਜ਼ੀਨਾਂ ਦੇ ਸੰਪਾਦਨ ਬਾਰੇ, ਮੈਗਜ਼ੀਨਾਂ ਦੀਆਂ ਚੁਣੌਤੀਆਂ ਬਾਰੇ, ਤੇ ਇਹਨਾਂ ਤਿੰਨ ਸੰਪਾਦਕਾਂ ਨੂੰ ਸੈਲੂਟ ਕੀਤਾ ਹੈ, ਤੇ ਇਹਨਾਂ ਤਿੰਨਾਂ ਦੇ ਬਹਾਨੇ ਪੰਜਾਬੀ ਦੇ ਉਹਨਾਂ ਸਾਰੇ ਸੰਪਾਦਕਾਂ ਨੂੰ ਸੈਲੂਟ ਹੈ ਜਿਹੜੇ ਅੱਜ ਭਾਵੇਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਨਹੀਂ ਹੈਗੇ, ਪਰ ਆਪੋ ਆਪਣੇ ਥਾਵਾਂ ਤੇ ਬਹੁਤ ਖੂਬਸੂਰਤ ਕੰਮ ਕਰ ਰਹੇ ਨੇ। ਪੰਜਾਬੀ ਲਿਟਰੇਚਰ ਦੇ ਦੂਤ ਨੇ ਜਿਹੜੇ ਥਾਂ ਥਾਂ ਤੇ ਪੰਜਾਬੀ ਸਾਹਿਤ ਨੂੰ ਲੈ ਕੇ ਜਾ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਬਹੁਤ ਸ਼ੁਕਰੀਆ ਸਰ। ਹਾਂਜੀ ਦੋਸਤੋ, ਅਸੀਂ ਸਵਾਗਤ ਕਰਦੇ ਹਾਂ ਹੋਰ ਬਹੁਤ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਨੇ। ਮੈਡਮ ਅਮਰਦੀਪ, ਡਾਕਟਰ ਬਲਜੀਤ ਕੌਰ ਰਿਆੜ, ਡਾਕਟਰ ਗਗਨਦੀਪ ਸਿੰਘ, ਡਾਕਟਰ ਮੋਹਨ ਬੇਗੋਵਾਲ, ਗੁਲਾਬ ਸਿੰਘ ਰਿਆਉਂਦ ਕਲਾਂ, ਮੈਡਮ ਕੁਲਜੀਤ ਕੌਰ, ਨਰਿੰਦਰ ਕੌਰ, ਮੈਡਮ ਰਮਿੰਦਰ ਵਾਲੀਆ, ਮੈਡਮ ਸੁਰਜੀਤ ਕੌਰ, ਅਮਰਜੀਤ ਸਿੰਘ, ਮੈਡਮ ਸਤਿੰਦਰ ਕੌਰ ਕਾਹਲੋਂ, ਤੇ ਹੋਰ ਬਹੁਤ ਸਾਰੇ ਦੋਸਤ ਜਿਹੜੇ ਫੇਸਬੁੱਕ ਤੇ ਸਾਡੇ ਨਾਲ ਲਾਈਵ ਦੇਖ ਰਹੇ ਨੇ। ਅਸੀਂ ਉਹਨਾਂ ਸਾਰੇ ਹੀ ਸਾਥੀਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ, ਤੇ ਮੈਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦਾ ਸਾਡੇ ਸੰਪਾਦਕਾਂ ਨਾਲ। ਸਭ ਤੋਂ ਪਹਿਲਾਂ ਅਸੀਂ ਬਲਜੀਤ ਰੈਣਾ ਹੋਰਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ। ਮੇਰੀ ਬੇਨਤੀ ਹੈ ਸਾਡੇ ਸੰਪਾਦਕਾਂ ਨੂੰ, ਆਪਾਂ ਕਈ ਸਵਾਲ ਡਿਸਕਸ ਕਰਨੇ ਨੇ, ਇਸ ਕਰਕੇ ਜਿੰਨਾ ਬਰੀਫ ਆਪਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ ਕੋਸ਼ਿਸ਼ ਕਰਨੀ ਹੈ। ਤੁਸੀਂ ਆਪਣੀ ਗੱਲ ਵੀ ਕਹਿਣੀ ਹੈ, ਤੇ ਪਰ ਥੋੜਾ ਜਿਹਾ ਆਨਲਾਈਨ ਪ੍ਰੋਗਰਾਮ ਦਾ ਇੱਕ ਜਾਬਤਾ ਹੁੰਦਾ, ਉਹਦੇ ਮੁਤਾਬਕ ਆਪਾਂ ਗੱਲ ਕਰੀਏ। ਰੈਣਾ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਆਪਣਾ ਮਾਈਕ ਖੋਲ ਲਓ, ਅਨਮਿਊਟ ਕਰ ਲਓ ਪਲੀਜ਼ ਤੁਸੀਂ ਜੀ। ਮਾਈਕ ਖੋਲ ਲਓ ਸਾਹਿਬ, ਤੁਸੀਂ ਮਿਊਟ ਕੀਤਾ ਹੈ ਮਾਈਕ ਆਪਣਾ। ਆਈ ਆਵਾਜ਼? ਹਾਂ ਹੁਣ ਆ ਗਈ ਜੀ, ਆ ਗਈ। ਸਵਾਗਤ ਹੈ ਸਰ ਤੁਹਾਡਾ। ਸਰ ਤੁਹਾਡੇ ਤੋਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਤੁਹਾਡਾ ਕੰਮ ਇਸ ਪੱਖੋਂ ਵੱਧ ਮਹੱਤਵਪੂਰਨ ਹੈ ਕਿ ਤੁਸੀਂ ਪੰਜਾਬੀ ਦਾ ਮੈਗਜ਼ੀਨ ਕੱਢ ਰਹੇ ਹੋ, ਪਰ ਪੰਜਾਬ ਤੋਂ ਬਾਹਰ ਬੈਠ ਕੇ ਕੱਢ ਰਹੇ ਹੋ, ਤੇ ਅਸੀਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਪਹਿਲਾਂ ਤਾਂ ਤੁਸੀਂ ਆਪਣੇ ਮੈਗਜ਼ੀਨ ਦਾ ਸਫ਼ਰ ਸਾਡੇ ਨਾਲ ਸਾਂਝਾ ਕਰੋ ਸੰਖੇਪ ਦੇ ਵਿੱਚ, ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਪੰਜਾਬ ਤੋਂ ਬਾਹਰ ਨਿਕਲਦੇ ਮੈਗਜ਼ੀਨਾਂ ਦੀਆਂ ਉਹ ਕਿਹੜੀਆਂ ਵਿਸ਼ੇਸ਼ ਚੁਣੌਤੀਆਂ ਹੁੰਦੀਆਂ ਨੇ ਜੋ ਪੰਜਾਬ ਦੇ ਅੰਦਰੋਂ ਨਿਕਲਦੇ ਮੈਗਜ਼ੀਨ ਦੀਆਂ ਨਹੀਂ ਹੁੰਦੀਆਂ ਹੈਗੀਆਂ। ਸੋ ਤੁਹਾਡਾ ਸਵਾਗਤ ਹੈ ਆਪਣਾ ਸਫ਼ਰ ਮੈਗਜ਼ੀਨ ਦਾ, ਤੇ ਉਸ ਤੋਂ ਬਾਅਦ ਸਾਡੇ ਸਵਾਲ ਦਾ ਜਵਾਬ ਰੈਣਾ ਸਾਹਿਬ। ਰਾਣਾ ਸਾਹਿਬ ਤੁਹਾਡਾ ਮਾਈਕ ਫਿਰ ਬੰਦ ਹੋ ਗਿਆ ਜੀ। ਫਿਰ ਇੱਕ ਵਾਰੀ ਖੁੱਲ ਕੇ ਹਾਂਜੀ ਬੋਲੋ, ਬੋਲੋ ਜੀ ਪਲੀਜ਼। ਹੈਲੋ ਜੀ ਜੀ, ਆਈ ਆਵਾਜ਼? ਹਾਂਜੀ ਹਾਂਜੀ ਹਾਂਜੀ, ਦੇਖੋ ਜੀ, ਜੰਮੂ ਕਸ਼ਮੀਰ ਚੋਂ ਪੰਜਾਬੀ ਮੈਗਜ਼ੀਨ ਕੱਢਣ ਸੋਚਿਆ, ਇਹ 2001 ਦੀ ਗੱਲ ਹੈ ਜੀ। ਔਰ ਮੈਂ ਬੜੇ
ਬੜਾ ਮੈਂ ਜਿਹੜੇ ਮੈਗਜ਼ੀਨ ਉਸ ਟਾਈਮ ਤੇ ਮੈਗਜ਼ੀਨ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਾ ਮੈਂ ਵੀ ਕੋਈ ਇਸ ਤਰ੍ਹਾਂ ਦਾ ਕਮਰਸ਼ੀਅਲ ਜਾਂ ਤੇ ਮੈਂ ਬੜੀ ਵੱਡੀ ਛਾਲ ਮਾਰ ਲਈ। ਪਹਿਲਾ ਹੀ ਅੰਕ 3 ਰਿਲੀਜ਼ਡ ਪੇਪਰ ਵਾਲਾ ਤੇ ਬੜਾ ਉਸ ਤਰ੍ਹਾਂ ਦਾ ਮੈਗਜ਼ੀਨ ਸੀ, ਜੇ ਮੈਂ ਤੁਹਾਨੂੰ ਉਹਦੀ ਫੋਟੋ ਦਿਖਾਵਾਂ, ਇਹ ਪਹਿਲਾ ਅੰਕ ਹੈ ਮੇਰਾ। ਤੇ ਇਹ ਮੈਂ 2001 ਵਿੱਚ ਸ਼ੁਰੂ ਕੀਤਾ, ਔਰ ਮੈਂ ਸ਼ੁਰੂ ਕਰਨ ਤੋਂ ਪਹਿਲੇ ਇਸ ਨੂੰ ਰਜਿਸਟਰ ਕਰਵਾਇਆ ਨਿਊਜ਼ਪੇਪਰ ਰਜਿਸਟਰਾਰ ਆਫ ਇੰਡੀਆ ਜਿਹੜਾ ਉਹਦੇ ਕੋਲੋਂ। ਉਹ ਜਿਹੜੀ ਪ੍ਰੋਸੈਸ ਦੀ ਗੱਲ ਹੁਣੇ ਰਵੀਲ ਸਿੰਘ ਜੀ ਕਰ ਰਹੇ ਜੀ, ਉਸ ਪ੍ਰੋਸੈਸ ਤੋਂ ਨਿਕਲ ਕੇ ਰਜਿਸਟਰ ਕਰਾ ਕੇ ਫਿਰ ਇਹਨੂੰ ਸ਼ੁਰੂ ਕੀਤਾ। ਬੜੀ ਵੱਡੀ ਛਾਲ ਮਾਰ ਲਈ, ਪਹਿਲਾਂ 1000 ਕੱਢਤਾ। ਉਹ ਉਸ ਦੀ ਕੈਲਕੂਲੇਸ਼ਨ ਦਾ ਬੜਾ ਮਸਲਾ ਹੈ। ਫਿਰ ਨੈਕਸਟ ਮੰਥ ਤੋਂ ਮੈਂ ਇੱਕਦਮ ਥੱਲੇ ਆ ਗਿਆ, ਮੈਂ 1000 ਤੇ ਆ ਗਿਆ ਜੀ, ਔਰ ਕੱਢਦਾ ਰਿਹਾ ਇਸ ਨੂੰ। ਇਹ ਕੁਛ ਅਲੱਗ ਤਰ੍ਹਾਂ ਦਾ ਸੀ। ਇਹਦੇ ਚ ਅੱਛੀਆਂ ਗੱਲਾਂ ਵੀ ਸਨ ਜਿਹੜੀਆਂ ਆਮ, ਜਿਹੜੀ ਜਿਸ ਤਰ੍ਹਾਂ ਇੰਡੀਆ ਟੂਡੇ ਜਾਂ ਹੋਰ ਜਿਹੜੇ ਦਿਰਮਾਨ ਵਗੈਰਾ ਜਿਹੜੇ ਉਸ ਵੇਲੇ ਦੇ ਹਿੰਦੀ ਵਾਲੇ ਮੈਗਜ਼ੀਨ, ਉਹਨਾਂ ਦੀ ਗੱਲਾਂ ਕੁਝ ਉਸ ਤਰ੍ਹਾਂ ਦੇ ਕਾਲਮ, ਕਹਾਣੀਆਂ, ਬਾਕੀ ਚੀਜ਼ਾਂ ਸੀ, ਲੇਖ ਵੀ ਸਨ ਬੜੇ, ਔਰ ਜਿਹੜੇ ਲੇਕਿਨ ਮੈਨੂੰ ਇਹਦਾ ਤਜਰਬਾ ਕੋਈ ਇਹ ਸੀ ਕਿ ਮੇਰੇ ਕੋਲ ਇਨਕਮ ਦਾ ਸੋਰਸ ਕੋਈ ਹੈ ਨਹੀਂ ਸੀ। ਔਰ ਜਿਹੜੇ ਮੈਂ ਜਿੱਥੇ ਥੇ ਮੈਂ ਅਪਲਾਈ ਕਰਦਾ ਸੀ ਇਹਦੇ ਕੋਈ ਇਸ਼ਤਿਹਾਰਾਂ ਲਈ, ਇਸ਼ਤਿਹਾਰ ਕਿਤੇ ਮਿਲਦੇ ਨਹੀਂ ਸੀ, ਔਰ ਜਿਹੜੇ ਮਿਲਦੇ ਸੀ ਉਹਨਾਂ ਦੇ ਪੈਸੇ ਨਹੀਂ ਸੀ ਮਿਲਦੇ ਛਾਪਣ ਤੋਂ ਬਾਅਦ ਜੀ। ਤੇ ਮੈਨੂੰ ਸਾਲ ਦੇ ਵਿੱਚ ਹੀ ਮੈਨੂੰ ਪਤਾ ਲੱਗ ਗਿਆ ਕਿ ਮੈਂ ਬੜੇ ਗਲਤ ਪੰਗੇ 'ਚ ਪੈ ਗਿਆ, ਮੇਰੇ ਕੋਲ ਇਹ ਹੋਣਾ ਨਹੀਂ, ਕਿਉਂਕਿ ਮੈਂ ਬੜਾ ਕੁਝ ਹੋਰ ਤਰ੍ਹਾਂ ਸੋਚ ਕੇ ਚੱਲਿਆ ਸੀ। ਜੰਮੂ ਕਸ਼ਮੀਰ ਪੰਜਾਬੀ ਪ੍ਰੈਸ ਦਾ ਉਹ ਹੈ ਨਹੀਂ ਸਿਸਟਮ, ਸਾਨੂੰ ਜਲੰਧਰੋਂ ਛਪਾਉਣਾ ਪੈਂਦਾ ਜਾ ਕੇ। ਜੀ, ਤੇ ਮੇਰਾ ਹੁਣ ਵੀ ਮੈਗਜ਼ੀਨ ਜਲੰਧਰੋਂ ਛਪਦਾ, ਹਾਲਾਂਕਿ ਉਹਦਾ ਜੰਮੂ ਵਾਲਾ ਐਡਰੈਸ ਹੈ, ਕਿਉਂਕਿ ਉਹ ਜਿਹੜਾ ਜੰਮੂ ਵਾਲਾ ਉਹ ਵੀ ਜਲੰਧਰੋਂ ਛਪਵਾ ਕੇ ਦਿੰਦਾ ਮੈਨੂੰ। ਜੀ, ਜੀ, ਇਹ ਬੜਾ ਇੱਕ ਮਸਲਾ ਹੈ। ਫਿਰ ਉਸ ਤੋਂ ਬਾਅਦ ਮੇਰਾ ਜਿਹੜਾ ਜਿੰਨਾ ਵੀ ਪ੍ਰੂਫ ਰੀਡਿੰਗ ਦਾ ਕੰਮ ਹੈ ਉਹ ਥੋੜਾ ਥੋੜਾ ਕਰਕੇ ਆਂਦਾ ਜਾਂਦਾ ਜਲੰਧਰੋਂ, ਉਹ ਮੈਨੂੰ ਦੇ ਜਾਂਦੇ ਆ ਪੜ੍ਹ ਕੇ, ਫਿਰ ਉਹ ਸਾਰਾ। ਤੇ ਇਹ ਮੈਗਜ਼ੀਨ ਮੇਰਾ ਸਮਝੋ ਕਿ 14-15 ਅੰਕ ਕੱਢ ਕੇ ਬੰਦ ਹੋ ਗਏ, ਮੈਂ ਨਹੀਂ ਇਸ ਨੂੰ ਚਲਾ ਸਕਿਆ। ਜੀ, ਮੈਨੂੰ ਕਿਉਂਕਿ ਕਿਤੇ ਵੀ ਸੋਰਸ ਆਫ ਇਨਕਮ ਹੈ ਨਹੀਂ ਸੀਗਾ, ਜਿਹੜਾ ਮੈਂ ਕਿਤੇ ਭੇਜਿਆ ਉਸਦੇ ਕਿਤੇ ਪੈਸੇ ਆਏ ਨਹੀਂ ਕਦੇ। ਤੇ ਮੈਂ ਸੋਚਿਆ ਵੀ ਮੈਂ ਕਿਹੜਾ ਪੰਗਾ ਲੈ ਲਿਆ, ਇਹ ਤਾਂ ਬੜਾ ਮੁਸ਼ਕਲ ਕੰਮ ਹੈ। ਉਹ ਜਿਹੜੀਆਂ ਗੱਲਾਂ ਉਹ ਰਵੇਲ ਸਿੰਘ ਹੋਰੀ ਹੁਣ ਕਰਕੇ ਸਾਰੀਆਂ ਗੱਲਾਂ ਸਹੀ ਮੇਰੇ ਨਾਲ ਹੋਈਆਂ, ਔਰ ਜੰਮੂ ਕਸ਼ਮੀਰ 'ਚ ਰਹਿ ਕੇ ਜ਼ਿਆਦਾ ਹੀ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਹੋਈਆਂ, ਕਿਉਂਕਿ ਮੈਂ ਉਹ ਘਰ ਘਰ ਜਾ ਕੇ ਨਹੀਂ ਵੱਢ ਸਕਿਆ, ਜਿਸ ਤਰ੍ਹਾਂ ਅੱਜ ਕੱਲ੍ਹ ਉਹਨੂੰ ਦੱਸਿਆ ਵੀ ਜਾਂਦੇ ਨੇ ਕੁਝ ਸਾਡੇ ਅੱਛੇ ਮਿੱਤਰ ਨੇ ਜਿਹੜੇ ਉਹ ਆਪਣਾ ਮੈਗਜ਼ੀਨ ਲੈ ਕੇ ਪਿੰਡ ਪਿੰਡ ਆਪਣਾ ਕਾਰ ਲੈ ਕੇ ਜਾਂਦੇ ਨੇ, ਉੱਥੇ ਪਹੁੰਚਾਉਂਦੇ ਨੇ। ਮੈਂ ਇਹ ਕੰਮ ਨਹੀਂ ਕਰ ਸਕਿਆ, ਮੇਰੇ ਵਿੱਚ ਇਹ ਥੋੜੀ ਘਾਟ ਸੀ, ਤੇ ਨਾ ਮੇਰੇ ਕੋਲ ਕੋਈ ਇਨਫਰਾਸਟ੍ਰਕਚਰ ਹੈ ਉਸ ਤਰ੍ਹਾਂ ਦਾ, ਨਾ ਮੈਂ ਕਿਸੇ ਨੂੰ ਤਨਖਾਹ ਦੇ ਸਕਦਾ ਸੀ। ਬੜੀ ਮੁਸ਼ਕਲ ਨਾਲ ਜਿਹੜਾ ਮੈਂ ਦੂਰਦਰਸ਼ਨ ਟੈਲੀਵਿਜ਼ਨ ਦਾ ਕੰਮ ਕਰਕੇ, ਫਿਲਮਾਂ ਦਾ ਕੰਮ ਕਰਕੇ ਪੈਸਾ ਕਮਾਇਆ ਸੀ, ਉਹ ਮੈਂ ਇੱਧਰ ਸਾਰਾ ਇਨਵੈਸਟ ਕਰਤਾ। ਪਰ ਜਦ ਤੱਕ ਲੱਗਾ ਕਿ ਨਹੀਂ ਹੁਣ ਮੈਂ ਹੋਰ ਜ਼ਿਆਦਾ ਨਹੀਂ ਖਰਚ ਕਰ ਸਕਦਾ, ਤਾਂ ਮੈਂ ਬੰਦ ਕਰਤਾ ਇਸ ਨੂੰ। ਫਿਰ ਮੈਂ ਇਸ ਨੂੰ ਸਾਲ 'ਚ ਕਿਤੇ ਇੱਕ ਅੱਧਾ ਇਸ਼ੂ ਕੱਢ ਦਿੰਦਾ ਸੀ, ਉਹ ਤਾਂ ਕਿ ਮੇਰਾ ਜਿਹੜਾ RNI ਨੰਬਰ ਹੈ ਉਹ ਜ਼ਿੰਦਾ ਰਹੇ, ਉਹ ਕੱਢਦਾ ਰਿਹਾ। ਲੇਕਿਨ ਫਿਰ 2016 'ਚ ਮੈਨੂੰ ਡਾਕਟਰ ਮੋਨੋਜੀਤ ਕਹਿਣ ਲੱਗੇ, ਰਾਈਟਰ ਨੇ, ਵਿਅੰਗਕਾਰ ਨੇ ਬੜੇ ਜੰਮੂ ਦੇ, ਮੇਰੇ ਦੋਸਤ ਇੱਥੇ ਤੋਂ, ਕਹਿਣ ਲੱਗੇ ਬਲਜੀਤ ਯਾਰ ਮੈਗਜ਼ੀਨ ਦੁਬਾਰਾ ਕੱਢ। ਮੈਂ ਕਿਹਾ ਜੀ ਮੈਂ ਨਹੀਂ ਕਰ ਸਕਦਾ, ਮੇਰੀ ਨਹੀਂ ਔਕਾਤ ਨਹੀਂ ਉਤਨੀ, ਪੈਸਾ ਨਹੀਂ ਉਤਨਾ, ਨਾ ਕੁਛ ਨਹੀਂ, ਨਾ ਮੇਰੇ ਕੋਲ ਉਸ ਤਰ੍ਹਾਂ ਦੀ ਗੱਲ ਹੈ। ਕਹਿੰਦਾ ਨਹੀਂ ਪੈਸਾ ਤਾਂ ਕੋਈ ਨਹੀਂ, ਉਹ ਦਵਿੰਦਰ ਹੈ ਮੇਰੇ ਨਾਲ, ਦਵਿੰਦਰ ਵਿਸ਼ਵ ਨਾਗਰਿਕ ਹੈ, ਅਸੀਂ ਮਿਲ ਜਾਂਦੇ ਹਾਂ 2-3 ਨਾਲ। ਤੇ ਫਿਰ ਸਾਡੇ ਨਾਲ ਇੱਕ ਜੰਗ ਵਰਮਨ ਨੇ ਇੱਥੇ, ਉਹ ਵੀ ਮਿਲ ਗਏ। ਉਹਨਾਂ ਕਿਹਾ ਜੀ ਸਾਲ ਦੇ ਅਸੀਂ 4 ਅੰਕ ਕੱਢਾਂਗੇ, ਇੱਕ ਅੰਕ ਦਾ ਖਰਚਾ ਅਸੀਂ ਦਿੰਨੇ। ਕੀ ਬਾਤ ਹੈ। ਉਹ ਇੱਕ ਅੰਕ ਦਾ ਖਰਚਾ ਜਿਹੜਾ 40-45 ਹਜ਼ਾਰ, ਜਿੰਨਾ ਵੀ ਇੱਕ ਅੰਕ 50 ਹਜ਼ਾਰ ਦਾ ਆਉਂਦਾ ਸੀ, ਉਹ ਸਾਰੇ ਆਪਣਾ ਦਿੰਦੇ ਸੀ, ਉਹਦੇ ਨਾਲ ਚੱਲ ਪਿਆ। ਫਿਰ ਅਸੀਂ ਲਿਟਰੇਰੀ ਜਿਹੜਾ ਮੈਗਜ਼ੀਨ ਕੱਢਿਆ, ਸਾਡਾ ਲਿਟਰੇਰੀ ਮੈਗਜ਼ੀਨ ਕੱਢਣ ਦਾ ਸੀ ਸਾਰਾ ਮਕਸਦ, ਔਰ ਲਿਟਰੇਰੀ ਹੀ ਕੱਢਿਆ। ਅਸੀਂ ਹਰ ਅੰਕ ਵਿੱਚ ਇੱਕ ਪੂਰਾ ਫੁੱਲ ਨਾਟਕ ਦਿੰਦੇ ਸੀ ਪੰਜਾਬੀ, ਸ਼ੁਰੂ ਤੋਂ ਤੁਸੀਂ ਦੇਖੋ 16 ਤੋਂ 18 ਤੱਕ ਜਾਂ 20-19 ਤੱਕ ਮੈਂ ਫੁੱਲ ਇੱਕ ਨਾਟਕ ਹੁੰਦਾ ਸੀ ਹਰ ਅੰਕ 'ਚ। ਉਸਦੇ ਨਾਲ ਹੀ ਕੋਈ ਨਾਵਲ ਦੀ ਇੱਕ ਲੜੀ ਚੱਲਦੀ ਸੀ, 1-2 ਨਾਵਲਾਂ ਦੀ, ਉਹ ਛਪਦੇ ਸੀ ਕਿਸ਼ਤਵਾਰ, ਕਹਾਣੀਆਂ 6-7 ਹੁੰਦੀਆਂ ਸੀ, ਪੋਇਟਰੀ ਹੁੰਦੀ ਸੀ, ਆਰਟੀਕਲ ਬੜੇ ਅੱਛੇ ਹੁੰਦੇ ਸੀ। ਜਿਸ ਤਰ੍ਹਾਂ ਦਾ ਇੱਕ ਲਿਟਰੇਰੀ ਮੈਗਜ਼ੀਨ ਹੈ ਉਸ ਤਰ੍ਹਾਂ ਦਾ ਕੱਢਿਆ। ਲੇਕਿਨ ਫਿਰ ਪਤਾ ਨਹੀਂ ਕਿਸੇ ਦੋਸਤ ਨੇ ਇਸ ਨੂੰ UGC ਵਾਲਿਆਂ ਨੂੰ ਰੈਫਰ ਕਰਤਾ। ਉਹ UGC ਦਾ ਨੰਬਰ ਮਿਲਣਾ ਤਾਂ ਸਾਡੇ ਲਈ ਮੁਸੀਬਤ ਬਣ ਗਈ। ਹਰ ਬੱਚਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦਾ ਸਵਾਲ ਹੈ ਜੀ, ਮੈਨੂੰ ਛਾਪੋ ਜੀ, ਇਹ ਕਰੋ ਜੀ। ਉਹ ਬੜਾ ਮਸਲਾ ਹੋ ਗਿਆ। ਮੈਂ ਕਿਹਾ ਵੀ ਇਹ ਬਾਕੀ ਪੰਜਾਬ 'ਚ 10 ਹੋਰ ਮੈਗਜ਼ੀਨਾਂ ਨੇ, ਉਹ ਕੋਈ ਨਹੀਂ ਛਾਪ ਰਿਹਾ ਉਸ ਤਰ੍ਹਾਂ ਦੇ। ਮੈਂ ਉਹਨਾਂ ਦੇ ਨਾਮ ਪੜ੍ਹਦਾ, ਮੈਨੂੰ ਪਤਾ, ਲਿਸਟ ਮੇਰੇ ਕੋਲ ਹੈ, ਕੋਈ ਨਹੀਂ ਛਾਪ ਰਿਹਾ। ਮਤਲਬ 3-4 ਮੈਗਜ਼ੀਨ ਨੇ ਜਿਹੜੇ ਉਹ UGC ਉਸ ਚੱਕਰ 'ਚ ਹੈ ਨੇ। ਤੇ ਮੈਂ ਫਸ ਗਿਆ, ਤੇ ਮੈਂ ਆਪਣੇ ਜਿਹੜੇ ਸੰਪਾਦਕੀ ਮੰਡਲ ਹੈ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਦਾ ਮਸਲਾ ਬਣ ਗਿਆ, ਤੇ ਲਿਟਰੇਚਰ ਤਾਂ ਰਹਿਣਗੇ ਇਸ ਤਰ੍ਹਾਂ ਦਾ ਮੈਗਜ਼ੀਨ ਅਸੀਂ ਕਰਾਂਗੇ।
ਜੀ ਤੇ ਜੇ ਬੰਦ ਕਰਦੇ ਆ ਤਾਂ ਸਾਡੇ ਆਪਣੇ ਯੂਨੀਵਰਸਿਟੀ ਦੇ ਬੱਚੇ ਉਹ ਵੀ ਪਰੇਸ਼ਾਨ ਹੋ ਰਹੇ ਨੇ, ਬਾਹਰਲੇ ਵੀ ਹੋ ਰਹੇ ਨੇ। ਤੇ ਫਿਰ ਉਹਨਾਂ ਕਿਹਾ ਜੀ ਤੁਸੀਂ ਇਸ ਨੂੰ ਫਿਲਹਾਲ ਥੋੜੀ ਦੇਰ ਲਿਟਰੇਚਰ ਛੱਡੋ, ਜਰਨਲ ਹੀ ਚੱਲਣ ਦਿਓ ਜਦ ਤੱਕ UGC ਰਹਿੰਦੀ ਹੈ। ਇਸੇ ਬਹਾਨੇ ਜਰਨਲ ਨੂੰ ਥੋੜਾ ਬਹੁਤ ਖਰਚਾ ਵੀ ਆ ਰਿਹਾ ਹੈ। ਤਾਂ ਮੈਂ ਜਲੰਧਰ ਕਿਸੇ ਆਪਣੇ ਸੰਪਾਦਕ ਦੋਸਤ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਯਾਰ ਤੁਸੀਂ ਥੋੜੇ ਬਹੁਤੇ ਪੈਸੇ ਲੈ ਲਿਆ ਕਰੋ ਸਟੂਡੈਂਟਸ ਕੋਲੋਂ ਤੇ ਤੁਹਾਡਾ ਖਰਚਾ ਨਿਕਲ ਜਾਏਗਾ। ਮੈਂ ਕਿਹਾ ਜੀ ਪੈਸੇ ਮੈਂ ਮੰਗ ਨਹੀਂ ਸਕਦਾ। ਫਿਰ ਮੈਂ ਕਿਹਾ ਮੈਂ ਇਹ ਕਰ ਸਕਦਾ ਕਿ ਉਹਨਾਂ ਨੂੰ 5 ਸਾਲ ਦੀ ਮੈਂਬਰਸ਼ਿਪ ਦੇ ਦੇ। ਜੀ ਫਿਰ ਮੈਂ ਕਹਿਣਾ ਸ਼ੁਰੂ ਕਰਤਾ ਕਿ 5 ਸਾਲ ਦੀ ਮੈਂਬਰਸ਼ਿਪ ਦੇ ਦਿਓ ਤੇ ਤੁਹਾਡਾ ਮੈਂ ਛਾਪ ਦਿਆਂਗਾ। ਉਸ ਤਰ੍ਹਾਂ ਇੱਕ ਤਰ੍ਹਾਂ ਉਹ ਮੈਨੂੰ ਥੋੜਾ ਜਿਹਾ ਹੋ ਗਈ ਹੈਲਪ। ਲੇਕਿਨ ਉਹ ਵੀ ਜਿੰਨੇ ਆਰਟੀਕਲ ਮੈਂ ਛਾਪਦਾ ਉਹ ਸਾਰਿਆਂ ਕੋਲੋਂ ਪੈਸੇ ਨਹੀਂ ਲੈਂਦਾ। ਸਾਰਿਆਂ ਕੋਲੋਂ ਮਤਲਬ ਅਗਰ ਮੈਂ 70 ਆਰਟੀਕਲ ਛਾਪਨੇ ਇਸ ਵਾਰੀ ਲੇਟੈਸਟ ਜਿਹੜਾ ਇਸ਼ੂ ਹੈ ਮੇਰਾ, ਤਾਂ 18 ਬੰਦਿਆਂ ਨੇ ਟੋਟਲ ਪੇਮੈਂਟ ਕੀਤੀ। ਬਾਕੀ ਸਭ ਦੋਸਤ ਜਾਂ ਯਾਰਾਂ ਦੇ, ਮੇਰੀ ਭਤੀਜੀ ਹੈ, ਮੇਰਾ ਦੋਸਤ ਹੈ, ਮੇਰਾ ਭਰਾ ਹੈ, ਇਹ ਮੇਰੀ ਬੇਟੀ ਹੈ, ਇਸ ਨੂੰ ਤੁਸੀਂ ਛਾਪਣਾ ਹੈ, ਕਰਨਾ ਹੈ। ਕੋਈ ਜੰਮੂ ਦੇ ਜਿਹੜੇ ਉਹਨਾਂ ਕੋਲ ਤੁਸੀਂ ਲੈਂਦੇ ਨਹੀਂ, ਜੰਮੂ ਯੂਨੀਵਰਸਿਟੀ ਦੇ ਸਟੂਡੈਂਟ ਹੈ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਫਿਰ ਵੀ ਉਹ ਗੱਲ ਨਹੀਂ ਬਣੀ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਵੀ ਉਹਦੇ ਪੈਸੇ ਵਾਲਾ ਮਸਲਾ ਹੱਲ ਹੋ ਜਾਏਗਾ, ਉਹ ਨਹੀਂ ਹੋਇਆ। ਫਿਰ ਵੀ ਪੱਲਿਓਂ ਸਾਨੂੰ ਖਰਚਾ ਕਰਨਾ ਹੀ ਪੈਂਦਾ। ਜੀ ਇਹ ਅੰਕ 212 ਪੇਜ ਦਾ ਲੇਟੈਸਟ ਆਇਆ, ਇਹ ਬੜਾ ਮਹਿੰਗਾ। ਸਾਨੂੰ ਪਤਾ ਜਿਹੜੇ ਹੋਰ ਐਡੀਟਰ ਨੇ ਛਾਪਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਮਹਿੰਗਾ ਪੈ ਰਿਹਾ, ਕੀ ਹੋ ਰਿਹਾ। ਜਿਹੜਾ ਇਹ ਮੈਗਜ਼ੀਨ ਸ਼ੁਰੂ ਹੋਇਆ ਸੀ 52 ਪੇਜ ਨਾਲ, 50-52 ਪੇਜ ਨਾਲ, ਉਸ ਲਈ ਮੰਥਲੀ ਸੀ। ਹੁਣ ਕੁਆਟਰਲੀ ਹੈ, ਲੇਕਿਨ ਕੁਆਟਰਲੀ ਵੀ ਅਸੀਂ 100 ਪੇਜ ਰੱਖਿਆ ਸੀ ਪਹਿਲੇ 4-5 ਸਾਲ 100 ਚੱਲਦਾ ਰਿਹਾ। ਹੁਣ ਪਿਛਲੇ ਸਾਲ ਤੋਂ 120 ਹੋ ਗਿਆ, ਫਿਰ 160 ਹੋ ਗਿਆ, ਹੁਣ ਲੇਟੈਸਟ 212 ਪੇਜ ਦਾ ਹੋ ਗਿਆ। ਕਹਿੰਦਾ ਮਤਲਬ ਕਿ ਖਰਚੇ ਵੱਧ ਰਹੇ ਨੇ ਲੇਕਿਨ ਸੋਰਸ ਕੋਈ ਨਹੀਂ। ਜਦੋਂ ਦਾ ਇਹ UGC ਵਿੱਚ ਆਇਆ ਬੱਚਾ, ਇਹਦੀ ਜਿਹੜੀ ਰੀਡਰਸ਼ਿਪ ਜਿਹੜੀ ਆ ਆਮ ਉਹ ਵੀ ਖਤਮ, ਕਿਉਂਕਿ ਇਹਨੂੰ ਆਮ ਬੰਦਾ ਨਹੀਂ ਪੜ੍ਹਦਾ ਨਾ, ਇਹਨੂੰ ਸਿਰਫ ਸਕਾਲਰਸ ਹੀ ਪੜ੍ਹਨਗੇ ਜਾਂ ਲਿਟਰੇਚਰ ਜਿਹੜੇ ਅਕੈਡਮਿਸ਼ੀਅਨ ਨੇ ਉਹੀ ਪੜ੍ਹਨਗੇ। ਉਹ ਇਹ ਜਿਹੜੀ ਪ੍ਰੋਬਲਮਸ ਨੇ ਇਹਨਾਂ ਨੂੰ ਮੈਂ ਫੇਸ ਕਰ ਰਿਹਾ। ਬਾਕੀ ਅੱਗੇ ਗੱਲ ਚਲਾਓ ਤਾਂ ਅੱਗੇ ਕਰਾਂਗਾ। ਜੀ 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 ਬਹੁਤ ਸ਼ੁਕਰੀਆ। ਤੁਸੀਂ ਪੰਜਾਬ ਤੋਂ ਬਾਹਰ ਬੈਠਣ ਦੀਆਂ ਸਮੱਸਿਆਵਾਂ ਵੀ ਦੱਸੀਆਂ ਤੇ ਨਾਲ ਨਾਲ ਮੈਗਜ਼ੀਨ ਦੇ ਜਿਹੜੇ ਬਾਕੀ ਮਸਲੇ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਹੈ। ਆਪਾਂ ਅਗਲੇ ਰਾਉਂਡ 'ਚ ਫਿਰ ਗੱਲਬਾਤ ਕਰਦੇ ਹਾਂ। ਆਪਾਂ ਮਿਲਦੇ ਹਾਂ ਰਤਿੰਦਰ ਸੰਧੂ ਮੈਮ ਨੂੰ। ਰਤਿੰਦਰ ਸੰਧੂ ਮੈਡਮ ਦਾ ਸਾਡੇ ਨਾਲ ਹੋਣਾ ਸਾਡੇ ਲਈ ਇਸ ਪੱਖੋਂ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਔਰਤ ਉਹਨਾਂ ਖੇਤਰਾਂ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ ਜਿਨ੍ਹਾਂ ਖੇਤਰਾਂ ਦੇ ਵਿੱਚ ਹੁਣ ਤੱਕ ਔਰਤਾਂ ਨੇ ਘੱਟ ਪ੍ਰਵੇਸ਼ ਕੀਤਾ ਸੀ। ਬੇਸ਼ੱਕ ਪੰਜਾਬੀ ਦੇ ਵਿੱਚ ਪਹਿਲਾਂ ਵੀ ਔਰਤ ਸੰਪਾਦਕ ਰਹੇ ਨੇ, ਪਰ ਰਤਿੰਦਰ ਸੰਧੂ ਦਾ ਸਾਡੇ ਸਮੇਂ ਦੇ ਵਿੱਚ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਇਸ ਪੱਖੋਂ ਵੀ। ਮੈਂ ਮੈਡਮ ਤੁਹਾਡਾ ਸਵਾਗਤ ਵੀ ਕਰਦਾ ਤੇ ਤੁਹਾਡੇ ਤੋਂ ਤੁਹਾਡੇ ਮੈਗਜ਼ੀਨ ਦੇ ਸਫ਼ਰ ਬਾਰੇ ਜਾਣਨਾ ਚਾਹੁੰਦਾ ਹੋਇਆ ਇਹ ਵੀ ਤੁਹਾਨੂੰ ਸਵਾਲ ਕਰਦਾ ਕਿ ਕਿੰਨੀਆਂ ਕੁ ਔਰਤ ਸੰਪਾਦਕਾਂ ਰਹੀਆਂ ਨੇ, ਉਸ ਲੜੀ ਦੇ ਵਿੱਚ ਤੁਸੀਂ ਕਿੱਥੇ ਜੇ ਆਉਣੇ ਹੋ। ਤੁਸੀਂ ਆਪਣੇ ਸਫ਼ਰ ਬਾਰੇ ਦੱਸਦੇ ਹੋਏ ਪੰਜਾਬ ਦੇ ਨਾਰੀ ਸੰਪਾਦਕਾਂ ਬਾਰੇ ਥੋੜੀ ਚਰਚਾ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਰਤਿੰਦਰ ਸੰਧੂ ਮੈਮ। ਪਹਿਲਾਂ ਤਾਂ ਮੈਂ ਸਾਹਿਤ ਅਕੈਡਮੀ ਤੇ ਤੁਹਾਡਾ ਸਰਬਜੀਤ ਹੋਰਾਂ ਦਾ ਸਾਰਿਆਂ ਦਾ ਇਸ ਗੱਲੋਂ ਸ਼ੁਕਰੀਆ ਕਰਨਾ ਚਾਹੂੰਗੀ। ਰਾਦਰ ਕਿ ਸ਼ੁਭ ਚਾਹਾਂ ਕਿ ਤੁਸੀਂ ਅਲੱਗ-ਅਲੱਗ ਵਿਸ਼ਿਆਂ ਤੇ ਲਗਾਤਾਰ ਪ੍ਰੋਗਰਾਮ ਕਰ ਰਹੇ ਹੋ ਤੇ ਬਹੁਤ ਸਾਰੇ ਅਲੱਗ-ਅਲੱਗ ਵਰਗ ਦੇ ਪਾਠਕਾਂ ਲੇਖਕਾਂ ਨੂੰ ਨਾਲ ਜੋੜ ਰਹੇ ਹੋ। ਇਹ ਬਹੁਤ ਵਧੀਆ ਗੱਲ ਹੈ ਤੇ ਇਹਦੇ ਵਾਸਤੇ ਸ਼ੁਭ ਇੱਛਾਵਾਂ ਬਹੁਤ ਸਾਰੀਆਂ। ਮੈਂ ਜਿੱਥੇ ਤੱਕ ਮੈਂ ਔਰਤ ਸੰਪਾਦਕਾਂ ਦੀ ਗੱਲ ਕਰਦੀ ਹਾਂ ਤਾਂ ਮੈਨੂੰ ਬੇਸ਼ੱਕ ਮੈਂ ਇੱਕ ਵਾਰ ਮੇਰੇ ਮਾਈਂਡ 'ਚ ਉਹ ਨਾਂ ਨਹੀਂ ਆ ਰਿਹਾ। ਇੱਕ ਵਾਰ ਮੈਂ ਬੜੀ ਦੇਰ ਪੜ੍ਹਿਆ ਸੀ ਕਿ ਕਾਫੀ ਪਹਿਲਾਂ ਇੱਕ ਔਰਤ ਸੰਪਾਦਕ ਰਹੀ ਹੈ, ਪਰ ਮੈਨੂੰ ਉਹ ਨਾਂ ਮੇਰੇ ਨਿਕਲ ਗਿਆ ਦਿਮਾਗ 'ਚੋਂ। ਹੁਣ ਜਿੱਥੋਂ ਤੱਕ ਮੈਨੂੰ ਪਤਾ ਕਿ ਅੰਮ੍ਰਿਤਾ ਜੀ ਤੋਂ ਹੀ ਅਸੀਂ ਜ਼ਿਆਦਾਤਰ ਜਾਣਦੇ ਹਾਂ ਕਿ ਅੰਮ੍ਰਿਤਾ ਜੀ ਪਹਿਲੇ ਪੰਜਾਬੀ ਦੇ ਸਾਡੀ ਜਾਣਕਾਰੀ 'ਚ ਦੇਖਦਿਆਂ ਮੈਗਜ਼ੀਨ ਦੇ ਸੰਪਾਦਕ ਰਹੇ ਹੈ। ਪਰ ਉਹਨਾਂ ਦਾ ਇੱਕ ਜਲਵਾ ਸੀ, ਇੱਕ ਔਰਾ ਸੀ ਐਸਾ ਕਿ ਉਹ ਇੱਕ ਜਣੇ ਨੂੰ ਇਸ਼ਾਰਾ ਕਰਦੇ ਮਦਦ ਲਈ ਤੇ 100 ਜਣੇ ਤਿਆਰ ਸਨ। ਉਹ ਆਪ ਬਹੁਤ ਵੱਡੇ ਲੇਖਕ ਸਨ ਤੇ ਉਹ ਇੱਕ ਐਸੀ ਸ਼ਖਸੀਅਤ ਸੀ ਕਿ ਸਾਰੇ ਲੋਕ ਉਹਨਾਂ ਨਾਲ ਜੁੜਨ ਵਿੱਚ ਮਾਣ ਸਮਝਦੇ ਸੀ। ਤਾਂ ਉਹਨਾਂ ਨੂੰ ਇਸ ਗੱਲੋਂ ਕਾਫੀ ਮੈਂ ਸਮਝਦੀ ਹਾਂ ਵੀ ਜਿਵੇਂ ਮਤਲਬ ਉਸ ਹਿਸਾਬ ਨਾਲ ਲੱਗਦਾ ਨਹੀਂ ਵੀ ਉਹਨਾਂ ਨੂੰ ਮੁਸ਼ਕਿਲਾਂ ਉਨੀਆਂ ਆਈਆਂ ਹੋਣਗੀਆਂ। ਫਾਈਨੈਂਸ਼ੀਅਲ ਮੁਸ਼ਕਿਲਾਂ ਤੇ ਆਈਆਂ ਹੋਣਗੀਆਂ, ਉਹਨਾਂ ਨੇ ਕਈ ਵਾਰ ਪੜ੍ਹਿਆ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਹੱਲ ਕੀਤੀਆਂ। ਤਾਂ ਪਰ ਜਦੋਂ ਸਮਾਂ ਬਦਲਦਾ ਹੈ, ਹਾਲਾਤ ਬਦਲਦੇ ਨੇ। ਤਾਂ ਜਦੋਂ ਮੈਂ ਮੈਗਜ਼ੀਨ ਕੱਢੇ, ਹੁਣ ਇਸ ਤੋਂ ਪਹਿਲਾਂ ਪ੍ਰੀਤ ਲੜੀ ਪੂਨਮ ਸਿੰਘ ਕਰ ਰਹੀ ਹੈ ਨਾਲ ਲਗਾਤਾਰ ਕੰਟੀਨਿਊ ਕਰੇ। ਪਰ ਮੇਰਾ ਤੇ ਪੂਨਮ ਸਿੰਘ ਦਾ ਫਰਕ ਹੈ ਕਿ ਪੂਨਮ ਸਿੰਘ ਨੂੰ ਪਾਠਕ ਵਰਗ ਮਿਲਿਆ ਹੈ ਕਿਉਂਕਿ ਪ੍ਰੀਤ ਲੜੀ ਪਹਿਲਾਂ ਦੀ ਚੱਲ ਰਹੀ ਸੀ ਤੇ ਉਹਨਾਂ ਨੂੰ ਪਾਠਕ ਵਰਗ ਇਨਹੈਰਿਟ ਕੀਤਾ ਉਹਨਾਂ ਨੇ। ਪਰ ਵਿਰਾਸਤ ਵਿੱਚ ਮੈਨੂੰ 0 ਪਾਠਕ ਵਰਗ ਤੋਂ ਸ਼ੁਰੂ ਕੀਤਾ। 11 ਸਾਲ ਜਨਵਰੀ ਦਾ ਇੱਕ ਅੰਕ ਅਗਲਾ ਕੱਢ ਕੇ ਜਿਹੜਾ ਮੈਂ ਤਿਆਰ ਕਰ ਰਹੀ ਹਾਂ ਤੇ 11 ਸਾਲ ਦਾ ਸਫ਼ਰ
ਮੈਗਜ਼ੀਨ ਦਾ ਹੋ ਜਾਏਗਾ। ਤੇ ਇਸ ਦੌਰਾਨ ਸਮਝੋ ਕਿ ਕੋਈ ਏਕਮ ਨੂੰ ਜਾਣਦਾ ਨਹੀਂ ਸੀ ਤੇ ਕਿਸੇ ਨੂੰ ਯਕੀਨ ਨਹੀਂ ਸੀ ਕਿ ਇੱਕ ਆਮ ਔਰਤ, ਕੋਈ ਜਿਹਦਾ ਖੇਤਰ ਨਹੀਂ ਇਸ ਤਰ੍ਹਾਂ ਦਾ, ਸਧਾਰਨ ਲੇਖਕ, ਤੇ ਕੋਈ ਬਹੁਤੇ ਲੋਕ ਜਾਣਦੇ ਨਹੀਂ ਨਾ। ਮੈਂ ਬਹੁਤੇ ਲੋਕਾਂ ਨੂੰ ਅਪਰੋਚ ਕਰ ਸਕਦੀ ਸੀ ਕਿ ਇਹ ਮੈਗਜ਼ੀਨ ਕਿਵੇਂ ਚੱਲੂਗਾ। ਮੈਨੂੰ ਤਸਕੀਨ ਹੋਰਾਂ ਨੇ ਇੱਕ ਵਾਰ ਫੋਨ ਤੇ ਕਿਹਾ ਵੀ, ਜਦੋਂ ਮੈਗਜ਼ੀਨ 5-6 ਸਾਲ ਚੱਲ ਚੁੱਕਾ ਸੀ, ਤਾਂ ਮੈਨੂੰ ਕਹਿੰਦੇ ਇੱਕ ਦਿਨ ਵਿਰਸਾ ਵਿਹਾਰ ਵੇਲੇ, ਕਹਿੰਦੇ ਵੈਸੇ ਮੈਡਮ ਤੁਹਾਡੇ ਕੋਲੋਂ ਉਮੀਦ ਨਹੀਂ ਸੀ ਮੈਨੂੰ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ। ਤਾਂ ਕੁਝ ਇਹੋ ਜਿਹਾ ਵੀ ਸਨ ਸ਼ਖਸੀਅਤਾਂ ਜਿਹੜੀਆਂ ਸੀ, ਜਿਵੇਂ ਤਸਨੀਮ ਹੋਰੀ, ਮੈਨੂੰ ਸਵਰਗੀ ਤਸਨੀਮ ਹੋਰੀ ਲੁਧਿਆਣੇ ਤੋਂ, ਮੈਨੂੰ ਉਹ ਬਹੁਤ ਇਨਕਰੇਜ ਕਰਦੇ ਸੀ। ਹੁਣ ਵੀ ਇਨਕਰੇਜ ਕਰਨ ਵਾਲੇ ਵਿੱਚ ਓਮ ਪ੍ਰਕਾਸ਼ ਗਾਸੋ ਜਿਹੜੇ ਨੇ, ਉਹ ਸਭ ਤੋਂ ਵੱਧ ਮੈਨੂੰ ਇਨਕਰੇਜਮੈਂਟ ਫੋਨ ਕਰ ਕਰਕੇ ਇਨਕਰੇਜ ਕਰਦੇ ਆ। ਔਰ ਮੈਨੂੰ ਕਹਿੰਦੇ, ਮੈਂ ਲੋਕਾਂ ਨੂੰ ਕਹਿਣਾ ਸ਼ਰਮ ਕਰੋ, ਇੱਕ ਕੁੜੀ ਮੈਗਜ਼ੀਨ ਕੱਢੀ ਜਾ ਰਹੀ ਹੈ। ਚਲੋ ਕੁੜੀ ਉਹਨਾਂ ਦੇ, ਉਹ ਆਪਣੇ ਮੈਨੂੰ ਕੁੜੀ ਦੇ ਤੌਰ ਤੇ ਮੰਨਦੇ, ਮੈਨੂੰ ਬਹੁਤ ਅੱਛਾ ਲੱਗਾ। ਪਰ ਗੱਲ ਇਹ ਕੋਈ ਜਿਸ ਤਰ੍ਹਾਂ ਜਿੰਨਾ ਉਹ ਮੰਨ ਦਿੰਦੇ ਨਾ, ਮੈਂ ਉਹਦੇ ਨਾਲ ਮਤਲਬ ਬਹੁਤ ਭਾਵੁਕ ਹੋ ਜਾਂਦੀ ਹਾਂ। ਹੁਣ ਇਹਦੇ ਵਿੱਚ ਪਰ ਇਸ ਤਰ੍ਹਾਂ ਦੇ ਕਹੀਏ ਵੀ ਇਸ ਤਰ੍ਹਾਂ ਦੇ ਪਾਠਕ ਸਾਰੇ ਨਹੀਂ ਹੈਗੇ। ਔਰਤ ਹੁੰਦਿਆਂ ਮੈਗਜ਼ੀਨ ਕੱਢਣ ਵਿੱਚ, ਜਿਵੇਂ ਹੁਣ ਰੈਨਾ ਜੀ ਨੇ ਦੱਸਿਆ ਹੈ, ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਸੁਣ ਚੁੱਕੀ ਹਾਂ ਗੱਲਾਂ, ਕਿ ਗੱਲਾਂ ਕਰ ਰਿਹਾ ਸੀ ਜਿਵੇਂ ਰਵੇਲ ਸਿੰਘ ਹੋਰੀ, ਕਿ ਮਤਲਬ ਮੈਗਜ਼ੀਨ ਵਾਲੇ ਐਡੀਟਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲੇ ਜਾਂਦੇ ਨੇ। ਤੇ ਹੁਣ ਮੇਰੇ ਕੋਲ ਉਹ ਜਿਹਾ ਕਨਸੈਪਟ ਨਹੀਂ ਨਾ, ਮੇਰੇ ਕੋਲ ਉਸ ਤਰ੍ਹਾਂ ਦੇ ਸੋਰਸਿਸ ਨੇ। ਉਹਨਾਂ ਕੋਲ ਮੈਨ ਪਾਵਰ ਹੈ, ਕਿਉਂਕਿ ਜੈਂਟਸ ਲੋਕ ਇਕੱਠੇ ਹੁੰਦੇ ਨੇ, ਖਾਂਦੇ ਪੀਂਦੇ ਆ, ਇੱਕ ਦੂਜੇ ਦੀ ਮਦਦ ਕਰਦੇ ਨੇ, ਤੇ ਮਦਦ ਦੇ ਰਹਿੰਦੇ, ਲੈ ਵੀ ਲੈਂਦੇ ਆ। ਮੇਰੇ ਵਾਸਤੇ ਇਹੋ ਜਿਹਾ ਕੁਝ ਵੀ ਸੰਭਵ ਨਹੀਂ ਹੈਗਾ। ਸਾਡੀ ਜਿਹੜੀ ਇੱਕ ਤਾਂ ਮੈਂ ਜਿਹੜਾ ਸਾਹਿਤਕ ਖੇਤਰ ਦਾ ਕੰਮ ਹੈ, ਮੈਗਜ਼ੀਨ ਮਤਲਬ ਮੰਗਾਉਣ ਜਾਂ ਰਚਨਾਵਾਂ, ਉਹਨਾਂ ਨੂੰ ਸਿਲੈਕਟ ਕਰਨਾ, ਉਹਨਾਂ ਦਾ ਜੋ ਇੰਤਜ਼ਾਮ ਕਰਨਾ, ਉਹ ਸਾਰੇ ਮੇਰੇ ਇਕੱਲੀ ਦੇ ਸਿਰ ਤੇ ਹੈ, ਤੇ ਮੇਰੇ ਨਾਲ ਕੋਈ ਵੀ ਹੋਰ ਸ਼ਾਮਲ ਨਹੀਂ ਹੈ। ਪਰ ਜਦੋਂ ਮੈਗਜ਼ੀਨ ਆ ਜਾਂਦਾ ਹੈ, ਫਿਰ ਸਾਰੀ ਟੀਮ, ਮੈਂ ਤੇ ਮੇਰੇ ਹਸਬੈਂਡ, ਅਸੀਂ ਦੋਨੋਂ ਹੁੰਨੇ ਆ। ਸਾਡੀ 2 ਬੰਦਿਆਂ ਦੀ ਸਾਰੀ ਲੇਬਰ ਟੀਮ ਹੈ। ਅਸੀਂ ਲਿਫਾਫਿਆਂ ਵਿੱਚ ਪਾ ਕੇ, ਜੋ ਉੱਤੇ ਐਡਰੈਸ ਟਾਈਪ ਕਰਨੇ, ਬੋਰੀਆਂ ਭਰ ਕੇ ਡਾਕ ਵਾਸਤੇ ਵੱਖਰੇ ਲੈ ਕੇ ਜਾਣੇ, ਤੇ ਕੋਰੀਅਰ ਵਾਲੇ ਨੂੰ ਹੁਣ ਇੰਨੀ ਕੁ ਮਦਦ ਉਹ ਕਰਦਾ ਕਿ ਉਹ ਕੋਰੀਅਰ ਦੇ ਬੋਰੀਆਂ ਭਰ ਕੇ ਤੇ ਆਟੋ ਵਿੱਚ ਘਰੋਂ ਲੈ ਜਾਂਦਾ ਆ ਕੇ। ਮਤਲਬ ਜਿਹੜਾ ਥੋੜੇ ਆਪਣੇ, ਉਹ ਠੀਕ ਹੈ, ਖਰਚ ਹੁੰਦਾ ਹੈ। ਖਰਚ ਦੀ ਪ੍ਰੋਬਲਮ ਮੈਨੂੰ ਵੀ ਆਈ, ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਮੈਨੂੰ ਵੀ ਪਹਿਲਾਂ ਤਾਂ ਪਤਾ ਨਹੀਂ ਸੀ ਮੈਗਜ਼ੀਨ ਕੱਢਣਾ ਹੀ ਕਿਵੇਂ, ਮੈਨੂੰ ਤਾਂ ਕੁਝ ਵੀ ਨਹੀਂ ਸੀ ਆਉਂਦਾ, ਮੈਨੂੰ ਤਾਂ ਇਹਦਾ ਊੜਾ ਵੀ ਨਹੀਂ ਸੀ ਆਉਂਦਾ। ਪਰ ਜਿਉਂ-ਜਿਉਂ ਸ਼ੁਰੂ ਹੋਇਆ, ਮੈਂ ਸਾਰਾ ਕੁਝ ਇਹ ਕਰਦੇ ਸਿੱਖਿਆ। ਮੁਸ਼ਕਲਾਂ ਇੰਨੀਆਂ ਆਈਆਂ ਕਿ ਲੱਗਦਾ ਇਹ ਸੀ ਕਿ ਪੈਸੇ ਕਿੱਥੋਂ ਆਉਣ। ਅੱਛਾ, ਐਡਸ ਮੈਨੂੰ ਇੱਕ ਤਾਂ ਮੈਨੂੰ ਕਿਸੇ, ਮੇਰੀ ਇੱਕ ਕਮਜ਼ੋਰੀ ਹੈ ਕਿ ਮੈਂ ਕਿਸੇ ਕੋਲੋਂ ਮੰਗ ਨਹੀਂ ਸਕਦੀ। ਤਾਂ ਮੈਂ ਜਦੋਂ ਮੈਂ ਸਕੂਲ ਵਿੱਚ ਮੇਰੇ ਪ੍ਰਿੰਸੀਪਲ ਸੀ, ਉਦੋਂ ਤਾਂ ਮੈਂ ਲੋਕਾਂ ਕੋਲੋਂ ਮੰਗ ਲੈਂਦੀ ਸੀ, ਪਰ ਮੈਂ ਆਪਣੇ ਮੈਗਜ਼ੀਨ ਲਈ, ਮੈਨੂੰ ਲੱਗਦਾ ਇਹ ਮੇਰਾ ਨਿੱਜੀ ਕੰਮ ਹੈ, ਕਿਉਂਕਿ ਮੈਂ ਸ਼ੁਰੂ ਕੀਤਾ, ਕਿਸੇ ਨੇ ਮੈਨੂੰ ਕਿਹਾ ਨਹੀਂ ਸੀ ਤੂੰ ਕਰ, ਤੇ ਇਹ ਮੇਰੀ ਜ਼ਿੰਮੇਵਾਰੀ ਹੈ। ਫਿਰ ਮੈਂ ਕੁਝ ਸਾਲਾਂ ਦੀ ਪਰੇਸ਼ਾਨੀ ਤੋਂ ਬਾਅਦ ਮਤਲਬ ਕਰਦਿਆਂ ਮੈਂ ਪੈਨਸ਼ਨ ਚੋਂ ਪੱਕਾ ਇੱਕ ਹਿੱਸਾ ਰੱਖਣਾ ਸ਼ੁਰੂ ਕਰ ਦਿੱਤਾ। ਤਾਂ ਉਹਦੇ ਵਿੱਚੋਂ ਮੈਗਜ਼ੀਨ ਦੇ ਸਾਰੇ ਖਰਚੇ, ਲਿਫਾਫੇ ਛਪਵਾਉਣੇ, ਲੰਪਰ 100 ਤਰ੍ਹਾਂ ਦੇ ਖਰਚੇ ਨੇ, ਔਰ ਕੰਪੋਜ਼ਿੰਗ ਦੇ ਪੈਸੇ ਦੇਣੇ, ਛਪਾਈ ਦੇ ਦੇਣੇ। ਔਰ ਹੁਣ ਇੱਕ ਨਵੀਂ ਪ੍ਰੋਬਲਮ ਆ ਰਹੀ ਹੈ ਕਿ 3-4 ਸਾਲ ਤੋਂ, ਲੋਕਡਾਊਨ ਦੇ ਸਮੇਂ ਤੋਂ, ਹਰ ਅੰਕ ਦੀ ਵਾਰ ਖਰਚਾ ਵੱਧ ਜਾਂਦਾ ਹੈ। ਲੋਕਡਾਊਨ ਤੋਂ ਸ਼ੁਰੂ ਹੋਇਆ ਤਾਂ ਮਤਲਬ ਮੈਨੂੰ, ਜਿੱਥੇ ਮੈਂ ਕੋਈ 3 ਸਾਲ ਪਹਿਲਾਂ ਜਿਹੜੀ ਜਗ੍ਹਾ ਤੇ ਮੈਂ 15,000 ਦਿੰਦੀ ਸੀ, ਮੈਨੂੰ ਹੁਣ 25,000 ਦੇਣਾ ਪੈ ਰਿਹਾ ਉਸ ਖਰਚ ਜਿਸ ਜਗ੍ਹਾ ਤੇ ਆਮਦਨੀ ਤਾਂ ਮੇਰੀ ਉਸ ਤਰੀਕੇ ਨਾਲ ਨਹੀਂ ਕੋਈ ਆ ਰਹੀ। ਦੂਸਰੀ ਗੱਲ ਇਹ ਹੈ ਨਾਲ ਕਿ ਇਹਦੇ ਵਿੱਚ ਮਤਲਬ ਫਿਰ ਕਦੀ ਉਹ ਕਾਗਜ਼ ਪ੍ਰੋਬਲਮ ਜਿਹੜੀਆਂ, ਮਤਲਬ ਕਦੀ ਉਹ ਕਹਿੰਦੇ ਜੀ ਕਾਗਜ਼ ਮਹਿੰਗਾ ਹੋ ਗਿਆ, ਕਦੀ ਇੰਕ। ਦੂਸਰੀ ਗੱਲ ਹੈ ਕਿ ਸਰਕਾਰ ਨੇ ਜਿਵੇਂ ਕਰ ਦਿੱਤਾ ਕਿ GST ਜਦੋਂ ਤੋਂ ਲਾਗੂ ਕਰ ਦਿੱਤੀ, ਉਦੋਂ ਮੈਗਜ਼ੀਨਾਂ ਲਈ ਸਾਰਿਆਂ ਨੂੰ ਪਤਾ, ਮੈਗਜ਼ੀਨ ਵਾਲਿਆਂ ਨੂੰ, ਕਿ ਇੱਕ ਪ੍ਰੋਬਲਮ ਆਈ, ਸਾਨੂੰ ਵੀ ਸੁਸਾਇਟੀ ਬਣਾਉਣੀ ਪਈ ਉਸ ਵੇਲੇ। ਤਾਂ ਹੁਣ ਉਹ ਨਾਲ ਇੱਕ CA ਇਨਵੋਲਵ ਹੋ ਗਿਆ ਕਿ ਹਰ ਸਾਲ ਉਹਦੀ ਰਿਟਰਨ ਭਰਦੇ ਆ ਨਾਲ, ਤੇ ਉਹ ਜੋ ਪ੍ਰੋਬਲਮਸ ਉਹ ਪਿਛਲੇ ਸਾਲਾਂ ਤੇ ਉਹਨਾਂ ਨੇ ਡਿਊਜ਼ ਕੱਢੇ ਹੋਏ ਸੀ, ਉਹ ਪੇ ਕੀਤੇ। ਤੇ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਗਿਣਨ ਲੱਗੋ ਤਾਂ ਸਾਰਾ ਟਾਈਮ ਇੰਝ ਹੀ ਨਿਕਲ ਜਾਵੇ। ਪਰ ਦੂਸਰੀ ਜਿਹੜਾ ਮੈਟਰ ਦੀ ਗੱਲ ਸੀ, ਮੈਟਰ ਦੇ ਵਿੱਚ ਇਹ ਮੈਨੂੰ ਵੀ ਇੱਕ ਥੋੜਾ ਜਿਹਾ ਇੱਕ ਜਗ੍ਹਾ ਤੇ ਸਾਡਾ ਦਿਮਾਗ ਖੜਾ ਹੁੰਦਾ ਹੈ ਕਿ ਮੈਨੂੰ ਵੀ ਸੀ ਕਿ ਮਤਲਬ
ਜਿਵੇਂ ਛਾਪਣਾ ਮੈਂ ਪਹਿਲਾਂ ਅਕਸਰ ਚ ਮੈਂ ਕਈ ਵਾਰ ਸਾਂਝਾ ਕਰ ਚੁੱਕੀ ਹਾਂ ਗੱਲ ਕਿ ਪਰਮਿੰਦਰਜੀਤ ਹੋਰਾਂ ਨਾਲ ਮੈਂ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਇੱਕ ਮੈਗਜ਼ੀਨ ਹੋਵੇ ਜਿਹਦੇ ਸਾਰੀਆਂ ਵਿਧਾ ਛਾਪੀਆਂ ਜਾਣ। ਜਿਵੇਂ ਕਵੀ ਕੋਈ ਇਹ ਨਾ ਹੋਵੇ ਕਿ ਕਵਿਤਾ ਡੋਮੀਨੇਟਿਡ ਹੈ ਜਾਂ ਕਹਾਣੀ ਦੇ ਨਾਲ ਡੋਮੀਨੇਟਿਡ ਹੈ। ਉਹ ਕਹਿੰਦੇ ਸਾਰੇ ਮੈਗਜ਼ੀਨ ਇੰਦਾ ਛਾਪਿਆ ਕਰ। ਪਰ ਮੈਂ ਮਦਦ ਚਾਹੀ ਸੀ ਜਾਣਕਾਰੀ ਵਾਸਤੇ ਕੁਝ, ਪਰ ਮੈਨੂੰ ਕੋਈ ਮਦਦ ਮਿਲੀ ਨਹੀਂ। ਸੋ ਮੈਂ ਇਹ ਸਾਰਾ ਕੁਝ ਸਮਝੋ ਉਡਾੜਾ ਤੁਰਦਿਆਂ ਸਿੱਖਿਆ। ਤੇ ਹੁਣ ਮਤਲਬ ਇਹਦੇ ਵਿੱਚ ਤਾਂ ਮਸਲੇ ਨਹੀਂ ਹੋ ਰਹੇ। ਫਿਰ ਮੈਨੂੰ ਹਾਂ ਮੈਟਰ ਦੀ ਜਿਹੜੀ ਗੱਲ ਕਰ ਰਹੇ ਸੀ ਕਿ ਮੈਟਰ ਵਾਸਤੇ ਮੈਨੂੰ ਵੀ ਇਸ ਤਰ੍ਹਾਂ ਦਾ ਬਹੁਤ ਸਾਰਾ ਮੈਟਰ ਆਉਂਦਾ ਜਿਹੜਾ ਕਿ ਸਟੈਂਡਰਡ ਦਾ ਨਹੀਂ ਹੁੰਦਾ। ਕਿਸੇ ਦੇ ਵਿੱਚ ਅਸ਼ਲੀਲ ਮੈਟਰ ਹੁੰਦਾ, ਕਿਸੇ ਦੇ ਵਿੱਚ ਓਵਰ ਜ਼ਿਆਦਾ ਖਿਲਾਰਾ ਹੁੰਦਾ। ਉਹ ਕੋਈ ਸਾਰਾ ਕਈ ਵਾਰ ਤੇ ਕਈ ਲੇਖਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਮੇਰੇ ਕਹਿਣ ਤੇ ਕਹਾਣੀਆਂ ਬਦਲ ਦਿੰਦੇ ਨੇ ਜਾਂ ਕਵਿਤਾਵਾਂ ਉਹ ਬਦਲ ਦਿੰਦੇ ਕਿ ਠੀਕ ਹੈ ਹਿਸਾਬ ਨਾਲ ਇਸ ਤਰ੍ਹਾਂ ਦਾ ਵੀ ਹੈ ਸਹਿਯੋਗ। ਤੇ ਪਰ ਇਹ ਕਿ ਓਵਰਆਲ ਮੈਂ ਕੋਸ਼ਿਸ਼ ਕਰਦੀ ਹਾਂ ਕਿ ਹਰ ਵਿਧਾ ਜਿਹੜੀ ਹੈ ਉਹ ਮੈਗਜ਼ੀਨ ਦੇ ਵਿੱਚ ਸ਼ਾਮਲ ਹੋਵੇ। ਤਾਂ ਮੈਂ ਉਹਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਿ ਛਪੇ ਵੀ ਤੇ ਹੁਣ ਉਹਦੇ ਵਿੱਚ ਮੇਰੀ ਵੀ ਇਹ ਚੰਗੀ ਪ੍ਰੈਕਟਿਸ ਹੁੰਦੀ ਹੈ ਕਿ ਜਦੋਂ ਲੇਖਕ ਆਮ ਤੌਰ ਤੇ ਪਹਿਲਾਂ ਤਾਂ ਅਸੀਂ ਕਾਗਜ਼ ਆਉਂਦੇ ਸੀ, ਹੁਣ ਸਾਰੇ ਆਨਲਾਈਨ ਭੇਜ ਕੇ ਵਿਹਲੇ ਹੋ ਜਾਂਦੇ। ਫਟਾਫਟ WhatsApp ਤੇ ਭੇਜਿਆ, ਮੈਟਰ ਇੰਨੀ ਜਗ੍ਹਾ ਤੇ ਖਿਲ ਰਿਹਾ ਹੁੰਦਾ। ਕੋਈ ਤਾਂ ਮੈਸੇਂਜਰ ਤੇ ਭੇਜ ਦਿੰਦਾ, ਕੋਈ ਮੇਲ ਕਰ ਦਿੰਦਾ, ਕੋਈ WhatsApp ਤੇ ਅਕਸਰ ਇੰਜ ਹੁੰਦਾ ਹੈ ਕਿ WhatsApp ਤੇ ਤੁਹਾਨੂੰ ਪਤਾ ਹਰ ਪਲ ਨਵੇਂ ਮੈਸੇਜ ਆਈ ਜਾਂਦੇ ਆ। ਤੇ ਕਈ ਵਾਰ ਉਹ ਮੈਟਰ ਇੰਨਾ ਪਿੱਛੇ ਚਲਾ ਜਾਂਦਾ ਕਿ 3 ਮਹੀਨੇ ਪਿੱਛੋਂ ਯਾਦ ਵੀ ਨਹੀਂ ਤੁਹਾਨੂੰ ਰਹਿੰਦਾ। ਸਾਰੀ ਮੈਂ ਲਿਸਟ ਵੀ ਨਹੀਂ ਹਰ ਵੇਲੇ ਜਾਂ ਮੈਂ ਲਿਸਟ ਬਣਾਉਂਦੀ ਰਹਾਂ, ਉਹ ਵੀ ਪੋਸੀਬਲ ਨਹੀਂ। ਤਾਂ ਉਹ ਲੋਕ ਨਾਰਾਜ਼ ਹੋ ਜਾਂਦੇ, ਵੇਖੋ ਜੀ ਤੁਸੀਂ ਸਾਡੀ ਰਚਨਾ ਨਹੀਂ ਛਾਪੀ, 3 ਮਹੀਨੇ ਹੋ ਗਏ ਤੇ ਮੈਨੂੰ ਯਾਦ ਭੁੱਲ ਗਿਆ ਹੁੰਦਾ ਤੇ ਨਾਰਾਜ਼ਗੀਆਂ ਹੋ ਜਾਂਦੀਆਂ। ਵੇਖੋ ਜੀ ਅੱਜ ਜਾਣ ਕੇ ਨਹੀਂ ਰਚਨਾ ਸਾਡੀ ਮਤਲਬ ਇਹ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਤੁਸੀਂ ਸਮਝਦੇ ਹੋ। ਮੇਰਾ ਖਿਆਲ ਮੈਂ ਟਾਈਮ ਜ਼ਿਆਦਾ ਨਾ ਲਵਾਂ ਕਿਉਂਕਿ ਟਾਈਮ ਦੀ ਲਿਮਿਟ ਹੈ। ਸੋ ਮੈਂ ਇਸ ਵਾਰ ਇੰਨਾ ਕੁ ਸਾਂਝਾ ਕਰਕੇ ਇੰਨਾ ਕੁ ਆਪਣੇ ਤਜਰਬੇ ਤੇ ਸ਼ੁਕਰੀਆ ਕਰਦੀ ਹਾਂ। ਥੈਂਕ ਯੂ। ਤੁਸੀਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ ਨਾਰੀ ਸੰਪਾਦਨ ਤੋਂ ਲੈ ਕੇ ਆਪਣੇ ਮੈਗਜ਼ੀਨ ਦੇ ਸਫ਼ਰ ਬਾਰੇ ਤੇ ਆਪਣੇ ਮੈਗਜ਼ੀਨ ਦੀਆਂ ਚੁਣੌਤੀਆਂ ਬਾਰੇ। ਆਪਾਂ ਅੱਗੇ ਵਧਦੇ ਹਾਂ। ਅਮਰਜੀਤ ਸਿੰਘ ਹੋਰੀ ਸਾਡੇ ਨਾਲ ਜੁੜੇ ਹੋਏ ਨੇ। ਅਮਰਜੀਤ ਸਿੰਘ ਨੌਜਵਾਨ ਸੰਪਾਦਕ ਨੇ ਪੰਜਾਬੀ ਦੇ ਵਿੱਚ, ਤੇ ਇਹਨਾਂ ਤੋਂ ਮੈਂ ਪਹਿਲਾ ਸਵਾਲ ਵੀ ਇਹੀ ਕਰੂੰਗਾ ਕਿ ਆਪਣੇ ਮੈਗਜ਼ੀਨ ਦਾ ਸਫ਼ਰ ਸਾਡੇ ਨਾਲ ਸਾਂਝਾ ਕਰਦੇ ਹੋਏ ਇਸ ਗੱਲ ਤੇ ਜ਼ਰੂਰ ਚਾਨਣਾ ਪਾਉਣ ਕਿ ਕਿੰਨੇ ਕੁ ਮੈਗਜ਼ੀਨ ਹੁਣ ਜਿਹੜੇ ਇਸ ਵੇਲੇ ਨਿਕਲ ਰਹੇ ਨੇ, ਕਿੰਨੇ ਕੁ ਮੈਗਜ਼ੀਨ ਨੌਜਵਾਨ ਨੇ ਤੇ ਕਿੰਨੇ ਕੁ ਮੈਗਜ਼ੀਨਾਂ ਦੇ ਨੌਜਵਾਨ ਸੰਪਾਦਕ ਨੇ। ਇਹ ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ ਕਿ ਮੈਗਜ਼ੀਨ ਕਿੰਨੇ ਕੁ ਨੌਜਵਾਨ ਨੇ ਹੁਣ ਤੇ ਉਹਨਾਂ ਮੈਗਜ਼ੀਨਾਂ ਦੇ ਕਿੰਨੇ ਕੁ ਸੰਪਾਦਕ ਨੇ ਜਿਹੜੇ ਨੌਜਵਾਨ ਨੇ। ਅਮਰਜੀਤ ਸਿੰਘ, ਤੁਹਾਡਾ ਸਵਾਗਤ ਹੈ ਜੀ। I am audible, Dr. Kuldeep? ਜੀ ਬਿਲਕੁਲ। ਤੁਸੀਂ ਜਿਹੜਾ ਸਵਾਲ ਪੁੱਛਿਆ ਬਹੁਤ ਹੀ ਜ਼ਿਆਦਾ ਸੀਰੀਅਸ ਕੁਐਸਚਨ ਹੈ ਤੇ ਇਹਦਾ ਜਵਾਬ ਮੈਂ ਦੇਵਾਂਗਾ ਇੱਕ ਆਪਣੀ ਗੱਲ ਦੇ ਨਾਲ ਕਿ ਜਿਹੜਾ ਨੌਜਵਾਨ ਹੋਣਾ ਭਾਵ ਲਿਵਿੰਗ ਸੰਸਾਰ ਦੇ ਵਿੱਚ ਰਹਿਣਾ ਆ ਜੀ, ਤੇ ਉਸ ਲਿਵਿੰਗ ਸੰਸਾਰ ਦੀ ਜਿਹੜੀ ਕੁਐਸਟ ਹੈ, ਜਦੋਂ ਤੱਕ ਤੁਸੀਂ ਉਹਦੇ ਵਿੱਚ ਨਹੀਂ ਰਹਿੰਦੇ ਉਦੋਂ ਤੱਕ ਤੁਸੀਂ ਜੋਬਨ ਦੇ ਉੱਤੇ ਨਹੀਂ ਆ ਸਕਦੇ। ਬਿਲਕੁਲ। ਇਸ ਕਰਕੇ ਜਿਹੜਾ ਕੋਈ ਵੀ ਮੈਗਜ਼ੀਨ ਹੈ ਉਹਦੇ ਲਈ ਸਾਰਿਆਂ ਤੋਂ ਪਹਿਲਾਂ ਮੈਂ ਇੱਕ ਥਿਓਰੈਟੀਕਲ ਜਿਹੜਾ ਪੁਆਇੰਟ ਡਾਕਟਰ ਕੁਲਦੀਪ ਉਹ ਸਾਂਝਾ ਕਰਨਾ ਚਾਹਾਂਗਾ ਕਿ ਕਿਸੇ ਵੀ ਮੈਗਜ਼ੀਨ ਪਾਸ ਜਿਹੜੀ ਉਹਦੀ ਹੈ ਨਾ ਪੋਲਿਟਿਕਸ ਹੋਣੀ ਬੜੀ ਜ਼ਰੂਰੀ ਹੈ। ਪੋਲਿਟਿਕਸ ਦਾ ਭਾਵ ਕੋਈ ਨੈਗੇਟਿਵ ਚੀਜ਼ ਨਹੀਂ ਹੈ। ਜਿਹੜੀ ਡਾਕਟਰ ਗੁਰਭਗਤ ਨੇ ਇਹਦੇ ਉੱਤੇ ਆਪਣਾ ਥੀਸਿਸ ਲਿਖਿਆ ਸੀ ਕਿ ਪੋਲਿਟਿਕਸ ਆਫ ਟ੍ਰਾਂਸਲੇਸ਼ਨ, ਵੀ ਟ੍ਰਾਂਸਲੇਸ਼ਨ ਦੀ ਪੋਲਿਟਿਕਸ ਕੀ ਹੈ, ਤੇ ਉਹਦੇ ਨਾਲ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਇੱਕ ਐਡੀਟਰ ਦੀ ਪੋਲਿਟਿਕਸ ਵੀ ਹੋਣੀ ਚਾਹੀਦੀ ਹੈ, ਉਹ ਜ਼ਰੂਰੀ ਹੈ। ਜੇਕਰ ਤੁਹਾਡੀ ਆਪਣੀ ਕੋਈ ਪੋਲਿਟਿਕਸ ਨਹੀਂ ਹੈ ਤੇ ਤੁਹਾਨੂੰ ਸਮੁੱਚਾ ਮੈਗਜ਼ੀਨ ਦਾ ਪ੍ਰਭਾਵ ਜਿਹੜਾ ਆ ਉਹ ਤੁਹਾਡੇ ਅੰਦਰ ਨਹੀਂ ਸਮਾਵੇਗਾ। ਇਸ ਕਰਕੇ ਪੋਲਿਟਿਕਸ ਨਾਲ ਇੱਕ ਪਰਸਪੈਕਟਿਵ ਬਣਦਾ, ਜਿਹੜਾ ਜਦੋਂ ਤੱਕ ਤੁਹਾਡੇ ਕੋਲ ਆਪਣੀ ਪੋਲਿਟਿਕਸ ਨਹੀਂ ਹੈ ਉਦੋਂ ਤੱਕ ਤੁਸੀਂ ਆਪਣਾ ਪਰਸਪੈਕਟਿਵ ਨਹੀਂ ਬਣਾ ਸਕਦੇ। ਪੰਜਾਬ ਦੇ ਵਿੱਚ 2 ਤਰ੍ਹਾਂ ਦੀ ਪੋਲਿਟਿਕਸ ਰਹੀ ਆ ਸਾਰੇ ਮੈਗਜ਼ੀਨਾਂ ਦੁਆਲੇ, ਇੱਕ ਮਾਰਕਸਿਜ਼ਮ ਦੀ ਤੇ ਇੱਕ ਸਿੱਖਿਜ਼ਮ ਦੀ। ਤੇ ਇਸ ਪੋਲਿਟਿਕਸ ਦੇ ਵਿੱਚ ਜਿਹੜਾ ਪਰਸਪੈਕਟਿਵ ਬਣਦਾ ਹੈ ਇਹੀ ਕਿਸੇ ਵਿਜ਼ਨ ਨੂੰ ਬਣਾਉਣ ਦੇ ਵਿੱਚ ਸਹਾਈ ਹੁੰਦਾ। ਸਾਡੀ ਜਿਹੜੀ ਸੰਪਾਦਕੀ ਹੈ ਉਹਦੇ ਵਿੱਚ ਜਿਹੜੀ ਵਿਸ਼ੇਸ਼ ਤੌਰ ਤੇ ਹੁਣ ਦੀ ਏਜ ਦੇ ਵਿੱਚ ਘਾਟ ਰਟਕ ਰਹੀ ਹੈ ਉਹ ਇਹੀ ਹੈ ਕਿ ਸਾਡੇ ਕੋਲ ਪਰਸਪੈਕਟਿਵ ਦੇ ਨਾਲ ਵਿਜ਼ਨ ਨਹੀਂ ਬਣਦਾ ਤੇ ਇਸ ਵਿਜ਼ਨ ਨਾਲ ਹੀ ਅਨੁਭਵ ਕਿਸੇ ਸੰਤੁਲਿਤ ਸਟਰਕਚਰ ਦੀ ਤਲਾਸ਼ ਕਰ ਸਕਦਾ ਹੈ। ਜੇਕਰ ਸਾਡੇ ਕੋਲ ਕੋਈ ਦ੍ਰਿਸ਼ਟੀ ਹੋਵੇਗੀ ਤਾਂ ਸਾਡਾ ਜਿਹੜਾ ਹੈ ਅਨੁਭਵ ਬੈਲੈਂਸਡ ਹੋਊਗਾ।
ਅਸੀਂ ਕਿਸੇ ਵੀ ਪੱਖ ਤੇ ਉਲਾਰੂ ਨਹੀਂ ਹੋਵਾਂਗੇ ਤੇ ਇਹੀ ਸੰਤੁਲਿਤ ਸਟਰਕਚਰ ਨਾਲ ਜਿਹੜੀ ਜਰਨੀ ਹੈ ਉਹ ਹਿਸਟਰੀ ਦੀ ਕੰਟਰੀਬਿਊਸ਼ਨ ਬਣਦੀ ਹੈ। ਸਾਡੇ ਕੋਲ ਜਿਹੜੇ ਮੈਗਜ਼ੀਨਾਂ ਦੀ ਹਿਸਟਰੀ ਬਣੀ ਹੈ, ਜਿਹੜੇ ਸਾਡੇ ਕੋਲ ਹਿਸਟੋਰੀਕਲ ਮੈਗਜ਼ੀਨ ਹਨ, ਚਾਹੇ ਉਹ ਪ੍ਰੀਤ ਲੜੀ ਹੈ, ਚਾਹੇ ਉਹ ਪੰਜ ਦਰਿਆ ਹੈ, ਚਾਹੇ ਨਾਗਮਣੀ ਹੈ, ਚਾਹੇ ਆਰਸੀ ਹੈ ਜੀ, ਚਾਹੇ ਫਿਲਹਾਲ ਹੈ, ਜਿਹੜੇ ਵੀ ਸਾਡੇ ਕੋਲ ਹਿਸਟੋਰੀਕਲ ਮੈਗਜ਼ੀਨ ਹੈ ਜਿਨ੍ਹਾਂ ਦੀ ਹਿਸਟਰੀ ਇੱਕ ਜਿਨ੍ਹਾਂ ਨੇ ਕ੍ਰੀਏਟ ਕੀਤੀ ਹੈ, ਉਹ ਇਸੇ ਕਰਕੇ ਆ ਕਿਉਂਕਿ ਉਹਨਾਂ ਦੇ ਕੋਲ ਬੈਲੈਂਸ ਸਟਰਕਚਰ ਸੀ ਤੇ ਹਿਸਟਰੀ ਦੀ ਕੰਟਰੀਬਿਊਸ਼ਨ ਹੀ ਐਕਸਪੈਰੀਮੈਂਟ ਵਿੱਚ ਉਤਰ ਸਕਦੀ ਹੈ। ਇਹ ਸਾਡੇ ਕੋਲ ਬਹੁਤ ਵੱਡੀ ਜਿਹੜੀ ਇਹਦੀ ਮਿਸਾਲ ਫਿਲਹਾਲ ਨੇ ਸਾਨੂੰ ਦਿੱਤੀ ਸੀ ਕਿ ਜਦੋਂ ਤੁਸੀਂ ਕੋਈ ਵੀ ਐਕਸਪੈਰੀਮੈਂਟ ਕਰਨਾ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਵਿਜ਼ਨ ਦੀ ਜਿਹੜੀ ਕੰਟੀਨਿਊਟੀ ਜਿਹੜੀ ਆ ਉਹ ਜ਼ਰੂਰੀ ਹੈ। ਜੋ ਤੁਸੀਂ ਵਿਜ਼ਨ ਦੀ ਕੰਟੀਨਿਊਟੀ ਨਹੀਂ ਬਣਾਉਂਦੇ ਉਦੋਂ ਤੱਕ ਤੁਸੀਂ ਕੋਈ ਇਹੋ ਜਿਹਾ ਐਕਸਪੈਰੀਮੈਂਟ ਨਹੀਂ ਕਰ ਸਕਦੇ ਜਿਹੜਾ ਕਿ ਹਿਸਟਰੀ ਬਣਾ ਸਕੇ। ਤੇ ਇਹ ਐਕਸਪੈਰੀਮੈਂਟੇਸ਼ਨ ਵਿੱਚ ਉਤਰਨਾ ਹੀ ਨਵੀਂ ਇੰਟਰਪ੍ਰੀਟੇਸ਼ਨ ਦੀ ਮੰਗ ਆ, ਜਿਹਨੂੰ ਤੁਸੀਂ ਜਿਹੜਾ ਮੈਨੂੰ ਨੌਜਵਾਨ ਲਫ਼ਜ਼ ਦੇ ਨਾਲ ਸੰਬੋਧਨ ਕੀਤਾ ਆ, ਉਹ ਇਹੀ ਇੰਟਰਪ੍ਰੀਟੇਸ਼ਨ ਦੀ ਮੌਲਿਕਤਾ ਦਾ ਰਾਜ ਆ ਜਿਹਦੇ ਵਿੱਚੋਂ ਅਸੀਂ ਕਿਸੇ ਵੀ ਚੀਜ਼ ਨੂੰ ਨਵਾਂ ਕਰ ਸਕਦੇ ਹਾਂ। ਇਹ ਮੌਲਿਕਤਾ ਹੀ ਸੰਪਾਦਕ ਦੀ ਜਿਹੜੀ ਹੈ ਉਹ ਅਗਨੀ ਪ੍ਰੀਖਿਆ ਹੈ ਤੇ ਇਹਦੇ ਵਿੱਚ ਰਹਿਣਾ ਹੀ ਅਸਲ ਦੇ ਵਿੱਚ ਜ਼ੁਬਾਨ ਹੋਣਾ ਹੈ। ਜਦੋਂ ਤੁਸੀਂ ਨੌਜਵਾਨ ਹੋਣਾ ਹੈ ਤਾਂ ਤੁਹਾਨੂੰ ਇੱਕ ਅਗਨੀ ਪ੍ਰੀਖਿਆ ਦੇ ਵਿੱਚੋਂ ਲੰਘਣਾ ਪੈਣਾ ਹੈ ਤੇ ਇਸ ਅਗਨ ਪ੍ਰੀਖਿਆ ਵਿੱਚ ਹੀ ਉਸ ਸੰਜੀਵਨੀ ਦਾ ਰਾਜ ਹੈ, ਭਾਵ ਫੈਕਟਸ ਦੀ ਚੋਣ ਅਤੇ ਕੈਟਾਗਰੀ ਵਿੱਚ ਹੀ ਐਡੀਟਰ ਦੀ ਆਤਮਾ ਦਾ ਘੜਿਆ ਜਾਣਾ ਹੈ। ਜਿਹੜਾ ਐਡੀਟਰ ਹੈ ਉਹਦੀ ਆਤਮਾ ਜਦੋਂ ਤੱਕ ਮੈਗਜ਼ੀਨ ਦੀ ਸਮੁੱਚਤਾ ਦੇ ਵਿੱਚ ਘੜੀ ਨਹੀਂ ਜਾਂਦੀ ਉਦੋਂ ਤੱਕ ਤੁਹਾਡੇ ਕੋਲ ਨਵੇਂਪਨ ਦਾ ਅਹਿਸਾਸ ਨਹੀਂ ਹੁੰਦਾ। ਨੌਜਵਾਨੀ ਬੇਸਿਕਲੀ ਨਵਾਂਪਨ ਹੀ ਹੈ। ਜਦੋਂ ਤੁਸੀਂ ਨਵੇਂਪਨ ਤੋਂ ਦੂਰ ਚਲ ਜਾਂਦੇ ਆ ਇਹਦਾ ਭਾਵ ਹੈ ਕਿ ਤੁਸੀਂ ਨੌਜਵਾਨੀ ਦੇ ਤੋਂ ਦੂਰ ਜਾ ਰਹੇ ਆ। ਜਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਵੀ ਆ ਕਿ ਜੋਬਨ ਜਾਂਦੇ ਨਾ ਡਰਾਂ ਜੇ ਸ਼ੌਕ ਪ੍ਰੀਤ ਨਾ ਜਾਏ। ਭਾਵ ਇਹਦਾ ਇਹ ਆ ਕਿ ਜਦੋਂ ਤੱਕ ਤੁਹਾਡੇ ਕੋਲ ਕਲੈਕਟਿਵ ਐਕਸਰਸਾਈਜ਼ ਹੈਗੀ ਆ ਜਿਹੜੀ ਕਿ ਤੁਹਾਡੀ ਤਾਕਤ ਬਣਦੀ ਆ ਤੇ ਉਹ ਕਲੈਕਟਿਵ ਐਕਸਰਸਾਈਜ਼ ਤੁਹਾਡੇ ਕਰਮ ਦੇ ਵਿੱਚ ਉਤਰਦੀ ਆ ਤੇ ਉਹਦੇ ਨਾਲ ਤੁਸੀਂ ਗਿਆਨ ਬਣਾਉਂਦੇ ਆ, ਉਦੋਂ ਤੱਕ ਤੁਹਾਡੇ ਕੋਲ ਕੋਈ ਸ਼ਕਤੀ ਰਹਿੰਦੀ ਆ ਜਿਹਦੇ ਨਾਲ ਤੁਸੀਂ ਲਗਾਤਾਰ ਕਿਸੇ ਚੀਜ਼ ਨੂੰ ਕਰਦੇ ਆ। ਜਦੋਂ ਤੁਹਾਡੇ ਕੋਲ ਸ਼ਕਤੀ ਚਲੀ ਜਾਂਦੀ ਆ ਜਿਹਦੇ ਨਾਲ ਤੁਸੀਂ ਲਗਾਤਾਰ ਕਿਸੇ ਚੀਜ਼ ਨੂੰ ਕਰਨਾ ਆ, ਉਦੋਂ ਫਿਰ ਤੁਹਾਡੇ ਅੰਦਰ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਇੱਕ ਖਾਸ ਜਗ੍ਹਾ ਤੇ ਜਾ ਕੇ ਥੱਕ ਜਾਂਦੇ ਆ ਤੇ ਅੱਕਣਾ ਸ਼ੁਰੂ ਕਰ ਦਿੰਦੇ ਆ। ਸਾਡਾ ਜਿਹੜਾ ਮੈਗਜ਼ੀਨ ਦਾ ਇਸ ਵੇਲੇ ਰੂਪ ਬਣ ਰਿਹਾ ਉਹਦੇ ਵਿੱਚ ਬੰਦਾ ਥੱਕ ਵੀ ਰਿਹਾ ਤੇ ਅੱਕ ਵੀ ਰਿਹਾ ਆ। ਅੱਕ ਉਹ ਇਸ ਕਰਕੇ ਰਿਹਾ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਆਪਣੇ ਥਿਓਰੈਟੀਕਲ ਨੁਕਤੇ ਦੇ ਵਿੱਚ ਗੱਲ ਵੀ ਕੀਤੀ ਹੈ ਕਿ ਇਹ ਸਾਡੇ ਕੋਲ ਕੋਈ ਪੋਲਿਟਿਕਸ ਨਹੀਂ ਹੈ। ਜੇ ਸਾਡੀ ਪੋਲਿਟਿਕਸ ਹੋਵੇ ਤਾਂ ਅਸੀਂ ਜਿਹੜਾ ਆ ਉਹ ਇਸ ਸੰਪਾਦਨ ਦੇ ਕਾਰਜ ਨੂੰ ਇੱਕ ਭਾਰ ਵਾਂਗੂ ਨਾ ਲਈਏ। ਹੁਣ ਸਾਡਾ ਜਿਹੜਾ ਸੰਪਾਦਨ ਦਾ ਕਾਰਜ ਹੈ ਉਹ ਇੱਕ ਭਾਰ ਵੀ ਬਣਦਾ ਜਾ ਰਿਹਾ, ਇੱਕ ਲਗਾਤਾਰ ਵੱਡਾ ਬੋਝ ਬਣਦਾ ਜਾ ਰਿਹਾ। ਅਸੀਂ ਉਸ ਬੋਝ ਤੋਂ ਕਿਸ ਤਰ੍ਹਾਂ ਮੁਕਤ ਹੋਣਾ ਆ ਉਹਦੇ ਲਈ ਜਿਹੜਾ ਮੈਂ ਸੋਚਦਾ ਉਹ ਇਹ ਸੋਚਦਾ ਕਿਉਂਕਿ ਮੇਰਾ ਜਿਹੜਾ ਮੈਗਜ਼ੀਨ ਹੈ ਉਹਦੀ ਇੱਕ ਆਪਣੀ ਪੋਲਿਟਿਕਸ ਹੈ ਜੀ ਤੇ ਇਸ ਪੋਲਿਟਿਕਸ ਦੇ ਵਿੱਚ ਹੀ ਜਿਹੜੀ ਖਾਸ ਤਰ੍ਹਾਂ ਦੀ ਕੰਡੀਸ਼ਨ ਹੈ ਉਹ ਰਿਜ਼ੋਲਵ ਹੁੰਦੀ ਹੈ। ਭਾਵ ਕਿ ਹੁਣ ਜਿਹੜੀ ਨਵੀਂ ਕੰਡੀਸ਼ਨ ਬਣ ਰਹੀ ਆ ਸਾਰੇ ਮੈਗਜ਼ੀਨਾਂ ਉੱਤੇ, ਜਿਹੜਾ ਕਿ ਹੁਣ ਵੀ ਆਪਾਂ ਦੇਖਦੇ ਹਾਂ ਕਿ ਬੜੇ ਸਮੇਂ ਬਾਅਦ ਹੁਣ ਦੁਬਾਰਾ ਫਿਰ ਸੁਸ਼ੀਲ ਹੁਣਾਂ ਨੇ ਕੱਢਿਆ ਆ, ਉਹਦੀ ਵੀ ਇੱਕ ਕੰਡੀਸ਼ਨ ਬਣ ਗਈ ਸੀ ਜਿਹਨੂੰ ਕਿ ਸਮੇਂ ਦੇ ਕਵਚ ਨੇ ਜਿਹੜਾ ਹੈ ਉਹ ਧਾਰਨ ਕਰ ਲਿਆ ਸੀ ਤੇ ਸੁਸ਼ੀਲ ਹੁਣਾਂ ਨੇ ਉਹਨੂੰ ਤੋੜਨ ਦੇ ਲਈ ਉਸ ਕੰਡੀਸ਼ਨ ਤੋਂ ਮੁਕਤ ਹੋਣ ਦੇ ਲਈ ਉਹਨਾਂ ਛਿਣਾਂ ਨੂੰ ਦੁਬਾਰਾ ਜਿਹੜਾ ਆ ਪਕੜਿਆ ਆ ਜਿਹੜੇ ਕਿ ਹੁਣ ਦੀ ਏਜ ਦੇ ਵਿੱਚ ਨਵੀਂ ਤਰ੍ਹਾਂ ਦੀ ਜਿਹੜੀ ਹੈ ਉਹ ਊਰਜਾ ਪੈਦਾ ਕਰਦੇ ਆ। ਤੇ ਉਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਪੁਆਇੰਟ ਇਹ ਆ ਕਿ ਜਿਹੜਾ ਖਾਸ ਕਰਕੇ ਕਿਸੇ ਵੀ ਪੋਲਿਟਿਕਸ ਦੇ ਵਿੱਚ ਸ਼ਾਮਲ ਹੁੰਦਾ ਆ ਉਹ ਨਵੀਆਂ ਸੰਭਾਵਨਾਵਾਂ ਤਹਿਤ ਨਵੀਂ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਜਿੱਦਾਂ ਸੁਸ਼ੀਲ ਹੁਣਾਂ ਨੇ ਜਿਹੜੀ ਸਾਰਿਆਂ ਤੋਂ ਜ਼ਿਆਦਾ ਮਿਹਨਤ ਕੀਤੀ ਆ ਜਿਸ ਕੰਮ ਤੇ ਉਹ ਕੀਤੀ ਆ ਇੰਟਰਵਿਊ ਤੇ, ਜਿਹੜੀ ਉਹਨਾਂ ਦੀ ਇੰਟਰਵਿਊ ਦੀ ਇੰਟਰਪ੍ਰੀਟੇਸ਼ਨ ਹੈ ਤੇ ਉਹਨਾਂ ਦੀ ਐਕਸਪੈਰੀਮੈਂਟੇਸ਼ਨ ਹੈ ਉਹ ਬਹੁਤ ਜਿਹੜੀ ਕਮਾਲ ਦੀ ਆ ਤੇ ਵੱਡੀ ਆ, ਜਿਹੜੀ ਕਿ ਉਸ ਨੂੰ ਲਗਾਤਾਰ ਸ਼ੈੱਲ ਤੋੜਨ ਦੇ ਲਈ ਮਜਬੂਰ ਕਰਦੀ ਆ ਤੇ ਉਹ ਲਗਾਤਾਰ ਸ਼ੈੱਲ ਤੋੜ ਕੇ ਬਾਹਰ ਆਉਂਦੇ ਆ ਤੇ ਬਹੁਤ ਵੱਡੀ ਜਿਹੜੀ ਆ ਇਹ ਗੱਲ ਹੈ ਜਿਹੜਾ ਉਹਨਾਂ ਨੇ ਸ਼ੈੱਲ ਤੋੜਿਆ ਆ। ਇਹਦੇ ਲਈ ਅਸੀਂ ਸਾਰੇ ਹੀ ਜਿਹੜੀ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਐਪਰੀਸ਼ੀਏਟ ਵੀ ਕਰਦੇ ਆ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਕੋਈ ਵੀ ਮੈਗਜ਼ੀਨ ਨਿਕਲਦਾ ਆ ਉਹ ਸਾਡੇ ਜਿਹੜੇ ਕੰਪੀਟੀਟਰ ਨਹੀਂ ਹੈਗੇ, ਉਹ ਸਾਡੇ ਜਿਹੜੇ ਆ ਸਹਿਯੋਗੀ ਆ। ਬਿਲਕੁਲ
ਜਿਹੜਾ ਹਰ ਇੱਕ ਮੈਗਜ਼ੀਨ ਆ ਉਹ ਦੂਸਰੇ ਮੈਗਜ਼ੀਨ ਦਾ ਸਹਿਯੋਗੀ ਆ। ਜਦੋਂ ਤੁਸੀਂ ਸਹਿਯੋਗ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਤੇ ਤੁਸੀਂ ਸਦਾ ਹੀ ਜਵਾਨ ਰਹਿੰਦੇ ਆ। ਜਦੋਂ ਤੁਸੀਂ ਸਹਿਯੋਗ ਤੋਂ ਵਿਹੂਣੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ, ਭਾਵ ਕਿ ਤੁਸੀਂ ਆਪਣੇ ਵਿਅਕਤੀਗਤ ਆਪੇ ਨੂੰ ਫਾਈਨਲ ਮੰਨ ਕੇ ਕੰਮ ਕਰਦੇ ਆ, ਫਿਰ ਤੁਹਾਡੀ ਆਪਣੀ ਲਿਮਿਟੇਸ਼ਨ ਬਣ ਜਾਂਦੀ ਆ। ਇੱਕ ਥੋੜਾ ਜਿਹਾ ਗੁਰਬਚਨ ਹੋਣਾ ਨਾਲ ਮੇਰੀ ਇਸ ਗੱਲ ਤੇ ਗੱਲ ਹੋਈ ਸੀ ਕਿ ਉਹਨਾਂ ਨੇ ਵੀ ਆਪਣੇ ਜਿਹੜਾ ਫਿਲਹਾਲ ਨੂੰ ਇੱਕ ਵਿਅਕਤੀਗਤ ਪੋਜੀਸ਼ਨ ਤੇ ਲਿਆ ਕੇ ਖੜਾ ਕਰ ਦਿੱਤਾ। ਜਦੋਂ ਤੱਕ ਉਹ ਸਹਿਯੋਗ ਦੇ ਵਿੱਚ ਸੀ ਤਾਂ ਫਿਲਹਾਲ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਆ। ਫਿਲਹਾਲ ਦੇ ਬੰਦ ਹੋਣ ਦਾ ਵੀ ਜਿਹੜਾ ਮੈਨੂੰ ਲੱਗਦਾ ਵੱਡਾ ਕਾਰਨ ਉਹ ਇਹ ਆ ਕਿ ਉਹਨਾਂ ਨੇ ਆਪਣੇ ਆਪ ਨੂੰ ਬਜ਼ੁਰਗੀ ਦੇ ਹਵਾਲੇ ਕਰ ਦਿੱਤਾ, ਭਾਵ ਕਿ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਛੱਡ ਦਿੱਤਾ, ਜਿਹੜੀ ਕਿ ਉਹਨਾਂ ਨੂੰ ਇੱਕ ਕ੍ਰੀਏਟਿਵ ਐਕਸਰਸਾਈਜ਼ ਦੇ ਵਿੱਚ ਲਗਾਤਾਰ ਰੱਖਦੀ ਸੀ। ਤੇ ਹੁਣ ਦੀ ਜਿਹੜੀ ਏਜ ਹੈਗੀ ਡਾਕਟਰ ਕੁਲਦੀਪ, ਕਿ ਇਹਦੇ ਵਿੱਚ ਜਿਹੜਾ ਕੁਐਸਚਨ ਨੂੰ ਡੀਲ ਕਰਨਾ ਬਹੁਤ ਔਖਾ ਆ। ਕਿਸੇ ਵੀ ਤਰ੍ਹਾਂ ਦਾ ਕੁਐਸਚਨ ਜਿਹੜਾ ਤੁਹਾਡੇ ਕੋਲ ਆਵੇ ਉਹਨੂੰ ਡੀਲ ਕਰਨ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਆ ਉਹ ਬੰਦੇ ਕੋਲ ਸਬਰ ਚਾਹੀਦਾ, ਤੇ ਉਸ ਸਬਰ ਦੇ ਵਿੱਚ ਤੁਸੀਂ ਤਾਂ ਆਉਨੇ ਆ ਜੇਕਰ ਤੁਹਾਡੀ ਕਿਸੇ ਸੰਵਾਦ ਦੇ ਵਿੱਚ ਐਕਸਰਸਾਈਜ਼ ਹੈਗੀ ਆ। ਹੁਣ ਜਿਹੜਾ ਪੰਜਾਬ ਦੇ ਵਿੱਚ ਨਵਾਂ ਸੰਵਾਦ ਸ਼ੁਰੂ ਹੋਇਆ, ਜਿਹਦੇ ਵਿੱਚ ਪੰਜਾਬੀਅਤ ਨਵੀਂ ਤਰ੍ਹਾਂ ਡਿਸਕਸ ਹੋ ਰਹੀ ਆ, ਉਹਦੇ ਵਿੱਚ ਸਾਡੇ ਮੈਗਜ਼ੀਨਾਂ ਨੇ ਬਹੁਤ ਵੱਡੀ ਜਿਹੜੀ ਆ ਕੰਟਰੀਬਿਊਸ਼ਨ ਨਿਭਾਈ ਆ। ਨਵੀਂ ਤਰ੍ਹਾਂ ਦੀ ਪੰਜਾਬੀਅਤ, ਨਵੀਂ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਦੇ ਨਾਲ ਕਿਸ ਤਰ੍ਹਾਂ ਆਪਣੀ ਹਾਜ਼ਰੀ ਲਗਾਉਂਦੀ ਆ, ਭਾਵੇਂ ਕਿ ਉਹ ਕੋਈ ਵਿਚਾਰਧਾਰਾ ਸੀ, ਭਾਵੇਂ ਕੋਈ ਸਿਰਜਣ ਪ੍ਰਕਿਰਿਆ ਸੀ, ਉਹਦੇ ਵਿੱਚ ਨਵੀਂ ਤਰ੍ਹਾਂ ਦੀ ਪੰਜਾਬੀਅਤ ਹੁਣ ਘੜੀ ਜਾ ਰਹੀ ਹੈ। ਤੇ ਉਹਦੇ ਵਿੱਚ ਹਰ ਇੱਕ ਮੈਗਜ਼ੀਨ ਨੇ ਆਪਣੀ ਜਿਹੜੀ ਆ ਪੋਜੀਸ਼ਨ ਨਿਰਧਾਰਿਤ ਕੀਤੀ ਆ ਤੇ ਅਧੂਰੇ ਸੰਵਾਦ ਨੂੰ ਪੂਰਨ ਕਰਨ ਲਈ ਲਗਾਤਾਰ ਖੋਜ ਅਤੇ ਪ੍ਰਯੋਗ ਦੇ ਅਭਿਆਸ ਵਿੱਚ ਆਪਣੇ ਆਪ ਨੂੰ ਪਾਇਆ। ਉਹਦੇ ਵਿੱਚ ਭਾਵੇਂ ਕਿ ਤਾਸਮਾਨ ਮੈਗਜ਼ੀਨ ਆਇਆ ਤੇ ਭਾਵੇਂ ਕਿ ਉਸ ਤੋਂ ਜਿਹੜਾ ਆ ਨਾਲ ਹੀ ਮੈਗਜ਼ੀਨ ਪ੍ਰੀ ਪੋਲਿਟਿਕਸ ਆਇਆ। ਇਹ ਜਿਹੜੇ ਦੋ ਹੁਣ ਸਪੇਸ ਨਵੀਂ ਕ੍ਰੀਏਟ ਹੋਈ ਆ ਇਹਨਾਂ ਮੈਗਜ਼ੀਨਾਂ ਦੇ ਲਈ, ਇਹਨਾਂ ਦੇ ਲਈ ਅਸੀਂ ਤਾਂ ਜ਼ਿਆਦਾ ਇਹਨਾਂ ਸੰਪਾਦਕਾਂ ਨੂੰ ਦੇ ਰਿਣੀ ਆ, ਕਿਉਂਕਿ ਇਹਨਾਂ ਨੇ ਇੱਕ ਨਵੀਂ ਤਰ੍ਹਾਂ ਦੀ ਸਪੇਸ ਖੋਲੀ ਆ, ਭਾਵੇਂ ਕਿ ਉਹ ਅਨੁਵਾਦ ਦੇ ਖੇਤਰ ਦੇ ਵਿੱਚ ਖੋਲੀ ਆ ਤੇ ਤਾਸਮਾਨ ਨੇ ਜਿਹੜਾ ਹੈ ਉਹ ਲਹਿੰਦੇ ਪੰਜਾਬ ਤੋਂ ਖੋਲੀ ਆ। ਇਹ ਬਹੁਤ ਵੱਡੀ ਜਿਹੜੀ ਆ ਇਹਨਾਂ ਦੋਨਾਂ ਮੈਗਜ਼ੀਨਾਂ ਦੀ ਕੰਟਰੀਬਿਊਸ਼ਨ ਹੈ। ਸਾਡੇ ਬਹੁਤੇ ਜਿਹੜੇ ਆ ਉਹ ਸੰਪਾਦਕ ਡਰਦੇ ਆ ਦੂਜੇ ਮੈਗਜ਼ੀਨਾਂ ਦਾ ਨਾਂ ਲੈਣ ਨੂੰ। ਸਾਨੂੰ ਡਰਨਾ ਨਹੀਂ ਚਾਹੀਦਾ ਦੂਜੇ ਮੈਗਜ਼ੀਨਾਂ ਦਾ ਨਾਂ ਲੈਣ ਲਈ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ। ਬਹੁਤ ਅੱਛੇ, ਬਹੁਤ ਅੱਛੇ। ਜਦੋਂ ਤੱਕ ਅਸੀਂ ਦੂਸਰੇ ਬੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਉਦੋਂ ਤੱਕ ਤੁਹਾਡੇ ਅੰਦਰ ਉਹ ਪੋਜ਼ਿਟਿਵਿਟੀ ਨਹੀਂ ਆਉਂਦੀ ਜਿਹੜੀ ਕਿ ਹੁਣ ਦੀ ਏਜ ਦੇ ਵਿੱਚ ਕੁਐਸਚਨ ਨੂੰ ਡੀਲ ਕਰ ਸਕੇ। ਜਿਹੜਾ ਜ਼ਿਕਰ ਕਰ ਰਿਹਾ ਕਿ ਸਾਡੀ ਪੋਲਿਟਿਕਸ ਜਿਹੜੀ ਹੈ ਮੈਗਜ਼ੀਨ ਦੀ, ਉਹ ਇੱਕ ਤਾਂ ਸਾਡੀ ਇੰਡੀਵਿਜੂਅਲ ਪੋਲਿਟਿਕਸ ਹੈ ਮੈਗਜ਼ੀਨ ਦੀ, ਦੂਸਰਾ ਸਾਡੀ ਇੱਕ ਕਲੈਕਟਿਵ ਪੋਲਿਟਿਕਸ ਵੀ ਹੈ, ਜਿਹੜੇ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਡੀਲ ਕਰਨਾ ਹੈ, ਜਿਹਦੇ ਨਾਲ ਹੀ ਅਸੀਂ ਕੋਈ ਥੀਸਿਸ ਬਣਾ ਸਕਦੇ ਹਾਂ ਕਲੈਕਟਿਵ ਰੂਪ ਦੇ ਵਿੱਚ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਪੰਜਾਬੀਅਤ ਦਾ ਥੀਸਿਸ ਦੱਸਿਆ ਜਿਹੜਾ ਕਿ ਸਾਰੇ ਮੈਗਜ਼ੀਨ ਬਣਾ ਰਹੇ ਆ, ਉਹ ਭਾਵੇਂ ਕਿ ਸੁਚੇਤ ਰੂਪ ਦੇ ਵਿੱਚ ਹੋਣ ਭਾਵੇਂ ਅਚੇਤ ਰੂਪ ਦੇ ਵਿੱਚ ਹੋਣ, ਸਾਰੇ ਹੀ ਮੈਗਜ਼ੀਨ ਜਿਹੜੇ ਆ ਉਹ ਪੰਜਾਬੀਅਤ ਦਾ ਨਵਾਂ ਥੀਸਿਸ ਘੜ ਰਹੇ ਆ। ਮੈਂ ਜਦੋਂ ਮੇਰੇ ਨਾਲ ਬਹੁਤ ਸਾਰੇ ਸੰਪਾਦਕਾਂ ਦੀ ਗੱਲ ਜਿਹੜੀ ਹੁੰਦੀ ਹੈ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਕੰਮ ਕਰਦੇ ਆ, ਜਿਹਦੇ ਵਿੱਚ ਸਿੱਖ ਫਾਰਮੇਸ਼ਨ ਇੱਕ ਮੈਗਜ਼ੀਨ ਜਿਹੜਾ ਉਹ ਅਮਰੀਕਾ ਤੋਂ ਮਿਸ਼ੀਗਨ ਯੂਨੀਵਰਸਿਟੀ ਤੋਂ ਨਿਕਲਦਾ, ਉਹਦੇ ਵਿੱਚ ਵੀ ਜਿਹੜੀ ਆ ਉਹ ਨਵੀਂ ਤਰ੍ਹਾਂ ਦੀ ਉਹ ਪੰਜਾਬੀਅਤ ਬਣਾ ਰਹੇ ਆ। ਸਾਡਾ ਡਾਇਲੋਗ ਜਿਹੜਾ ਹੈ ਉਸ ਸੰਵਾਦ ਦੇ ਨਾਲ ਲਗਾਤਾਰ ਚਾਹੀਦਾ ਹੈ, ਜਿਹਦੇ ਵਿੱਚੋਂ ਨਵੀਂ ਤਰ੍ਹਾਂ ਦੀ, ਜਿਸ ਤਰ੍ਹਾਂ ਰੈਣਾ ਸਾਹਿਬ ਬੈਠੇ ਸਾਡੇ ਕੋਲ, ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਪੰਜਾਬੀਅਤ ਬਣ ਰਹੀ ਆ, ਜਿਹਦੇ ਵਿੱਚ ਉਹਦੇ ਵਿੱਚ ਨਵੀਂ ਇੰਟਰਪ੍ਰੀਟੇਸ਼ਨ ਪਾਈ ਜਾ ਰਹੀ ਆ, ਉਹਨੂੰ ਅਸੀਂ ਕਿਸ ਤਰ੍ਹਾਂ ਰਿਜ਼ੋਲਵ ਕਰ ਸਕਦੇ ਹਾਂ ਆਪਣੇ ਮੈਗਜ਼ੀਨ ਦੇ ਰਾਹੀਂ, ਚਾਹੇ ਉਹ ਕ੍ਰੀਏਟਿਵ ਪ੍ਰੋਸੈਸ ਹੈ, ਚਾਹੇ ਉਹ ਸਾਡਾ ਆਲੋਚਨਾ ਦਾ ਪ੍ਰੋਸੈਸ ਹੈ। ਤੇ ਜਿਹੜਾ ਸਾਡੇ ਕੋਲ ਕੁਐਸਚਨ ਆ ਹੁਣ ਦੀ ਏਜ ਵਿੱਚ, ਇਹ ਮੈਗਜ਼ੀਨ ਸਾਹਮਣੇ ਬੁਨਿਆਦੀ ਚੈਲੰਜ ਵੀ ਬਣ ਰਿਹਾ ਆ ਤੇ ਉਹਦੇ ਵਿੱਚ ਜਿਹੜਾ ਵਿਸ਼ਵ ਡਾਇਲੋਗ ਹੈ ਉਹਦੀ ਵੀ ਪਛਾਣ ਲਗਾਤਾਰ ਸਾਡੇ ਕੋਲ ਹੋ ਰਹੀ ਆ। ਉਸ ਅੰਦਰ ਆਪਣੇ ਡਾਇਲੋਗ ਦੀ ਸੰਤੁਲਿਤ ਵਿਆਖਿਆ ਨੂੰ ਅਸੀਂ ਕਿੱਦਾਂ ਰੱਖਣਾ ਆ ਅਤੇ ਉਸ ਡਾਇਲੋਗ ਨੂੰ ਕੰਟਰੀਬਿਊਟ ਵੀ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਹੁਣ ਦੇ ਡਾਇਲੋਗ ਵਿੱਚ ਮਲਟੀਪਲ ਲੇਅਰਸ ਅਤੇ ਅਨੰਤ ਵਿਚਾਰਧਾਰਾਵਾਂ ਦੇ ਸੰਘਣੇ ਟਕਰਾਅ ਸ਼ਾਮਲ ਆ ਜੀ। ਇਹ ਡਾਕਟਰ ਕੁਲਦੀਪ ਜੀ ਬਹੁਤ ਜਿਹੜਾ ਇੰਪੋਰਟੈਂਟ ਹੁਣ ਦੀ ਏਜ ਦੇ ਵਿੱਚ ਸਮਝਣ ਦੇ ਲਈ ਨੁਕਤਾ ਆ ਸਾਡੇ ਕੋਲ, ਕਿ ਜਿਹੜੇ ਮਲਟੀਪਲ ਲੇਅਰਸ ਦੇ ਨਾਲ ਤੁਸੀਂ ਵੀ ਲਗਾਤਾਰ ਜਿਹੜਾ ਆ ਉਹ ਇਸ ਨਾਲ ਦੋ ਚਾਰ ਹੁੰਦੇ ਆ ਹੁਣ ਦੀ ਏਜ ਦੀ ਕੁਐਸਚਨਸ ਦੇ ਨਾਲ, ਜਿਹੜੀਆਂ ਮਲਟੀਪਲ ਲੇਅਰਸ ਸਾਡੇ ਸਿੰਬਲਸ ਦੁਆਲੇ ਬਣ ਰਹੀਆਂ ਆ, ਕਿਉਂਕਿ ਇਹਦੇ ਨਾਲ ਸਾਡੇ ਸਿੰਬਲਸ ਵੀ ਲਗਾਤਾਰ ਟੁੱਟ ਰਹੇ ਆ, ਸਾਡੇ ਪੰਜਾਬੀਅਤ ਦੇ ਸਿੰਬਲ ਲਗਾਤਾਰ ਟੁੱਟ ਰਹੇ ਆ। ਉਹਦੇ ਨਾਲ ਵੀ ਅਸੀਂ ਆਪਣੇ ਆਪ ਨੂੰ ਸਾਬਤ ਰੂਪ ਦੇ ਵਿੱਚ ਨਹੀਂ ਖੜਾ ਕਰ ਰਹੇ। ਸਾਡੇ ਸਾਰੇ ਸੰਪਾਦਕਾਂ ਦਾ ਆਪਣੀ ਸੰਪਾਦਕੀ ਰਾਹੀਂ ਇਹ ਕੰਮ ਬਣਦਾ ਹੈ
ਕਿ ਅਸੀਂ ਆਪਣੇ ਆਪ ਨੂੰ ਸਾਬਤ ਰੂਪ ਦੇ ਵਿੱਚ ਖੜਾ ਕਰ ਸਕੀਏ, ਕਿਉਂਕਿ ਪੁਰਾਣੇ ਜਿਹੜੇ ਸੰਪਾਦਕ ਆ ਉਹ ਮੰਨਦੇ ਸੀਗੇ ਕਿ ਜਦੋਂ ਤੱਕ ਤੁਸੀਂ ਆਪਣੀ ਸੰਪਾਦਕੀ ਦੇ ਜ਼ੋਰ ਦੇ ਨਾਲ ਉਹਨੂੰ ਨਹੀਂ ਤੋੜਦੇ, ਉਦੋਂ ਤੱਕ ਉਹ ਸ਼ੈੱਲ ਜਿਹੜੇ ਆ ਉਹ ਲਗਾਤਾਰ ਉਸੇ ਤਰ੍ਹਾਂ ਬਣੇ ਰਹਿੰਦੇ ਆ। ਇਸ ਕਰਕੇ ਮੇਰਾ ਸਵਾਲ ਜਿਹੜਾ ਆ ਉਹ ਲੰਬਾ ਹੋ ਗਿਆ ਤੁਹਾਡੇ ਜਵਾਬ ਦਿੰਦੇ, ਕਿ ਨੌਜਵਾਨੀ ਜਿਹੜੀ ਹੈ ਉਹ ਉਦੋਂ ਹੀ ਸਾਡੇ ਕੋਲ ਆਵੇਗੀ ਜਦੋਂ ਅਸੀਂ ਪੂਰਨ ਰੂਪ ਦੇ ਵਿੱਚ ਕਿਸੇ ਡਾਇਲੋਗ ਦੇ ਵਿੱਚ ਆਵਾਂਗੇ। ਬਹੁਤ ਅੱਛੇ, ਬਹੁਤ ਅੱਛੇ। ਤੁਸੀਂ ਬਹੁਤ ਹੀ ਗੰਭੀਰ ਜਿਹੜਾ ਥਿਓਰੈਟੀਕਲ ਪਰਸਪੈਕਟਿਵ ਕਲੀਅਰ ਕੀਤਾ ਕਿ ਹਰ ਮੈਗਜ਼ੀਨ ਦੇ ਸੰਪਾਦਕ ਦੀ ਆਪਣੀ ਇੱਕ ਪੋਲਿਟਿਕਸ ਹੁੰਦੀ ਹੈ, ਉਹਦਾ ਇੱਕ ਪਰਸਪੈਕਟਿਵ ਹੁੰਦਾ ਹੈ, ਉਹਦੀ ਇੱਕ ਆਈਡੀਓਲੋਜੀ ਹੁੰਦੀ ਹੈ ਜਿਹਦੇ ਵਿੱਚੋਂ ਉਸਨੇ ਰੌਸ਼ਨੀ ਲੈਣੀ ਹੁੰਦੀ ਹੈ ਤੇ ਅੱਗੇ ਰੌਸ਼ਨੀ ਦੇਣੀ ਹੁੰਦੀ ਹੈ। ਸੋ ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ। ਆਪਾਂ ਇਹਦੇ ਸੈਕੰਡ ਰਾਉਂਡ ਵੱਲ ਆਉਣੇ ਆ ਤੇ ਮੈਂ ਆਸ ਕਰੂੰਗਾ ਕਿ ਆਪਾਂ ਥੋੜਾ ਜਿਹਾ ਸੰਖੇਪ ਗੱਲਬਾਤ ਕਰਾਂਗੇ ਕਿਉਂਕਿ ਆਪਣੇ ਕੋਲੇ ਸਮਾਂ ਹੁਣ ਥੋੜਾ ਹੈ। ਮੈਂ ਬਲਜੀਤ ਰਾਣਾ ਹੋਰਾਂ ਤੋਂ ਇਹ ਕੁਐਸਚਨ ਉਹਨਾਂ ਨੇ ਪਹਿਲਾਂ ਵੀ ਟੱਚ ਕੀਤਾ ਸੀ ਆਪਣੀ ਗੱਲ ਦੇ ਵਿੱਚ, ਪਰ ਮੈਂ ਉਹ ਤੇ ਇੱਕ ਵਿਸ਼ੇਸ਼ ਗੱਲਬਾਤ ਇਹਨਾਂ ਤੋਂ ਚਾਹੂੰਗਾ ਦੁਬਾਰਾ ਫੇਰ ਕਿ ਰੈਫਰੀ ਜਨਰਲ ਜਿਹੜਾ ਇਸ ਵੇਲੇ ਨਵੀਂ ਟਰਮ ਨਵੀਂ ਟੈਕਨੋਲੋਜੀ ਸਾਡੇ ਕੋਲੇ ਆਈ ਹੈ ਜਾਂ UGC ਵੱਲੋਂ ਆਈ ਹੈ ਜਾਂ ਕਿਸ ਰੂਪ ਦੇ ਵਿੱਚ ਆਈ ਹੈ, ਇਹਦੇ ਬਹੁਤ ਸਾਰੇ ਪਹਿਲੂ ਨੇ। ਅਕਸਰ ਹੀ ਕਿਹਾ ਜਾਂਦਾ ਕਿ ਇਹਨੇ ਸਾਹਿਤਕ ਪ੍ਰਦੂਸ਼ਣ ਦੇ ਵਿੱਚ ਵੀ ਵਾਧਾ ਕੀਤਾ ਹੈ। ਬਹੁਤ ਲੋਕ ਆਪਣੀਆਂ ਜੌਬ ਦੀਆਂ ਲੋੜਾਂ ਕਰਕੇ, ਆਪਣੀਆਂ ਰਿਸਰਚ ਦੀਆਂ ਲੋੜਾਂ ਕਰਕੇ ਜੋ ਕੁਝ ਵੀ ਉਹਨਾਂ ਨੂੰ ਲੱਗਦਾ ਹੈ ਕੱਚਾ ਪਿੱਲਾ ਪੱਕਾ, ਉਹ ਮਤਲਬ ਮੈਗਜ਼ੀਨਾਂ ਵੱਲ ਛਪਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਤੁਸੀਂ ਪਿਛਲੀ ਗੱਲਬਾਤ ਦੇ ਵਿੱਚ ਇਹ ਗੱਲ ਐਡਮਿਟ ਵੀ ਕੀਤੀ ਹੈ ਕਿ ਤੁਹਾਡੇ ਇਹ ਮਨਸ਼ੇ ਨਹੀਂ ਸੀ ਜਿਸ ਤਰ੍ਹਾਂ ਦਾ ਮੈਗਜ਼ੀਨ ਤੁਸੀਂ ਹੁਣ ਕੱਢ ਰਹੇ ਹੋ। ਕਿ ਰੈਫਰੀਡ ਜਨਰਲ ਪੰਜਾਬੀ ਮੈਗਜ਼ੀਨਾਂ ਦਾ ਕੋਈ ਨਵਾਂ ਵਿਸਥਾਰ ਹੈ ਜਾਂ ਪੰਜਾਬੀ ਮੈਗਜ਼ੀਨਾਂ ਦੀਆਂ ਨਵੀਆਂ ਸੀਮਾਵਾਂ ਬਣੀਆਂ ਨੇ ਰੈਫਰੀਡ ਜਨਰਲ ਨਾਲ? ਇਹਦੇ ਬਾਰੇ ਜ਼ਰੂਰ ਤੁਸੀਂ ਟਿੱਪਣੀ ਕਰੋ। ਦੇਖੋ ਜੀ, ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਮੈਂ ਆਪਣੇ ਵੱਲੋਂ ਇੱਕ ਜਿਹੜਾ ਮੇਰਾ ਟੀਚਾ ਸੀ ਮੈਗਜ਼ੀਨ ਸ਼ੁਰੂ ਕਰਨ ਵੇਲੇ, ਉਹਦੇ ਮੈਂ ਲਿਖਿਆ ਹੁੰਦਾ ਹੈ ਮਨੁੱਖੀ ਕਦਰਾਂ ਦਾ ਰਚਨਾਤਮਕ ਸਫ਼ਰ, ਕ੍ਰੀਏਟਿਵ ਜਰਨੀ ਆਫ ਹਿਊਮਨ ਵੈਲਿਊਜ਼। ਲੇਕਿਨ ਉਹ ਗੱਲ ਜਿਹੜੀ ਹੈ ਜਦ ਤੱਕ ਕ੍ਰੀਏਟਿਵ ਰਾਈਟਿੰਗ ਇਹਦੇ ਛਪ ਰਹੀ ਸੀ ਉਸ ਤਰ੍ਹਾਂ ਚੱਲ ਰਹੀ ਸੀ, ਸਾਡਾ ਉਹੀ ਟੀਚਾ ਸੀ। ਲੇਕਿਨ ਜਦੋਂ ਦਾ ਇਹ ਬਣ ਗਿਆ UGC ਵਾਲਾ ਜਰਨਲ, ਉਹ ਨਾ ਮੈਂ ਅਪਲਾਈ ਕੀਤਾ UGC ਚ, ਕਿੰਨੇ ਉੱਥੇ ਅਪਲਾਈ ਕਰਤਾ, ਮੇਰੇ ਵੱਲੋਂ ਕੀ ਹੋ ਗਿਆ, ਕਿਸ ਤਰ੍ਹਾਂ ਮੈਨੂੰ ਆ ਗਿਆ ਉਹਦੇ ਚ, ਮੈਨੂੰ ਕੋਈ ਪਤਾ ਨਹੀਂ। ਲੇਕਿਨ ਇਹ ਹੈ ਕਿ ਪੈਸੇ ਨਾ ਖਰਚ ਸਕਣ ਦੀ ਵਜ੍ਹਾ ਕਰਕੇ ਵੀ ਹੁਣ ਕਿੱਥੋਂ ਪੈਸੇ ਲਈਏ, 4 ਬੰਦੇ ਅਸੀਂ ਮਿਲ ਕੇ ਕੱਢ ਰਹੇ ਹਾਂ, ਫਿਰ ਵੀ ਉਹ ਉਸ ਚੀਜ਼ ਨੂੰ ਕਰਨ ਲਈ ਮੈਗਜ਼ੀਨ ਨੂੰ ਬਿਲਕੁਲ ਉਸ ਜਰਨਲ ਜਿਹੜਾ UGC ਜਰਨਲ ਉਸ ਪਾਸੇ ਲੈ ਗਈ ਜੀ। ਮੇਰੇ ਜਿਹੜੇ ਨਾਲ ਮੇਰੇ ਐਡੀਟਰ ਨੇ, ਮੇਰਾ ਜਿਹੜਾ ਸੰਪਾਦਕੀ ਮੰਡਲ, ਉਹ ਕਹਿਣ ਲੱਗੇ ਯਾਰ ਇਸ ਨੂੰ ਉਸ ਤਰ੍ਹਾਂ ਕਰ ਲਓ, ਅਸੀਂ ਥੋੜੀ ਦੇਰ ਲਈ ਰੋਕ ਦਿੰਦੇ ਹਾਂ, ਆਪੇ UGC ਨੇ 1-2 ਸਾਲ ਲੱਗਣਾ, ਉਹਦੇ ਬਾਅਦ ਕੱਢ ਦਿੰਦੇ, ਅਸੀਂ ਫਿਰ ਉਹਨੂੰ ਠੀਕ ਤਰ੍ਹਾਂ ਆਪਣਾ ਜਿਸ ਤਰ੍ਹਾਂ ਕੱਢਦੇ ਉਸੇ ਕੱਢਾਂਗੇ। ਲੇਕਿਨ ਮੈਨੂੰ ਲੱਗਾ ਇਹ ਗਲਤ ਹੈ। ਮੈਂ ਚਾਹੁੰਦਾ, ਅਜੇ ਵੀ ਚਾਹੁੰਦਾ ਕਿ ਮੈਂ ਇਸ ਨੂੰ ਪੂਰਾ ਜਿਹੜੇ ਆਰਟੀਕਲ ਆ ਰਹੇ ਨੇ ਮੇਰੇ ਕੋਲ, ਮੈਂ ਇਹਨਾਂ ਨੂੰ ਉਸ ਤਰ੍ਹਾਂ ਨਾ, ਲੇਕਿਨ ਮੈਨੂੰ ਜਿਹੜੇ ਮੇਰੇ ਜਿੰਨੇ ਵੀ ਦੋਸਤ ਨੇ ਬੜੇ ਬੜੇ ਪ੍ਰੋਫੈਸਰ ਨੇ, ਬੜੇ ਬੜੇ ਹੈਡ ਨੇ, ਕੋਈ ਰਿਟਾਇਰਡ ਨੇ, ਕੋਈ ਕੁਛ ਨੇ, ਉਹਨਾਂ ਦੇ ਕੋਈ ਸਟੂਡੈਂਟਸ ਨੇ, ਉਹ ਫੋਨ ਆ ਜਾਂਦੇ ਨੇ। ਤੇ ਮੈਂ ਆਰਟੀਕਲ ਜਿਹੜੇ ਉਹ ਅੱਛੇ ਵੀ ਹੁੰਦੇ ਨੇ, ਕੋਈ ਇਹ ਗੱਲ ਨਹੀਂ ਕਿ ਬੜੇ ਕੋਈ ਹਲਕੇ ਹੁੰਦੇ ਆ ਆਰਟੀਕਲ। ਮੈਂ ਆਪਣੀ ਪੂਰੇ ਮੰਡਲ, ਸਾਡਾ ਸੰਪਾਦਕੀ ਮੰਡਲ ਬੈਠ ਕੇ ਪੜ੍ਹਦਾ ਉਹਨੂੰ ਜੀ। ਤੇ ਕੋਈ ਉਸ ਤਰ੍ਹਾਂ ਦਾ ਢਿੱਲਾ ਵੀ ਹੋ ਸਕਦਾ ਆ ਜਾਏਗਾ, ਕਿਉਂਕਿ ਮੈਂ ਸਭ ਨੂੰ ਕਹਿਣਾ ਕਿ ਆਪਣੇ ਚੈੱਕ ਕਰਕੇ ਭੇਜੋ, ਆਪਣੇ ਗਾਈਡ ਤੋਂ ਚੈੱਕ ਕਰਵਾ ਕੇ ਭੇਜੋ, ਜਦੋਂ ਵੀ ਆਰਟੀਕਲ ਭੇਜਣਾ ਉਸ ਤਰ੍ਹਾਂ ਭੇਜੋ। ਤੇ ਲੇਕਿਨ ਅਜੇ ਵੀ ਮੇਰੇ ਮਨ ਚ ਸੈਟੀਸਫੈਕਸ਼ਨ ਨਹੀਂ ਆ ਰਹੀ। ਮੈਨੂੰ ਲੱਗਦਾ ਕਿ ਨਹੀਂ, ਮੈਂ ਜਿਹੜਾ ਕ੍ਰੀਏਟਿਵ ਮੈਗਜ਼ੀਨ ਕੱਢਣਾ ਸੀ, ਜਿਸ ਤਰ੍ਹਾਂ ਮੈਂ ਸੋਚਿਆ ਸੀ, ਮੈਂ ਇਸ ਨੂੰ ਉਸ ਪਾਸੇ ਵਾਲੀ ਮੋੜਾਂਗਾ। ਤੇ ਹੁਣ ਅਚਾਨਕ ਇਤਨਾ ਕੁਛ ਇਸ ਤਰ੍ਹਾਂ ਕਰਕੇ ਮੈंने ਰਜਿਸਟਰਡ ਵੀ ਹੈ, 22 ਸਾਲ ਦੀ ਜਰਨੀ ਵੀ ਹੈ, ਔਰ ISS ਨੰਬਰ ਵੀ ਹੈ, UGC ਵਾਲਾ ਵੀ ਨਵਾਂ ਹੋ ਗਿਆ। ਹੁਣ ਉਹ ਮੈਂ ਇਹ ਸੋਚ ਰਿਹਾ, ਅਸੀਂ ਅਕਸਰ ਡਿਸਕਸ ਕਰਦੇ ਹਾਂ ਵੀ ਇਸ ਨੂੰ ਉਹ ਜਿਹੜਾ ਪੈਟਰਨ ਅਸੀਂ ਸੋਚ ਕੇ ਚਲੇ ਸੀ ਉਸ ਵੱਲ ਕਿੱਦਾਂ ਲੈ ਕੇ ਆਈਏ। ਜਿਹੜਾ ਸਾਡਾ ਕੰਮ ਸੀ ਐਕਚੁਅਲੀ, ਅਸੀਂ ਵੀ ਆਰ ਰਾਈਟਰ, ਵੀ ਆਰ ਨਾਟ, ਅਸੀਂ ਉਹ ਬੰਦੇ ਨਹੀਂ ਆ ਜਿਹੜੇ ਜਦੋਂ ਪੈਸੇ ਕਮਾਣੇ ਜਾਂ ਕੁਝ ਕਰਨਾ। ਅਸੀਂ ਤਾਂ ਜੇਬ ਚੋਂ ਕੱਢਦੇ ਰਹੇ ਹਾਂ ਪਿਛਲੇ 20 ਸਾਲ, ਜੇਬ ਚੋਂ ਕੱਢਦਾ ਤਾਂ ਹੁਣ 2 ਸਾਲ ਲਈ ਸੋਚੀਏ ਕਿ ਸਾਨੂੰ 5 ਸਾਲ ਦਾ ਕੋਈ ਮੈਂਬਰਸ਼ਿਪ ਦੇਗਾ ਤੇ ਛਾਪੀਏ ਉਹਨੂੰ। ਇਹ ਥੋੜਾ ਮੈਨੂੰ ਲੱਗਦਾ ਕਿ ਗਲਤ ਹੈ। ਥੋੜਾ ਇਸ ਨੂੰ ਫਿਰ ਉਹ ਜਿਹੜਾ ਪੁਰਾਣਾ ਪੈਟਰਨ ਹੈ ਸਾਡਾ ਉਸ ਤੇ ਲਿਆਣਾ, ਔਰ ਉਸ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਹੋ ਸਕਦਾ ਅਸੀਂ ਉਸ ਵਿੱਚ ਕਾਮਯਾਬ ਹੋ ਜਾਈਏ। ਬਾਕੀ ਰੈਫਰੀਡ ਜਰਨਲ ਜਿਹੜਾ ਹੈ, ਉਹ ਜਿਹੜੇ ਮੈਂ ਪੰਜਾਬ 'ਚ ਜਿਹੜੇ ਬੰਦਿਆਂ ਨਾਲ ਮੈਂ ਗੱਲ ਕੀਤੀ, ਜਿਹੜੇ ਮੇਰੇ ਹੋਰ ਦੋਸਤ ਨੇ, ਉਹਨਾਂ ਦੇ ਹੈ ਨੇ ਮੈਗਜ਼ੀਨ, ਉਹ ਕਹਿੰਦੇ ਨੇ ਯਾਰ ਹੁਣ ਜੇ ਤੁਹਾਨੂੰ ਕੋਈ ਛਾਪਣਾ ਚਾਹੁੰਦਾ, ਕਰਨਾ ਚਾਹੁੰਦਾ, ਤੁਹਾਨੂੰ ਕੋਈ ਭੇਜਦਾ, ਤੁਹਾਨੂੰ ਮੈਂਬਰਸ਼ਿਪ ਭੇਜਦਾ, ਤਾਂ ਤੁਸੀਂ ਲੈ ਲਓ। ਮੈਂ ਕਿਹਾ ਯਾਰ ਲੈ ਤਾਂ ਲਈਏ, ਪਰ ਲੇਕਿਨ ਉਹ ਸਾਡੀ ਜਿਹੜੀ ਅੰਦਰ ਸਾਡਾ ਜਿਹੜਾ ਜਿਸ ਲਈ ਅਸੀਂ ਸ਼ੁਰੂ ਕੀਤਾ ਸੀ ਉਹ ਗੱਲ ਤਾਂ ਖਤਮ ਹੋ, ਉਹ ਗੱਲ ਰਹੀ ਨਹੀਂ। ਬਿਲਕੁਲ ਥੋੜਾ ਪ੍ਰੋਬਲਮ ਹੈ, ਇਸ ਨੂੰ ਸੌਰਟ ਆਊਟ ਕਰਨਾ ਕਿਵੇਂ ਹੋਏਗੀ, ਉਹ ਉਸਦੇ ਬਾਰੇ ਸੋਚ ਰਹੇ ਹਾਂ।
ਤੇ ਹਾਂਜੀ, ਦੇਖੋ ਇਹ ਬਹੁਤ ਵੱਡਾ ਮਸਲਾ ਜਿਹੜਾ ਤੁਸੀਂ ਟੱਚ ਕੀਤਾ ਹੈ। ਇਕੱਲਾ ਮੈਗਜ਼ੀਨ ਦੇ ਪ੍ਰਸੰਗ ਦੇ ਵਿੱਚ ਨਹੀਂ, ਇਹ ਬਹੁਤ ਸਾਰੀਆਂ ਕਾਨਫਰੰਸਾਂ, ਬਹੁਤ ਸਾਰੇ ਜਿਹੜੇ ਯੂਨੀਵਰਸਿਟੀਆਂ ਸੈਮੀਨਾਰ ਕਰਾਉਂਦੀਆਂ ਨੇ, ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੁਝ ਅਮਾਉਂਟ ਰੱਖੀ ਜਾਂਦੀ ਹੈ ਤੇ ਫਿਰ ਉਹਦੇ ਮੁਤਾਬਕ ਰਿਸਰਚ ਪੇਪਰ ਸਾਡੇ ਕੋਲ ਸਬਮਿਟ ਕਰਾਓ ਜੀ। ਤੇ ਇਹ ਬੜਾ ਕਾਲਾਮਾਲਾ ਜਿਹੜਾ ਇਸ ਵੇਲੇ ਲਿਟਰੇਚਰ ਦੇ ਵਿੱਚ ਹੋ ਰਿਹਾ ਹੈ। ਤੁਸੀਂ ਇਹ ਤੇ ਉਂਗਲ ਧਰੀ ਹੈ, ਬਹੁਤ ਇਮਾਨਦਾਰੀ ਨਾਲ ਉਂਗਲ ਧਰੀ ਹੈ, ਸਾਨੂੰ ਇਹ ਗੱਲ ਬਹੁਤ ਚੰਗੀ ਲੱਗੀ ਹੈ। ਮੈਂ ਤਾਂ ਵਿੱਚ ਬੋਲ ਰਿਹਾ, ਮੈਨੂੰ ਇੱਕ ਆਫਰ ਆਈ ਹੈ ਕਿਤੋਂ, ਮੈਂ ਤੁਹਾਨੂੰ ਦੱਸ, ਬੜਾ ਵੱਡਾ ਸ਼ਹਿਰ ਮਲਟੀ ਜਿਹੜਾ ਨਾ ਵੱਡਾ ਸ਼ਹਿਰ ਮਹਾਨਗਰ, ਉੱਥੋਂ ਇੱਕ ਆਫਰ ਆਈ ਜੀ, ਅਸੀਂ ਇੱਕ ਕਰਾਣਾ ਆਪਣਾ ਕੋਈ ਸੈਮੀਨਾਰ, ਤਾਂ ਸੈਮੀਨਾਰ ਸਾਰਾ ਅਸੀਂ ਤੁਹਾਡੇ ਕੋਲ ਛਪਵਾਂਗੇ, ਦੱਸੋ ਕਿੰਨੇ ਖਰਚਾ ਪੈਸਾ ਲੂ ਜੀ। ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ, ਮੈਂ ਕਿਹਾ ਜੀ ਨਹੀਂ, ਅਸੀਂ ਇਸ ਤਰ੍ਹਾਂ ਦਾ ਕੋਈ ਸੈਮੀਨਾਰ ਨਹੀਂ ਛਾਪਣਾ। ਬਿਲਕੁਲ ਬਿਲਕੁਲ ਆਫਰ ਆਈ ਹੈ ਮੈਨੂੰ, ਔਰ ਉਹਨਾਂ ਨੇ ਕਿਹਾ ਦੱਸੋ ਕਿੰਨੇ ਪੈਸੇ ਲੈਣੇ ਜੀ। ਲੇਕਿਨ ਮੈਂ ਤੁਹਾਨੂੰ ਦੱਸਿਆ, ਅਸੀਂ ਪੈਸੇ ਕਮਾਉਣ ਲਈ ਨਹੀਂ ਬੈਠੇ। ਜੇ ਅਸੀਂ 20 ਸਾਲ ਆਪਣੀ ਜੇਬ ਚੋਂ ਕੱਢਿਆ ਤੇ 2 ਸਾਲ ਹੁਣ ਅਸੀਂ ਇਹ ਪੈਸੇ ਕਮਾਉਣ ਵਾਲੇ ਪਾਸੇ ਨਹੀਂ ਲੱਗ ਜਾਣਾ। ਮੈਂ ਅਜੇ ਵੀ ਕਿਸ ਤਰ੍ਹਾਂ ਅਸੀਂ ਇਸ ਨੂੰ ਕ੍ਰੀਏਟਿਵ ਜਿਹੜਾ ਉਹ ਸਾਡਾ ਸਿਸਟਮ ਹੈ ਉਸ ਪਾਸੇ ਲੈ ਜਾਵਾਂ, ਜਿਸ ਤਰ੍ਹਾਂ ਦਾ ਪਹਿਲਾਂ। ਬਹੁਤ ਅੱਛਾ, ਬਿਲਕੁਲ। ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਸ ਨੂੰ ਆਪਣੀ ਜਿਹੜੀ ਜ਼ਮੀਰ ਦੀ ਆਵਾਜ਼ ਤੇ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਹੀ ਉਸ ਪਾਸੇ ਵੱਲ ਲੈ ਕੇ ਜਾਓ ਮੈਗਜ਼ੀਨ ਨੂੰ, ਤਾਂ ਕਿ ਇਹ ਮੈਗਜ਼ੀਨ ਦੀ ਉਮਰ ਬਹੁਤ ਲੰਬੀ ਹੋਵੇ। ਆਪਾਂ ਲਾਸਟ ਦੇ ਵਿੱਚ ਇੱਕ ਸਵਾਲ ਹੋਰ ਲਵਾਂਗੇ, ਪਰ ਹੁਣ ਮੈਡਮ ਅਰਤਿੰਦਰ ਸੰਧੂ ਹੋਰਾਂ ਵੱਲ ਆਉਣਾ। ਅਰਤਿੰਦਰ ਸੰਧੂ ਮੈਡਮ, ਜਿਵੇਂ ਅਮਰਜੀਤ ਹੋਰਾਂ ਨੇ ਦੱਸਿਆ ਕਿ ਮੈਗਜ਼ੀਨ ਦੀ ਆਪਣੀ ਇੱਕ ਪੋਲਿਟਿਕਸ ਹੁੰਦੀ ਹੈ, ਪੋਲਿਟਿਕਸ ਦੇ ਨਾਲ ਨਾਲ ਮੈਗਜ਼ੀਨ ਦਾ ਆਪਣਾ ਇੱਕ ਫਾਰਮੈਟ ਵੀ ਹੁੰਦਾ ਹੈ। ਬਹੁਤ ਸਾਰੇ ਮੈਗਜ਼ੀਨ ਸਾਡੇ ਕੋਲ ਇਹੋ ਜਿਹੇ ਨੇ ਜਿਹੜੇ ਇੱਕ ਖਾਸ ਸੈਕਸ਼ਨ ਤੇ ਫੋਕਸ ਕਰਦੇ ਨੇ ਕਿ ਅਸੀਂ ਵਾਰਤਕ ਤੇ ਗੱਲ ਕਰਨੀ ਹੈ, ਅਸੀਂ ਨਾਟਕ ਤੇ ਗੱਲ ਕਰਨੀ ਹੈ, ਜਾਂ ਅਸੀਂ ਆਲੋਚਨਾ ਤੇ ਗੱਲ ਕਰਨੀ ਹੈ, ਜਾਂ ਅਸੀਂ ਖੋਜ ਤੇ ਗੱਲ ਕਰਨੀ ਹੈ। ਕੁਝ ਮੈਗਜ਼ੀਨ ਕਾਮਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲਗਭਗ ਕਾਫੀ ਕੁਝ ਹੁੰਦਾ ਹੈ। ਏਕਮ ਭਾਵੇਂ ਜਨਰਲ ਮੈਗਜ਼ੀਨ ਹੈ, ਪਰ ਫਿਰ ਵੀ ਕਵਿਤਾ ਕਹਾਣੀ ਤੇ ਦੂਜੀ ਵਿਧਾਵਾਂ ਦੇ ਮੁਕਾਬਲੇ ਵੱਧ ਫੋਕਸ ਕਰਦਾ ਹੈ। ਇਹ ਕੋਈ ਨੋਇੰਗਲੀ ਇਹਦੇ ਪਿੱਛੇ ਤੁਹਾਡੀ ਆਪਣੀ ਪੋਲਿਟਿਕਸ ਹੈ, ਜਾਂ ਤੁਹਾਨੂੰ ਮੈਟਰ ਦੀ ਪ੍ਰੋਬਲਮ ਹੈ, ਜਾਂ ਤੁਸੀਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਹਦਾ ਫਾਰਮੈਟ ਰੱਖਣਾ ਚਾਹੁੰਦੇ ਹੋ? ਇਹ ਫਾਰਮੈਟ ਦੇ ਐਂਗਲ ਤੋਂ ਤੁਹਾਡਾ ਕੀ ਨਜ਼ਰੀਆ ਆਪਣੇ ਮੈਗਜ਼ੀਨ ਦੇ ਪ੍ਰਸੰਗ ਦੇ ਵਿੱਚ? ਮੈਂ ਸ਼ੁਰੂ ਵਿੱਚ ਤਾਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਤਾਂ ਜ਼ਿਆਦਾਤਰ ਕਵਿਤਾ ਵੱਲ ਹੀ ਰੁਝਾਨ ਸੀ, ਤੇ ਮੈਂ ਅੱਖਰ ਦਾ ਅਸਰ ਸੀ ਮੇਰੇ ਤੇ, ਪਰਮਿੰਦਰਜੀਤ ਦੀ ਮੈਗਜ਼ੀਨ ਦਾ। ਉਦੋਂ ਤਾਂ ਐਸੀ, ਲੇਕਿਨ ਹੌਲੀ ਹੌਲੀ ਮੈਂ ਮਹਿਸੂਸ ਕੀਤਾ ਕਿ ਜਦੋਂ ਮੈਂ ਸਾਰੀਆਂ ਵਿਧਾਵਾਂ ਦੇਣੀਆਂ ਤਾਂ ਮੈਂ ਉਹਨੂੰ ਸਪੇਸ ਦੇਵਾਂ। ਪਹਿਲਾਂ ਮੈਗਜ਼ੀਨ ਦੇ ਪੇਜ ਵੀ 60 ਸੀਗੇ, ਫਿਰ ਮੈਂ ਇਨਕਰੀਜ਼ ਕੀਤੇ, ਜ਼ਿਆਦਾ ਮੈਟਰ ਵਾਸਤੇ 80 ਕਰ ਦਿੱਤੇ। ਤਾਂ ਉਹਦੇ ਵਿੱਚ ਮੈਂ ਫਿਰ ਹੁਣ ਤਾਂ ਕਹਾਣੀਆਂ, ਪਹਿਲਾਂ ਮੈਂ ਕੋਸ਼ਿਸ਼ ਕਰਦੀ ਸੀ ਕਿ 3 ਕਹਾਣੀਆਂ, ਪਰ ਹੌਲੀ ਹੌਲੀ ਮੈਂ ਦੇਖਿਆ ਕਿ ਕਹਾਣੀ ਨੂੰ ਦੇ ਪਾਠਕ ਜ਼ਿਆਦਾ ਨੇ, ਤਾਂ ਮੈਨੂੰ ਮੈਸੇਜ ਵੀ ਇਹੋ ਜਿਹੇ ਆਉਂਦੇ ਰਹੇ ਕਿ ਤੁਸੀਂ ਕਹਾਣੀਆਂ ਜ਼ਿਆਦਾ ਦਿਆ ਕਰੋ। ਤਾਂ ਫਿਰ ਕਹਾਣੀਆਂ ਆਉਂਦੀਆਂ ਵੀ ਨੇ। ਕਈ ਵਾਰ ਕਈ ਕਹਾਣੀਆਂ ਨੂੰ ਸਾਲ 1.5 ਸਾਲ ਵੇਟ ਵੀ ਕਰਾਈ ਜਾਂਦੀ ਹੈ, ਯਾਨੀ ਕਿ ਜ਼ਿਆਦਾ ਜਦੋਂ ਹੋ ਜਾਂਦਾ ਮੈਟਰ, ਫਿਰ ਉਹਨਾਂ ਨੂੰ ਕਹਿਣਾ ਪੈਂਦਾ ਕਿ ਥੋੜਾ ਰੁਕਣਾ ਪਏਗਾ। ਜਿਹੜੇ ਪਿੱਛੋਂ ਆਈਆਂ ਵਾਰੀ ਸਿਰ ਜਿਵੇਂ ਜਿਵੇਂ ਆਈਆਂ ਹੁੰਦੀਆਂ ਰਚਨਾਵਾਂ, ਮੈਂ ਕੋਸ਼ਿਸ਼ ਕਰਦੀ ਕਿ ਉਸ ਤਰ੍ਹਾਂ ਹੀ ਉਹਨਾਂ ਨੂੰ ਸਪੇਸ ਦਿੱਤੀ ਜਾਏ। ਤਾਂ ਇਹਦੇ ਵਿੱਚ ਪੋਲਿਟਿਕਸ ਮੇਰੀ ਉਸ ਤਰ੍ਹਾਂ ਦੀ, ਜੇ ਮੈਂ ਕਹਾਂ ਕਿ ਕੋਈ ਵਿਚਾਰਧਾਰਕ ਪੋਲਿਟਿਕਸ ਤਾਂ ਨਹੀਂ ਹੈ, ਮੇਰੀ ਸਾਹਿਤ ਨੂੰ ਪ੍ਰਣਾਈ ਹੋਈ ਪੋਲਿਟਿਕਸ ਜ਼ਰੂਰ ਹੈ ਕਿ ਮੈਂ ਇਹਦੀਆਂ ਸਾਰੀਆਂ ਵਿਧਾਵਾਂ ਨੂੰ ਇਕੁਅਲ ਸਪੇਸ ਦੇਵਾਂ। ਇਕੁਅਲ ਜੇ ਨਾ ਸਹੀ, ਵੱਧ ਘੱਟ, ਘੱਟੋ ਘੱਟ ਸਾਰਿਆਂ ਨੂੰ ਮੈਂ ਮਤਲਬ ਇੰਪੋਰਟੈਂਸ ਜ਼ਰੂਰ ਦੇਵਾਂ। ਤੇ ਨਾਲ ਇਹ ਕਿ ਇੱਕ ਤਾਂ ਮੈਟਰ ਪਾਇਦਾਰ ਹੋਵੇ, ਜਿਹੜਾ ਮੇਰਾ ਖਿਆਲ ਅਜੇ ਤੱਕ ਪਾਠਕਾਂ ਨੂੰ ਪਸੰਦ ਹੀ ਆਉਂਦਾ ਰਿਹਾ। ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਫ਼ਰਨਾਮੇ ਤੋਂ ਲੈ ਕੇ ਕਹਾਣੀਆਂ, ਵਾਰਤਕ ਅੱਛੀ ਵਾਰਤਕ, ਜਿਵੇਂ ਅੱਜ ਕੱਲ੍ਹ ਸੁਰਿੰਦਰ ਸਿੰਘ ਤੇਜ ਹੋਰੀ ਨਵੇਕਲੀ ਵਾਰਤਕ ਦੇ ਰਿਹਾ। ਇਸ ਤੱਕ ਕਰਕੇ ਪਰ ਜਿਹੜੇ ਪੇਪਰ ਨੇ, ਹਾਂ, ਉਹਨਾਂ ਦੀ ਜ਼ਰੂਰ ਪ੍ਰੋਬਲਮ ਹੁੰਦੀ ਕਿ ਉਹ ਪੇਪਰ ਆਉਂਦੇ ਤੇ ਬਹੁਤ ਨੇ, ਪਰ ਮੈਨੂੰ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਨੂੰ ਕਰਾਉਣਾ ਪੈਂਦਾ ਕਿ ਤੁਸੀਂ ਇਹੋ ਜਿਹੇ ਵਿਸ਼ੇ ਦੇ ਪੇਪਰ ਦਿਓ ਜਿਹੜੇ ਦੂਸਰੇ ਪਾਠਕ ਵੀ ਪੜ੍ਹ ਸਕਣ। ਇਹ ਨਾ ਹੋਵੇ ਕਿ ਸਿਰਫ ਉਹ ਤੁਹਾਡੇ ਵਾਸਤੇ ਹੀ ਹੈ, ਮਤਲਬ ਦੂਸਰਿਆਂ ਵਾਸਤੇ ਵੀ ਹੋਵੇ। ਸੋ ਇਹ ਉਹ ਮੰਨ ਜਾਂਦੇ, ਇਸ ਤਰ੍ਹਾਂ ਚੱਲ ਜਾਂਦਾ। ਸੋ ਮੇਰੇ ਵਿੱਚ ਜੇ ਕਿਉਂਕਿ ਇਹ ਮੈਗਜ਼ੀਨ ਕਿਸੇ ਵਿਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ, ਕੋਈ ਉਸ ਤਰ੍ਹਾਂ ਦੀ ਵਿਚਾਰ ਮੈਂ ਖਾਸ ਨਹੀਂ ਕਹਿ ਸਕਦੀ, ਨਾ ਮੇਰਾ ਆਪਣਾ ਵਿਚਾਰ ਹੈ। ਮੈਂ ਇਹਨੂੰ ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਸਾਰੀਆਂ ਨਾਲ ਜੋੜੀ ਰੱਖਣਾ ਚਾਹੁੰਦੀ ਹਾਂ। ਤਾਂ ਜਿੱਥੋਂ ਤੱਕ ਇਹ ਗੱਲ ਹੋ ਰਹੀ ਸੀ ਹੁਣੇ ਥੋੜੀ ਦੇਰ ਪਹਿਲਾਂ ਪਾਠਕ ਵਰਗ ਦੀ, ਕਿ ਪਹਿਲਾਂ ਹੀ ਪਾਠਕ ਵਰਗ ਘੱਟ ਸੀਗਾ, ਲੇਕਿਨ ਲੋਕਡਾਊਨ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪਿਆ।
ਹੋਰ ਫਰਕ ਪੈ ਗਿਆ। ਜਿਹੜੇ ਸ਼ਹਿਰਾਂ ਵਿੱਚ ਜਾਂਦਾ ਵੀ ਸੀ ਨਾ, ਈਵਨ ਜਿਹੜੇ ਸ਼ਹਿਰਾਂ ਵਿੱਚ ਕੋਈ 50 ਲੇਖਕ ਹੈਗੇ ਆ, ਉੱਥੇ ਵੀ ਇੱਕ ਮੈਗਜ਼ੀਨ ਤੋਂ ਵੱਧ ਸੇਲ ਨਹੀਂ ਹੁੰਦਾ। ਹੁਣ ਜਿਹੜੇ ਲੋਕ ਜਾ ਕੇ ਬਣਦੇ, ਹੋ ਸਕਦਾ ਇਹਨਾਂ ਦੇ ਮੈਗਜ਼ੀਨ ਤਾਂ ਮੇ ਵੀ ਪਾਠਕ ਹੋਣ, ਪਰ ਮੇਰਾ ਜੋ ਤਜਰਬਾ ਹੈ ਕਿ ਮੈਨੂੰ ਕਈ ਥਾਵਾਂ ਦੇ ਉੱਤੇ, ਕਈ ਸ਼ਹਿਰਾਂ 'ਚ ਮੈਗਜ਼ੀਨ ਬੰਦ ਕਰਨਾ ਪਿਆ ਹੈ ਕਿਉਂਕਿ ਪਾਠਕ ਰਿਸਪੌਂਸ ਨਹੀਂ ਦੇ ਰਹੇ। ਇਹ ਸਾਡੀ ਇਹ ਤਰਾਸਦੀ ਵੀ ਹੈ ਪੰਜਾਬੀ ਮੈਗਜ਼ੀਨ ਦੀ। ਹਾਲਾਂਕਿ ਇਹੋ ਜਿਹੇ ਵੀ ਨੇ ਪਾਠਕ ਜਿਹੜੇ ਕਹਿ ਕੇ ਆਪਣੇ ਆਪ ਪੈਸੇ ਭੇਜ ਕੇ, ਜਿਹੜੇ ਪੈਸਿਆਂ ਦੇ ਮਾਮਲੇ ਵਿੱਚ ਮੈਂ ਕੋਸ਼ਿਸ਼ ਕਰਦੀ ਕਿ ਮੈਂ ਜ਼ਿਆਦਾ ਨਾ ਵਧਾਵਾਂ। ਬਹੁਤ ਸਾਲਾਂ ਪਿੱਛੋਂ ਮੈਂ 10 ਰੁਪਏ ਵਧਾਏ ਆ, ਪਰ ਉਹ ਕੋਈ ਫਾਇਦਾ ਨਹੀਂ। ਮਤਲਬ ਮੈਗਜ਼ੀਨ ਜਿੰਨਾ ਐਕਚੁਅਲੀ ਖਰਚ ਹੁੰਦਾ ਉਸ ਤੋਂ ਜ਼ਿਆਦਾ, ਜਿੰਨਾ ਆਉਂਦਾ ਵੀ ਹੈ ਉਹਦੇ ਤੋਂ ਜ਼ਿਆਦਾ ਖਰਚ ਹੋ ਰਿਹਾ ਹੁੰਦਾ ਹੈ। ਪਰ ਉਹਦੇ ਬਾਵਜੂਦ ਵੀ ਜੇ ਮੈਂ ਕਹਾਂ ਵੀ ਮੈਂ ਉਸ ਤਰੀਕੇ ਨਾਲ ਮੈਗਜ਼ੀਨ ਕੱਢਾਂ ਕਿ ਇਹਨੂੰ ਪਾਠਕਾਂ ਦੀ ਫਾਈਨੈਂਸ਼ੀਅਲ ਆਰਥਿਕ ਰਿਸਪੌਂਸ ਵੀ ਹੈ, ਉਹੋ ਜਿਹਾ ਕੋਈ ਪੱਖ ਨਹੀਂ ਹੈ। ਉਹ ਸਿਰਫ ਸਮਝੋ ਕਿ ਤੁਸੀਂ ਆਪ ਹੀ ਕਰਨਾ, ਜੋ ਚਾਹੁੰਦੇ ਹੋ ਉਹ ਕਰਦੇ ਹੋ ਤੇ ਕਰੀ ਚੱਲੋ। ਜਦੋਂ ਤੱਕ ਕਰੀ ਚੱਲਦੇ ਹੋ ਉਦੋਂ ਤੱਕ ਚੱਲ ਰਿਹਾ ਕੰਮ। ਜਦੋਂ ਤੁਸੀਂ ਥੱਕ ਜਾਓਗੇ ਤਾਂ ਨਹੀਂ ਕਰਨਾ ਚਾਹੋਗੇ, ਉਦੋਂ ਸਾਰਾ ਦਾ ਸਾਰਾ ਕੰਮ ਰੁਕ ਜਾਂਦਾ ਹੈ। ਤਾਂ ਕਿਉਂਕਿ ਨਾ ਤਾਂ ਦੇਖੋ, ਮੈਨੂੰ ਜਿਵੇਂ ਕਹਿੰਦੇ ਸੀ ਅਮਰਜੀਤ ਹੋਰਾਂ ਨੇ ਕਿਹਾ ਕਿ ਦੂਸਰੇ ਮੈਗਜ਼ੀਨਸ ਦਾ ਨਾਂ ਲੈਣ 'ਚ, ਮਤਲਬ ਮੈਂ ਜੋ ਪਰਸਨਲੀ ਮੈਂ ਆਪਣੇ ਮਹਿਸੂਸ ਕਰਦੀ ਕਿ ਮੈਨੂੰ ਕਿਸੇ ਦਾ ਨਾਂ ਲੈਣ 'ਚ ਕੋਈ ਇਤਰਾਜ਼ ਨਹੀਂ ਕਿ ਮੇਰੇ ਮੈਗਜ਼ੀਨ ਤੋਂ ਪਹਿਲਾਂ ਵੀ ਮੈਗਜ਼ੀਨ ਚੱਲ ਰਿਹਾ ਸੀ ਤੇ ਬਾਅਦ ਵਿੱਚ ਵੀ ਸ਼ੁਰੂ ਹੋਏ, ਸਾਰਿਆਂ ਦਾ ਸਤਿਕਾਰ ਹੈ। ਪਰ ਇੱਕ ਔਰਤ ਸੰਪਾਦਕ ਹੁੰਦਿਆਂ ਹੋਇਆਂ ਜੇ ਮੈਂ ਕਹਾਂ ਮੈਨੂੰ ਕਿਸੇ ਦੂਸਰਿਆਂ ਦਾ ਸਹਿਯੋਗ ਹੈ, ਉਹ ਨਹੀਂ ਹੈ। ਕਈ ਪਾਠਕਾਂ ਸੰਪਾਦਕਾਂ ਨੇ ਤਾਂ ਮੈਗਜ਼ੀਨ ਨੂੰ ਯੂਜ਼ ਕਰਨ ਦੀ ਆਪਣੇ ਪੱਖ ਤੇ ਵੀ ਕੋਸ਼ਿਸ਼ ਕੀਤੀ ਹੈ, ਪਰ ਉਹ ਮੈਂ ਮਤਲਬ ਸਮਝੋ ਕਿ ਜਿਵੇਂ ਹੈ ਚੱਲ ਰਿਹਾ, ਮਤਲਬ ਮੈਂ ਉਸ ਹਿਸਾਬ ਨਾਲ ਕੌਨਸ਼ੀਅਸ ਰਹਿਣੀ ਹੈ ਥੋੜਾ। ਪਰ ਇਹ ਕਿ ਜੇ ਮੈਂ ਕਹਾਂ ਕਿ ਮੇਰੇ ਨਾਲ ਕੋਈ ਸਹਿਯੋਗ, ਤਾਂ ਮੇਰੇ ਨਾਲ ਕੋਈ ਸਹਿਯੋਗ ਨਹੀਂ ਹੈ ਕਿਸੇ ਦਾ। ਮਤਲਬ ਮੈਨੂੰ ਜ਼ਿਆਦਾ ਚੁਣੌਤੀਆਂ ਨੇ। ਜੀ ਜੀ ਜੀ। ਉਹ ਚੁਣੌਤੀਆਂ, ਜਿਵੇਂ ਤੁਸੀਂ ਚੁਣੌਤੀਆਂ ਤੇ ਸੰਭਾਵਨਾ ਕਿਹਾ, ਮੇਰਾ ਖਿਆਲ ਹੈ ਉਹ ਮੇਰੇ ਵਾਸਤੇ ਸੰਭਾਵਨਾਵਾਂ ਵੀ ਗਰੋ ਕਰਨ ਵਾਸਤੇ ਜ਼ਿਆਦਾ ਸੰਭਾਵਨਾਵਾਂ ਪੈਦਾ ਕਰਦੀਆਂ ਜਿਹੜੀਆਂ ਚੁਣੌਤੀਆਂ ਨੇ, ਕਿਉਂਕਿ ਆਖਰ ਅਸੀਂ ਚੁਣੌਤੀਆਂ ਚੋਂ ਹੀ ਗਰੋ ਕਰਦੇ ਹਾਂ ਤੇ ਸਿੱਖਦੇ ਹਾਂ। ਬਿਲਕੁਲ, ਬਹੁਤ ਅੱਛਾ, ਬਹੁਤ ਅੱਛਾ। ਹਾਂਜੀ ਅਮਰਜੀਤ ਸਿੰਘ ਜੀ, ਆਪਾਂ ਕਾਵਿ ਸ਼ਾਸਤਰ ਤੇ ਫੋਕਸ ਕਰਦੇ ਹਾਂ। ਪੰਜਾਬੀ ਦੇ ਵਿੱਚ ਕ੍ਰੀਏਟਿਵ ਜਿਹੜੀਆਂ ਵਿਧਾਵਾਂ ਨੇ ਉਹਨਾਂ ਤੇ ਬਹੁਤ ਸਾਰੇ ਮੈਗਜ਼ੀਨ ਪਹਿਲਾਂ ਵੀ ਨਿਕਲਦੇ ਰਹੇ ਨੇ, ਹੁਣ ਵੀ ਨਿਕਲ ਰਹੇ ਨੇ, ਪਰ ਖੋਜ ਦਾ, ਆਲੋਚਨਾ ਦਾ ਜਾਂ ਫਿਲਾਸਫੀ ਦਾ ਜਿਹੜਾ ਮੈਗਜ਼ੀਨ ਨੇ ਉਹ ਬਹੁਤ ਘੱਟ ਨੇ। ਫਿਲਹਾਲ ਦੀ ਆਪਾਂ ਗੱਲ ਕਰ ਸਕਦੇ ਹਾਂ, ਜਾਂ ਕਿਸੇ ਦੌਰ 'ਚ ਪ੍ਰੀਤ ਲੜੀ ਨੇ ਵੀ ਉਹ ਕੁਛ ਕੰਮ ਕੀਤਾ। ਤੁਸੀਂ ਆਪਣੇ ਮੈਗਜ਼ੀਨ ਨੂੰ ਬਹੁਤ ਇੱਕ ਸਪੈਸੀਫਾਈਡ ਏਰੀਆ ਦੇ ਵਿੱਚ ਫੋਕਸ ਕੀਤਾ ਹੋਇਆ ਤੇ ਉਹਦਾ ਆਪਣਾ ਮੁਕਾਮ ਵੀ ਹੈ ਉਸ ਏਰੀਏ ਦੇ ਵਿੱਚ। ਉਸ ਸਪੈਸੀਫਾਈਡ ਫਾਰਮ ਦੇ ਵਿੱਚ ਤੁਹਾਨੂੰ ਕਿਸ ਕਿਸਮ ਦੀਆਂ ਚੁਣੌਤੀਆਂ ਆ ਰਹੀਆਂ ਨੇ ਜਾਂ ਆਈਆਂ ਨੇ, ਮੈਟਰ ਦੀਆਂ ਜਾਂ ਐਸਟੈਬਲਿਸ਼ਮੈਂਟ ਦੀਆਂ ਜਾਂ ਆਈਡੀਓਲੋਜੀ ਦੀਆਂ? ਆਪਣੇ ਮੈਗਜ਼ੀਨ ਦੀ ਖਸਲਤ ਬਾਰੇ ਤੇ ਆਪਣੇ ਮੈਗਜ਼ੀਨ ਦੀਆਂ ਚੁਣੌਤੀਆਂ ਬਾਰੇ ਜ਼ਰੂਰ ਸਾਡੇ ਨਾਲ ਗੱਲ ਕਰੋ। ਡਾਕਟਰ ਕੁਲਦੀਪ ਜੀ, ਜਿਹੜਾ ਕਾਵਿ ਸ਼ਾਸਤਰ ਦਾ ਸੰਬੰਧ ਹੈ ਉਹ ਵੀ ਇੱਕ ਪੋਲਿਟਿਕਸ ਦਾ ਹਿੱਸਾ ਹੈ। ਮੈਂ ਜਿਸ ਤਰ੍ਹਾਂ ਡਾਕਟਰ ਅਰਤਿੰਦਰ ਹੋਣਾ ਨੇ ਗੱਲ ਕੀਤੀ ਹੈ ਕਿ ਵੀ ਮੇਰਾ ਕੋਈ ਸੰਬੰਧ ਜਿਹੜਾ ਉਹ ਖਾਸ ਤਰ੍ਹਾਂ ਦੀ ਪੋਲਿਟਿਕਸ ਨਾਲ ਨਹੀਂ ਹੈ, ਭਾਵੇਂ ਕਿ ਉਹਨਾਂ ਦਾ ਸੰਬੰਧ ਕਿਸੇ ਖਾਸ ਪੋਲਿਟਿਕਸ ਨਾਲ ਨਹੀਂ ਹੈ, ਪਰ ਉਹ ਫਿਰ ਵੀ ਅਚੇਤਨ ਦੇ ਵਿੱਚ ਕੋਈ ਵੀ ਜਿਹੜਾ ਸੰਪਾਦਕ ਹੈ ਉਹ ਪੋਲਿਟਿਕਸ ਤੋਂ ਮਾਈਨਸ ਨਹੀਂ ਹੋ ਸਕਦਾ। ਪੋਲਿਟਿਕਸ ਦਾ ਮਤਲਬ ਜਿਹੜਾ ਮੈਂ ਕਹਿ ਰਿਹਾ ਸੀ, ਇੱਕ ਪਰਸਪੈਕਟਿਵ ਹੈ ਤੇ ਉਹ ਪਰਸਪੈਕਟਿਵ ਹਰ ਇੱਕ ਮੈਗਜ਼ੀਨ ਨੂੰ ਆਪਣਾ ਬਣਾਉਣਾ ਪੈਂਦਾ ਤੇ ਉਹਦੇ ਨਾਲ ਇੱਕ ਮੈਥਡੋਲੋਜੀ ਤੁਹਾਡੀ ਬਣਦੀ ਹੈ। ਜਿਹੜੀ ਕਾਵਿ ਸ਼ਾਸਤਰ ਦੀ ਜਿਹੜੀ ਮੈਥਡੋਲੋਜੀ ਹੈ, ਉਹ ਮੈਥਡੋਲੋਜੀ ਜਿਹੜੀ ਹੈ ਉਹ ਟ੍ਰੈਡੀਸ਼ਨ ਤੋਂ ਅਰਨ ਕੀਤੀ ਹੋਈ ਮੈਥਡੋਲੋਜੀ ਹੈ, ਜਿਹਦੇ ਵਿੱਚ ਵੈਸਟਰਨ ਪੋਇਟਿਕਸ ਵੀ ਹੈ ਤੇ ਭਾਰਤੀ ਕਾਵਿ ਸ਼ਾਸਤਰ ਵੀ ਹੈ। ਤੇ ਡਾਕਟਰ ਗੁਰਭਗਤ ਸਿੰਘ ਤੇ ਡਾਕਟਰ ਹਰਭਜਨ ਸਿੰਘ ਦੀ ਉਸ ਤੋਂ ਪਹਿਲਾਂ ਇੱਛਾ ਸੀ ਕਿ ਪੰਜਾਬੀ ਦਾ ਕੋਈ ਆਪਣਾ ਮੌਲਿਕ ਕਾਵਿ ਸ਼ਾਸਤਰ ਜ਼ਰੂਰ ਹੋਣਾ ਚਾਹੀਦਾ। ਕਾਵਿ ਸ਼ਾਸਤਰ ਹੋਣ ਦਾ ਮਤਲਬ ਕੀ ਹੈ? ਕਾਵਿ ਸ਼ਾਸਤਰ ਹੋਣ ਦਾ ਮਤਲਬ ਇਹ ਆ ਕਿ ਲਿਟਰੇਚਰ ਦੀ ਕੋਈ ਆਪਣੀ ਜਿਹੜੀ ਹੈ ਉਹ ਥਿਓਰੈਟੀਕਲ ਪੋਜੀਸ਼ਨ ਹੈ। ਜਦੋਂ ਤੱਕ ਲਿਟਰੇਚਰ ਦੀ ਆਪਣੀ ਕੋਈ ਥਿਓਰੈਟੀਕਲ ਪੋਜੀਸ਼ਨ ਨਹੀਂ ਹੁੰਦੀ, ਉਦੋਂ ਤੱਕ ਕ੍ਰੀਏਟਿਵ ਮਾਈਂਡ ਜਿਹੜਾ ਹੈ ਉਹ ਠੀਕ ਐਕਸਰਸਾਈਜ਼ ਦੇ ਵਿੱਚ ਨਹੀਂ ਪੈਂਦਾ। ਤੇ ਜਿਹੜਾ ਕ੍ਰੀਏਟਿਵ ਮਾਈਂਡ ਜਦੋਂ ਤੱਕ ਠੀਕ ਐਕਸਰਸਾਈਜ਼ ਦੇ ਵਿੱਚ ਨਹੀਂ ਪੈਂਦਾ, ਉਦੋਂ ਤੱਕ ਲਿਟਰੇਚਰ ਦੀ ਹਿਸਟਰੀ ਨਹੀਂ ਬਣਦੀ। ਭਾਵੇਂ ਕਿ ਸਾਡੇ ਕੋਲ ਪੰਜਾਬੀ ਸਾਹਿਤ ਦੇ ਅਣਗਿਣਤ ਇਤਿਹਾਸ ਲਿਖੇ ਜਾ ਚੁੱਕੇ ਆ। ਪੰਜਾਬੀ ਸਾਹਿਤ ਦੇ ਇਤਿਹਾਸ, ਡਾਕਟਰ ਨੂਰ ਜਿਹੜੇ ਆ ਉਹ ਕਹਿੰਦੇ ਸੀਗੇ ਮੈਨੂੰ ਕਿ ਅਮਰਜੀਤ, ਪੰਜਾਬੀ ਸਾਹਿਤ ਦੇ ਇਤਿਹਾਸ ਜਿਹੜੇ ਆ ਉਹ ਕਾਵਿ ਸ਼ਾਸਤਰ ਤੋਂ ਬਿਨਾਂ ਨਹੀਂ ਲਿਖੇ ਜਾ ਸਕਦੇ। ਜਦੋਂ ਤੱਕ ਸਾਡੇ ਕੋਲ ਪੰਜਾਬੀ ਸਾਹਿਤ ਦੇ ਕਾਵਿ ਸ਼ਾਸਤਰ ਨਾ ਹੋਣ, ਉਦੋਂ ਤੱਕ ਅਸੀਂ ਇਤਿਹਾਸ ਨਹੀਂ ਲਿਖ ਸਕਦੇ। ਜਿਹੜੇ ਸਾਡੇ ਕੋਲ ਹੁਣ ਇਤਿਹਾਸ ਲਿਖੇ ਆ ਅਸੀਂ ਕਾਵਿ ਸ਼ਾਸਤਰ ਤੋਂ ਬਿਨਾਂ,
ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਰਹਿ ਗਈਆਂ ਪੰਜਾਬੀ ਸਾਹਿਤ ਦੀਆਂ, ਜਿਹੜੀਆਂ ਕਿ ਕਾਵਿ ਸ਼ਾਸਤਰ ਜਦੋਂ ਪੰਜਾਬੀ ਦਾ ਬਣਨਾ ਸੀ ਉਹਦੇ ਨਾਲ ਪੈਦਾ ਹੋਣੀਆਂ ਸੀ। ਇਸ ਕਰਕੇ ਸਾਨੂੰ ਕਾਵਿ ਸ਼ਾਸਤਰ, ਪੰਜਾਬੀ ਦਾ ਮੌਲਿਕ ਕਾਵਿ ਸ਼ਾਸਤਰ ਬਣਾਉਣ ਵੱਲ ਜਿਹੜਾ ਆ ਉਹ ਜ਼ਰੂਰ ਸੋਚਣਾ ਚਾਹੀਦਾ। ਹਰ ਇੱਕ ਮੈਗਜ਼ੀਨ ਦਾ ਇਹ ਫਰਜ਼ ਹੈ ਕਿ ਉਹ ਆਪਣਾ ਕਾਵਿ ਸ਼ਾਸਤਰ ਜ਼ਰੂਰ ਦੇਵੇ। ਕੱਲਾ ਅਸੀਂ ਜਦੋਂ ਇਹਦਾ ਨਾਮ ਵੀ ਰੱਖਿਆ ਜਿਹੜਾ ਕਾਵਿ ਸ਼ਾਸਤਰ ਹੈ, ਉਹ ਇਸੇ ਕਰਕੇ ਰੱਖਿਆ ਸੀ ਕਿ ਪੰਜਾਬੀ ਦੇ ਵਿੱਚ ਜਦੋਂ ਤੱਕ ਸਾਡੇ ਲਿਟਰੇਚਰ ਦੀ ਆਪਣੀ ਕੋਈ ਪੋਜੀਸ਼ਨ ਨਹੀਂ ਬਣਦੀ, ਕਿਉਂਕਿ ਗਰੁੱਪ ਜਿਹੜਾ ਆ ਹੋਣਾ ਬਹੁਤ ਤੁਹਾਡੇ ਕੋਲ ਜ਼ਰੂਰੀ ਹੈ। ਇਹ ਗਰੁੱਪ ਜਿਹੜਾ ਉਹ ਨੈਗੇਟਿਵ ਫਾਰਮ ਦੇ ਵਿੱਚ ਨਹੀਂ ਮੈਂ ਕਹਿ ਰਿਹਾ। ਜਦੋਂ ਤੱਕ ਤੁਹਾਡੇ ਮੈਗਜ਼ੀਨ ਦਾ ਇੱਕ ਗਰੁੱਪ ਨਹੀਂ ਹੈਗਾ, ਖਾਸ ਕਰਕੇ ਸਟਰੋਂਗ ਗਰੁੱਪ, ਤੁਸੀਂ ਵੱਡੇ ਜਿਹੜੇ ਜਿੰਨੇ ਪੰਜਾਬੀ ਦੇ ਮੈਗਜ਼ੀਨ ਜਿਨ੍ਹਾਂ ਨੇ ਇਤਿਹਾਸ ਬਣਾਇਆ ਹੋਇਆ ਉਹਨਾਂ ਦਾ ਇੱਕ ਸਟਰੋਂਗ ਗਰੁੱਪ ਸੀ। ਭਾਵੇਂ ਕਿ ਹੁਣ ਤੁਸੀਂ ਬਾਗਾ ਮੈਗਜ਼ੀਨ ਬਹੁਤ ਘੱਟ ਜਿਹੜਾ ਨਿਕਲਦਾ, ਉਹਦੇ ਵਿੱਚ ਤੁਸੀਂ ਕਿਤੇ ਸੰਪਾਦਕੀ ਜਿਹੜੀ ਹੈ ਜਾਂ ਤੇਜਵੰਤ ਗਿੱਲ ਹੋਣਾ ਨਾਲ ਗੱਲ ਕਰਕੇ ਦੇਖੋ, ਜਿੰਨੇ ਵੀ ਪੰਜਾਬੀ ਦੇ ਇੰਟੈਲੈਕਚੁਅਲ ਸਪੇਸ ਸੀਗੀ ਉਹ ਬਾਗੇ ਦੇ ਪਿੱਛੇ ਸੀਗੀ। ਇਸ ਤਰ੍ਹਾਂ ਹੀ ਜਿਹੜਾ ਫਿਲਹਾਲ ਦੇ ਪਿੱਛੇ ਜਿਹੜਾ ਉਹਨਾਂ ਦਾ ਆਪਣਾ ਐਕਸਪੀਰੀਅੰਸ ਸੀ, ਤੇ ਜਿਹੜੀ ਪੰਜਾਬੀ ਦੀ ਕ੍ਰੀਏਟਿਵ ਐਕਸਰਸਾਈਜ਼ ਤੇ ਪੰਜਾਬ ਦੀ ਜਿਹੜੀ ਬੈਸਟ ਕ੍ਰਿਟਿਸਿਜ਼ਮ ਜਿਹੜਾ ਹੈ ਉਹ ਉਹਨਾਂ ਦੇ ਪਿੱਛੇ ਸੀ। ਇਸ ਕਰਕੇ ਇੱਕ ਆਪਣਾ ਗਰੁੱਪ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ ਮੈਗਜ਼ੀਨ ਦਾ। ਜਿਸ ਤਰ੍ਹਾਂ ਮੈਡਮ ਦੱਸਦੇ ਵੀ ਮੈਂ ਕੱਲਾ ਜਿਹੜਾ ਹੋਣਾ ਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਉਹ ਪੋਜੀਸ਼ਨ ਦੀ ਨਿਸ਼ਾਨੀ ਹੈ। ਉਹਦੇ ਵਿੱਚੋਂ ਵੀ ਵੱਡੀਆਂ ਚੀਜ਼ਾਂ ਕ੍ਰੀਏਟ ਹੁੰਦੀਆਂ, ਪਰ ਜਿਹੜਾ ਗਰੁੱਪ ਇੱਕ ਚੀਜ਼ ਬਣਾ ਕੇ ਦਿੰਦਾ ਹਿਸਟਰੀ ਨੂੰ, ਉਹ ਬਹੁਤ ਵੱਡੀ ਜਿਹੜੀ ਹੈ ਗੱਲ ਹੈ। ਨਿਰੰਤਰਤਾ ਦੀ ਸੰਭਾਵਨਾ ਬਹੁਤ ਬੜੀ ਹੈ। ਹਾਂ, ਇੱਕ ਗਰੁੱਪ ਜਿਹੜਾ ਹੈ ਉਹ ਤੁਹਾਡਾ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਗਰੁੱਪ ਹੀ ਤੁਹਾਡੇ ਅੰਦਰ ਜਿਹੜਾ ਕਿਸੇ ਮੈਥੋਡੋਲੋਜੀ ਨੂੰ ਪੈਦਾ ਕਰਦਾ, ਇੱਕ ਵਿਧੀ ਨੂੰ ਪੈਦਾ ਕਰਦਾ। ਅਸੀਂ ਜਿਹੜਾ ਆ ਡਾਕਟਰ ਕੁਲਦੀਪ ਇਸ ਗੱਲ ਤੋਂ ਬੜੀ ਦੂਰ ਆ ਹਾਲੇ ਪੰਜਾਬੀ ਦੇ ਮੈਗਜ਼ੀਨ, ਕਿ ਜੇਕਰ ਸਾਡੇ ਕਿਸੇ ਵੀ ਮੈਗਜ਼ੀਨ ਦੇ ਸੰਪਾਦਕ ਨੂੰ ਪੁੱਛਿਆ ਜਾਵੇ ਕਿ ਤੇਰੀ ਆਪਣੀ ਕੀ ਮੈਥੋਡੋਲੋਜੀ ਆ, ਤੇ ਉਹ ਦੱਸ ਨਹੀਂ ਪਾਉਂਦਾ ਕਿ ਮੈਥੋਡੋਲੋਜੀ ਕੀ ਹੈ ਮੇਰੀ, ਭਾਵ ਕਿ ਵਿਧੀ ਕੀ ਹੈ। ਜੇਕਰ ਸਾਡੇ ਕੋਲ ਉਹ ਵਿਧੀ ਹੋਵੇਗੀ ਕਿਸੇ ਵੀ ਮੈਗਜ਼ੀਨ ਦੇ ਸੰਪਾਦਕ ਦੇ ਕੋਲ, ਤਾਂ ਉਹ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਕੰਪੀਟ ਕਰ ਸਕਦਾ। ਜੇਕਰ ਸਾਡੇ ਕੋਲ ਆਪਣੀ ਵਿਧੀ ਨਹੀਂ ਹੈ, ਮੈਥੋਡੋਲੋਜੀ ਨਹੀਂ ਹੈਗੀ, ਫਿਰ ਸਾਡੀ ਜਿਹੜੀ ਆ ਹਾਜ਼ਰੀ ਉਹ ਕੱਲੀ ਜਿਹੜੀ ਆ ਡਾਟੇ ਨੂੰ ਕੈਟੇਗਰਾਈਜ਼ ਕਰਨ ਦੇ ਉੱਪਰ ਤਾਂ ਲੱਗ ਜੂਗੀ, ਤੇ ਸਾਡੀ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਜਿਹੜੀ ਆ ਲਗਾਤਾਰ ਦਿਖਦੀ ਵੀ ਰਹੇਗੀ, ਪਰ ਉਹ ਇੱਕ ਤਰ੍ਹਾਂ ਦੇ ਨਾਲ ਪੰਜਾਬੀ ਸਾਹਿਤ ਦੇ ਉੱਪਰ ਲਗਾਤਾਰ ਭਾਰ ਵੀ ਬਣਾ ਰਹੀ ਹੋਵੇਗੀ। ਕਿਉਂਕਿ ਪੰਜਾਬੀ ਦੇ ਮੈਂ ਬਹੁਤ ਸਾਰੇ ਮੈਗਜ਼ੀਨ ਇਹੋ ਜਿਹੇ ਜਾਣਦਾ ਵੀ ਆ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਉੱਪਰ ਇੱਕ ਲਗਾਤਾਰ ਭਾਰ ਜਿਹੜਾ ਆ ਬਣਾ ਕੇ ਰੱਖਿਆ, ਤੇ ਉਸ ਨੂੰ ਤੋੜਨ ਦੇ ਲਈ ਬਹੁਤ ਸਾਰੇ ਮੈਗਜ਼ੀਨਾਂ ਨੇ ਅੱਗੇ ਆਪਣੀ ਜਿਹੜੀ ਹੈ ਉਹ ਭੂਮਿਕਾ ਨਿਭਾਈ। ਜੇ ਕਿਤੇ ਵਿੱਚ ਸੰਪਾਦਕ ਜਿਹੜੇ ਆ, ਵੱਡੇ ਸੰਪਾਦਕਾਂ ਦਾ ਮੇਨ ਜਿਹੜਾ ਰੋਲ ਆ, ਜਿਹਦੇ ਵਿੱਚ ਆਪਾਂ ਪ੍ਰੀਤਮ ਸਿੰਘ ਦਾ ਆਰਚੀ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਗੁਰਬਚਨ ਹੋਣਾ ਨੇ ਫਿਲਹਾਲ ਕੱਢਿਆ। ਇਹਦੇ ਵਿੱਚੋਂ ਦੀਪ ਜੀ ਇਹ ਆ ਕਿ ਅਸੀਂ ਵਿਸ਼ਵ ਲੈਵਲ ਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਸਾਡੇ ਕੋਲ ਮੈਗਜ਼ੀਨ ਆ ਰਹੇ ਆ, ਜਿਹਦੇ ਵਿੱਚ ਮੈਂ ਸਿੱਖ ਫਾਰਮੇਸ਼ਨ ਦਾ ਨਾਮ ਵੀ ਲਿਆ ਸੀ, ਉਹਦੇ ਨਾਲ ਅਸੀਂ ਕੰਪੀਟ ਕਰ ਸਕਦੇ ਹਾਂ, ਅਸੀਂ ਕੰਪੀਟੀਸ਼ਨ ਦੇ ਵਿੱਚ ਆ ਸਕਦੇ ਹਾਂ। ਤੇ ਜਿਹੜੀ ਇੱਕ ਆਰਥਿਕਤਾ ਦਾ ਮਸਲੇ ਵਾਲੀ ਵੀ ਮੈਂ ਜਿਹੜੀ ਆ ਇੱਕ ਬਹੁਤ ਸੰਖੇਪ ਦੇ ਵਿੱਚ ਗੱਲ ਕਰਾਂ, ਜਿਸ ਤਰ੍ਹਾਂ ਢਾਹਾਂ ਪੁਰਸਕਾਰ ਜਿਹੜਾ ਬਹੁਤ ਵੱਡਾ ਜਿਹੜਾ ਪੁਰਸਕਾਰ ਹੈ, ਜਿਹੜਾ ਕਿ ਕ੍ਰੀਏਟਿਵ ਗਲਪ ਦੇ ਵਿੱਚ ਦਿੱਤਾ ਜਾਂਦਾ, ਉਹਦੇ ਵਿੱਚ ਮੇਰੇ ਕੋਲ ਇੱਕ ਬੰਦੇ ਨੇ ਅਪਰੋਚ ਕੀਤਾ ਕਿ ਅਸੀਂ ਨਾ ਮੈਗਜ਼ੀਨ ਦੇ ਵਿੱਚ ਕੋਈ ਵੱਡਾ ਜਿਹੜਾ ਸਨਮਾਨ ਦੇਣਾ ਚਾਹੁੰਦੇ ਆ। ਮੈਂ ਉਹਨੂੰ ਸਲਾਹ ਦਿੱਤੀ ਕਿ ਤੁਸੀਂ ਜੇਕਰ ਸਨਮਾਨ ਦੇਣਾ ਚਾਹੁੰਦੇ ਆ ਤੇ ਸਾਲ ਦੇ ਵਿੱਚ ਇੱਕ ਸਨਮਾਨ ਜਿਹੜਾ ਆ ਉਹ ਇੱਕ ਕਿਸੇ ਮੈਗਜ਼ੀਨ ਨੂੰ ਦਿਓ ਜਿਹੜਾ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਆਉਂਦਾ, ਤੇ ਉਸ ਦਾ ਜਿਹੜਾ ਇੱਕ ਐਨਾਲਿਸਿਸ ਕਰਕੇ ਦਿਓ, ਇੱਕ ਉਹਦੀ ਜੂਰੀ ਬਣਾ ਕੇ ਉਹਦਾ ਐਨਾਲਿਸਿਸ ਕਰਕੇ ਦਿਓ, ਤੇ ਉਹ ਜਿਹੜਾ ਆ ਉਹਦੀ ਜਿਹੜੀ ਆ ਉਹਦੀ ਰਕਮ ਜਿਹੜੀ ਆ ਉਹ ਆਪਣੇ ਕੋਲ ਹੀ ਚਾਹੇ ਰੱਖੋ, 25-30 ਲੱਖ ਰੁਪਏ ਜਿਹੜਾ ਹੈ ਉਹ ਆਪਣੇ ਕੋਲ ਰੱਖੋ, ਪਰ ਉਹਦੀ ਜਿਹੜੀ ਆ ਰਕਮ ਦੇ ਵਿੱਚੋਂ ਜਿਹੜਾ ਵਿਆਜ ਆਉਂਦਾ ਆ ਉਹ ਸੰਪਾਦਕ ਦਾ ਹੋਵੇ, ਜਿਹਦੇ ਨਾਲ ਮੈਗਜ਼ੀਨ ਜਿਹੜਾ ਆ ਉਹ ਲਗਾਤਾਰ ਨਿਕਲ ਸਕੇ। ਤੇ ਉਸਨੇ ਮੇਰਾ ਸਵੀਕਾਰ ਵੀ ਕੀਤਾ। ਸ਼ਾਇਦ ਪੰਜਾਬੀ ਮੈਗਜ਼ੀਨਾਂ ਦੇ ਵਿੱਚ ਜੇਕਰ ਅਸੀਂ ਆਪਣੀ ਆਰਥਿਕਤਾ ਦੇ ਬੋਝ ਨੂੰ ਮੈਨੂੰ ਲੱਗਦਾ ਦੂਰ ਕਰ ਲਵਾਂਗੇ, ਮੈਨੂੰ ਲੱਗਦਾ ਬਹੁਤ ਸਾਰੇ ਸੱਜਣ ਇਹੋ ਜਿਹੇ ਹੈਗੇ ਆ ਜਿਹੜੇ ਚਾਹੁੰਦੇ ਹੁੰਦੇ ਆ ਕਿ ਕੋਈ ਕੰਮ ਜਿਹੜਾ ਆ ਸਾਡੇ ਸਾਹਮਣੇ ਆਵੇ ਤੇ ਅਸੀਂ ਉਹਦਾ ਸਹਿਯੋਗ ਵੀ ਕਰਨ ਦੇ ਲਈ ਤਿਆਰ ਹੁੰਦੇ ਆ। ਹਾਂ, ਤੇ ਮੈਨੂੰ ਲੱਗਦਾ ਵੀ ਭਵਿੱਖ ਦੇ ਵਿੱਚ ਪੰਜਾਬੀ ਮੈਗਜ਼ੀਨਾਂ ਦੇ ਵਿੱਚ ਬਾਰੇ ਵੀ ਲੋਕੀ ਸੋਚ ਰਹੇ ਆ। ਜੀ, ਬਹੁਤ ਵਧੀਆ। ਤੇ ਮੈਂ ਤਿੰਨਾਂ ਸਾਡੇ ਸੰਪਾਦਕਾਂ ਨੂੰ ਇੱਕ ਆਖਰੀ ਸਵਾਲ ਬਹੁਤ ਸੰਖੇਪ ਦੇ ਵਿੱਚ ਜਵਾਬ ਲਵਾਂਗਾ ਕਿ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਲੰਘ ਰਹੇ ਹਾਂ, ਡਿਜੀਟਲ ਦੌਰ ਵਿੱਚੋਂ ਲੰਘ ਰਹੇ ਹਾਂ, ਤਾਂ ਉੱਥੇ ਅੱਖਰ, ਲਫ਼ਜ਼, ਵਾਕ, ਪੁਸਤਕਾਂ ਸਾਰਾ ਕੁਝ ਡਿਜੀਟਲ ਹੋ ਰਿਹਾ ਹੈ, ਆਨਲਾਈਨ ਆ ਰਿਹਾ ਹੈ। ਉੱਥੇ ਤੁਸੀਂ ਆਪਣੇ ਮੈਗਜ਼ੀਨਾਂ ਦਾ ਕੀ ਭਵਿੱਖ ਮਹਿਸੂਸ ਕਰਦੇ ਹੋ? ਕੀ ਤੁਸੀਂ ਇਹਨਾਂ ਦਾ ਪ੍ਰਿੰਟ ਵਰਜ਼ਨ ਆਉਣ ਵਾਲੇ ਸਮੇਂ ਤੁਹਾਨੂੰ ਲੱਗਦਾ ਜਾਰੀ ਰਹਿ ਸਕੂਗਾ, ਜਾਂ ਤੁਹਾਨੂੰ ਵੀ ਇਹਨਾਂ ਮੈਗਜ਼ੀਨਾਂ ਨੂੰ ਕਿਤੇ ਆਨਲਾਈਨ ਪਲੇਟਫਾਰਮਾਂ ਤੇ ਲੈ ਕੇ ਜਾਣਾ ਪਊਗਾ? ਕੀ ਤੁਹਾਡਾ ਇਸ ਬਾਰੇ ਕੀ ਸੋਚਦੇ ਹੋ? ਬਹੁਤ ਸੰਖੇਪ ਟਿੱਪਣੀਆਂ ਬਲਜੀਤ ਸਿੰਘ ਰੈਣਾ ਜੀ। ਮੈਂ ਤਾਂ ਸਮਝਦਾ ਜੀ ਕਿ ਜਿੰਨਾ ਵੀ ਇਹ ਆਇਆ ਹੋਇਆ ਜੀ, ਫੇਸਬੁੱਕ ਜਾਂ WhatsApp ਜਾਂ ਜੋ ਕੁਝ ਵੀ ਚੱਲ ਰਿਹਾ ਅੱਜ ਕੱਲ੍ਹ,
ਜੀ ਇਹ ਇੱਕ ਖਾਸ ਜਿਹੜਾ ਨਾ ਉਹਦੇ ਤੱਕ ਹੀ ਹੈ। ਜਿਹੜਾ ਰਾਈਟਿੰਗ ਕ੍ਰੀਏਟਿਵ ਬੰਦਾ ਹੈ ਜਾਂ ਜਿਹੜਾ ਰਾਈਟਰ ਹੈ, ਉਹ ਜਿਹੜਾ ਉਹ ਪੜ੍ਹ ਕੇ ਹੀ ਉਸ ਨੂੰ ਸਵਾਦ ਆਊਗਾ। ਉਹ ਇਹਨਾਂ ਚੀਜ਼ਾਂ ਨਾਲ, ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਇਹ ਜ਼ਿਆਦਾ ਚੱਲਦੀਆਂ ਨਹੀਂ, ਇਹ ਰਹਿ ਨਹੀਂ ਉਸ ਤਰ੍ਹਾਂ ਦੀ। ਠੀਕ ਹੈ, ਅੱਗੇ ਸਮਾਂ ਬਦਲ ਰਿਹਾ, ਸਭ ਕੁਝ ਹੋ ਰਿਹਾ, ਲੇਕਿਨ ਮੇਰਾ ਬੜਾ ਸਟਰੋਂਗ ਇਹ ਮੇਰਾ ਹੈ ਮੰਨਣਾ ਕਿ ਜਿਹੜਾ ਕਿਤਾਬ ਦੀ ਕੀਮਤ ਜਿਹੜੀ ਹੈ ਨਾ, ਕਿਤਾਬ ਦੀ ਜਿਹੜੀ ਪੜ੍ਹਤ ਹੈ, ਉਹ ਨਹੀਂ ਖਤਮ ਹੋਣੀ, ਉਹ ਰਹਿਣੀ। ਔਰ ਉਹ ਤੋਂ ਬਿਨਾਂ ਮਨੇ ਜਿਹੜਾ ਲਿਟਰੇਚਰ ਹੈ ਉਸਨੇ ਇਹ ਜਿਹੜਾ ਫੇਸਬੁੱਕ ਤੇ ਛੋਟਾ ਅਸੀਂ ਕਰਦੇ ਆ, ਕੁਝ ਕਰਦੇ ਆ, ਇਹ ਉਸ ਤਰ੍ਹਾਂ ਦਾ ਨਹੀਂ। ਇਹ ਸਹੀ ਜਿਹੜਾ ਗੰਭੀਰ ਸਾਹਿਤ ਹੈ, ਉਹਨੇ ਲਿਖਤੀ ਰੂਪ ਵਿੱਚ ਕਾਗਜ਼ ਦੇ ਪੰਨਿਆਂ ਉੱਪਰ ਹੀ ਸਾਹਮਣੇ ਰਹਿਣਾ ਔਰ ਲੋਕਾਂ ਨਾਲ ਉਹਨੇ ਵਿਚਰਨਾ। ਮੈਂ ਮੰਨ ਕੇ ਚੱਲਦਾ। ਬਹੁਤ ਸ਼ੁਕਰੀਆ। ਅਤਿੰਦਰ ਸੰਧੂ ਮੈਡਮ। ਮੈਂ ਸਹਿਮਤ ਹਾਂ ਰੈਣਾ ਜੀ ਨਾਲ ਕਿ ਕਿਤਾਬ ਦੀ ਜਿਹੜੀ ਡਿਮਾਂਡ ਜਾਂ ਕਿਤਾਬ ਦੀ ਵੈਲਿਊ ਉਸੇ ਤਰ੍ਹਾਂ ਹੀ ਰਹਿਣੀ ਹੈ ਜਿਵੇਂ ਕਿ ਪਹਿਲਾਂ ਤੋਂ ਰਹੀ ਹੈ। ਹੁਣ ਇੰਟਰਨੈਟ ਵਿੱਚ 100 ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ। ਜਾਂ ਮੈਂ ਕਹਾਂ ਖੁਦ ਕਿ ਮੈਂ ਜਿਹੜੀਆਂ ਕਿਤਾਬਾਂ ਸਾਬਤ ਪੜ੍ਹ ਲੈਂਦੇ ਆਪਾਂ ਇੱਕ ਦਿਨ ਵਿੱਚ, ਉਹ ਉਸ ਤਰੀਕੇ ਨਾਲ ਆਨਲਾਈਨ ਲਿਮਿਟਿਡ ਤਾਂ ਹੈ, ਲਿਮਿਟ ਮਤਲਬ ਕੁਝ ਕਰ ਰਹੇ ਨੇ, ਲੇਕਿਨ ਉਸ ਹਿਸਾਬ ਨਾਲ ਜਿਹੜਾ ਕਿਤਾਬ ਦਾ ਮੂੰਹ ਆ, ਕਿਤਾਬ ਨਾਲ ਤੁਸੀਂ ਜਾਗਦਿਆਂ ਸੁੱਤਿਆਂ ਕਈ ਕਵਿਤਾਵਾਂ ਲਿਖੀਆਂ ਗਈਆਂ, ਪੜ੍ਹਦੇ ਹੋ, ਫਿਰ ਅੱਗੋਂ ਅਗਲੀਆਂ ਜਨਰੇਸ਼ਨਸ ਤੱਕ ਵੀ ਉਹ ਜਾਂਦੀਆਂ ਨੇ। ਉਸ ਹਿਸਾਬ ਨਾਲ ਕਿਤਾਬ ਦੀ ਕਾਗਜ਼ ਦੇ ਉੱਤੇ ਲਿਖੇ ਹੋਏ ਜਿਹੜਾ ਮੈਟਰ ਹੈ, ਉਹਦੀ ਵੈਲਿਊ ਜਿਸ ਤਰ੍ਹਾਂ ਪਹਿਲਾਂ ਰਹੀ ਹੈ ਉਸ ਤਰ੍ਹਾਂ ਹੀ ਅੱਗੇ ਰਹੇਗੀ। ਬੇਸ਼ੱਕ ਇੰਟਰਨੈਟ ਪੈਰਲਲ ਜਾਂ ਉਸ ਤੋਂ ਕਈ ਗੁਣਾ ਵੱਧ ਕੰਮ ਕਰਦਾ ਰਹੇ, ਕਿਤਾਬ ਦੀ ਆਪਣੀ ਕੀਮਤ ਹੈ ਤੇ ਆਪਣੀ ਕਦਰ ਹੈ। ਜੀ ਅਮਰਜੀਤ ਸਿੰਘ ਜੀ, ਤੁਸੀਂ ਪੈਰਲਲ ਇੱਕ ਤਜਰਬਾ ਕਰ ਰਹੇ ਹੋ ਗੁਰਮੁਖੀ ਮੈਗਜ਼ੀਨ ਦੇ ਰੂਪ ਦੇ ਵਿੱਚ, ਜਿਹੜਾ ਆਨਲਾਈਨ ਮੈਗਜ਼ੀਨ ਹੈ ਨਰੋਲ, ਤੁਹਾਨੂੰ ਕੀ ਲੱਗਦਾ ਹੈ, ਤੁਹਾਡਾ ਇਹਨਾਂ ਵਾਲੀ ਰਾਏ ਹੈ ਜਾਂ ਤੁਹਾਡਾ ਕੁਝ ਵਰਜ਼ਨ ਵੱਖਰਾ ਹੈ? ਔਨ ਕਰ ਲਓ, ਆਪਣੇ ਆਪ ਨੂੰ ਅਨਮਿਊਟ ਕਰ ਲਓ ਪਲੀਜ਼। ਡਾਕਟਰ ਕੁਲਦੀਪ ਜੀ, ਦੇਖੋ, ਜਿਹੜਾ ਸਾਨੂੰ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਦੋਂ ਤੱਕ ਅਸੀਂ ਹੁਣ ਦੀ ਏਜ ਦੇ ਹਾਣਦੇ ਹੋ ਕੇ ਕੋਈ ਕੰਮ ਨਹੀਂ ਕਰਦੇ, ਉਦੋਂ ਤੱਕ ਸਾਡੀ ਜਿਹੜੀ ਆ ਸਾਰਥਕਤਾ ਨਹੀਂ ਬਣੇਗੀ। ਭਾਵੇਂ ਕਿ ਜਿਹੜੀ ਮੈਡਮ ਨੇ ਤੇ ਰੈਣਾ ਸਾਹਿਬ ਨੇ ਗੱਲ ਕੀਤੀ ਹੈ ਉਹ ਬਿਲਕੁਲ ਦਰੁਸਤ ਹੈ, ਤੇ ਉਹਦੇ ਵਿੱਚੋਂ ਅਸੀਂ ਮੰਨਫੀ ਨਹੀਂ ਹੋ ਸਕਦੇ, ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕਦੇ, ਉਹਦੇ ਵਿੱਚੋਂ ਬਾਹਰ ਨਹੀਂ ਰੱਖ ਸਕਦੇ। ਪਰ ਜਿਹੜੀ ਹੁਣ ਦੀ ਏਜ ਹੈ, ਜਿਹੜੀ ਉਹਦੀ ਡਿਮਾਂਡ ਹੈ ਹੁਣ ਦੀ ਏਜ ਦੀ, ਉਹਦੇ ਤੋਂ ਜੇ ਅਸੀਂ ਬਾਹਰ ਰਹਿ ਕੇ ਕੋਈ ਵੀ ਜਿਹੜਾ ਕੰਮ ਕਰਦੇ ਆ, ਭਾਵੇਂ ਕਿ ਉਹ ਸੰਪਾਦਨ ਦਾ ਕੰਮ ਹੈ, ਭਾਵੇਂ ਉਹ ਆਨਲਾਈਨ ਕੰਮ ਹੈ, ਕੋਈ ਵੀ, ਜਦੋਂ ਤੱਕ ਅਸੀਂ ਉਹਦੇ ਨਾਲ ਜਿਹੜਾ ਹੈ ਕਦਮ ਮਿਲਾ ਕੇ ਨਹੀਂ ਚੱਲਦੇ ਹੁਣ ਦੀ ਏਜ ਦੇ ਡਿਜੀਟਲਾਈਜੇਸ਼ਨ ਦੇ ਯੁੱਗ ਦੇ ਵਿੱਚ, ਕਿਉਂਕਿ ਜਿਹੜਾ ਹੁਣ ਦੀ ਏਜ ਦੇ ਵਿੱਚ ਜਿਹੜੀ ਸਾਰੀ ਐਜੂਕੇਸ਼ਨ ਹੁਣ ਡਿਜੀਟਲਾਈਜੇਸ਼ਨ ਦੇ ਵਿੱਚ ਜਾ ਰਹੀ ਆ, ਤੇ ਉਹਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਜੋੜ ਕੇ ਰੱਖਣਾ। ਤੇ ਮੈਨੂੰ ਤਾਂ ਲੱਗਦਾ ਹੈ ਕਿ ਸਾਨੂੰ ਐਕਸਪੈਰੀਮੈਂਟ ਜਿਹੜਾ ਲਗਾਤਾਰ ਕਰਦੇ ਰਹਿਣਾ ਚਾਹੀਦਾ ਆ, ਪਰ ਮੂਲ ਸਾਡਾ ਉਹੀ ਹੈ ਜਿਹੜਾ ਰੈਣਾ ਸਾਹਿਬ ਤੇ ਮੈਡਮ ਨੇ ਕਿਹਾ, ਉਹਨੂੰ ਸਾਨੂੰ ਨਹੀਂ ਛੱਡਣਾ ਚਾਹੀਦਾ, ਪਰ ਐਕਸਪੈਰੀਮੈਂਟ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ। ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਪੈਦਾ ਹੋਣਗੀਆਂ। ਜੀ ਕੋਈ ਦੋਸਤ ਜੇ ਕੋਈ ਸਵਾਲ ਕਰਨਾ ਚਾਹੁੰਦਾ ਸਾਡੇ ਕਿਸੇ ਸੰਪਾਦਕ ਨੂੰ, ਅਸੀਂ ਇੱਕ ਅੱਧਾ ਸਵਾਲ ਵੀ ਲਵਾਂਗੇ। ਮੈਂ ਆਖਰੀ ਟਿੱਪਣੀ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰੂੰਗਾ, ਜਿਹਨੇ ਵੀ ਸਵਾਲ ਕਰਨਾ ਉਹ ਇੰਟਰਫੀਰੈਂਸ ਕਰ ਸਕਦਾ, ਆਪਣਾ ਸਵਾਲ ਕਰ ਸਕਦਾ ਹੈ। ਆਖਰੀ ਤੌਰ ਤੇ ਬਲਜੀਤ ਰੈਣਾ ਜੀ, ਤੁਸੀਂ ਕੋਈ ਗੱਲ ਜਿਹੜੀ ਕਹਿਣੀ ਚਾਹੁੰਦੇ ਹੋ, ਜਿਹੜੀ ਤੁਹਾਡੇ ਮਨ ਦੇ ਵਿੱਚ ਹੈ, ਸਾਡੇ ਪਾਠਕਾਂ ਨੂੰ ਕਹਿਣਾ ਚਾਹੁੰਦੇ ਹੋ, ਆਨਲਾਈਨ ਪਾਠਕਾਂ ਨੂੰ, ਆਫਲਾਈਨ ਪਾਠਕਾਂ ਨੂੰ, ਮੈਗਜ਼ੀਨ ਦੇ ਸੰਬੰਧ 'ਚ, ਜਿੰਨੀ ਦੇਰ ਤੱਕ ਜੀ ਕੋਈ ਸਾਡੇ ਕੋਲ ਸਵਾਲ ਆਉਂਦਾ, ਤੁਸੀਂ ਆਪਣੀ ਜ਼ਰੂਰ ਇੱਕ ਅੱਧੇ ਮਿੰਟ ਦੇ ਵਿੱਚ ਕੋਈ ਟਿੱਪਣੀ, ਆਖਰੀ ਟਿੱਪਣੀ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਬਚਪਨ 'ਚ ਪ੍ਰੀਤ ਲੜੀ ਜਾਂ ਦੂਜੇ ਮੈਗਜ਼ੀਨ ਪੜ੍ਹਦੇ ਸੀ, ਅਸੀਂ ਆਰਸੀ ਪੜ੍ਹਦੇ ਸੀ, ਅਸੀਂ ਅਮਰਤਾ ਦਾ ਨਾਗਮਣੀ ਪੜ੍ਹਦੇ ਸੀ, ਤੇ ਜੇ ਅੱਜ ਉਹ ਨਹੀਂ ਹੈ ਨਾ ਮੈਗਜ਼ੀਨ, ਜੇ ਉਹਨਾਂ ਦੀ ਜਗ੍ਹਾ ਦੂਜੇ ਮੈਗਜ਼ੀਨ ਆ ਗਏ ਨੇ, ਅਰਤਿੰਦਰ ਹੋਣੀ ਬੜਾ ਵਧੀਆ ਮੈਗਜ਼ੀਨ ਕੱਢ ਰਹੇ, ਮੈਂ ਵੀ ਕੱਢਦਾ ਮੈਗਜ਼ੀਨ, ਇਹ ਅਕੈਡਮਿਕ ਮੈਗਜ਼ੀਨ ਵੀ ਨਿਕਲ ਰਹੇ ਨੇ। ਅਕੈਡਮਿਕ, ਚਲੋ ਅਕੈਡਮਿਕ ਉਹਦੀ ਲੋੜਾਂ ਨੇ, ਉਹਦੇ ਹਿਸਾਬ ਨਾਲ ਨਿਕਲ ਰਹੇ ਨੇ, ਲੇਕਿਨ ਜੋ ਕ੍ਰੀਏਟਿਵ ਨਿਕਲ ਰਹੇ ਨੇ, ਉਹਨਾਂ ਨੂੰ ਉਹ ਜਿਹੜਾ ਪਾਠਕ ਵਰਗ ਜਿਹੜਾ ਘਟ ਗਿਆ, ਉਹ ਕਿਉਂ ਘਟ ਗਿਆ? ਉਹ ਜਿਹੜਾ ਅਸੀਂ ਲੋਕ ਖਰੀਦ ਕੇ ਪੜ੍ਹਨ ਵਾਲੇ ਸਾਂ, ਅੱਜ ਜਿਹੜਾ ਪਾਠਕ ਹੈ ਉਹ ਕਿਉਂ ਨਹੀਂ ਖਰੀਦ ਕੇ ਪੜ੍ਹ ਸਕਦੇ? ਉਹ ਜਿਹੜਾ ਬੜਾ ਮੈਨੂੰ ਇੱਕ ਲੱਗਦਾ ਹੈ ਭਈ ਇਹ ਹੋਣਾ ਚਾਹੀਦਾ, ਇੱਕ ਖਲਾਅ ਪੈਦਾ ਹੋਇਆ, ਜਿਹੜਾ ਪਾਠਕਾਂ ਦਾ ਖਲਾਅ ਪੈਦਾ ਹੋਇਆ ਜੀ। ਹਾਂ, ਇਹ ਜ਼ਰੂਰੀ ਹੈ, ਇਹ ਖਲਾਅ ਪੂਰਨਾ ਬੜਾ ਜ਼ਰੂਰੀ। ਅਰਤਿੰਦਰ ਸੰਧੂ ਮੈਡਮ, ਪਹਿਲਾਂ ਆਪਾਂ ਮੈਡਮ ਸੁਰਜੀਤ ਕੌਰ ਦਾ ਸਵਾਲ ਲੈ ਲਈਏ। ਮੈਡਮ ਸੁਰਜੀਤ ਕੌਰ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡਾ ਸਵਾਗਤ ਹੈ, ਬਹੁਤ-ਬਹੁਤ। ਆਪਣੇ ਆਪ ਨੂੰ ਅਨਮਿਊਟ ਕਰ ਲਓ ਪਲੀਜ਼ ਜੀ। ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਗੰਭੀਰ ਵਿਸ਼ੇ ਤੇ ਗੱਲਾਂ ਹੋ ਰਹੀਆਂ, ਬੜਾ ਚੰਗਾ ਲੱਗ ਰਿਹਾ ਮੈਨੂੰ। ਮੇਰਾ ਤੇ ਬਸ ਇੱਕੋ ਹੀ, ਸਾਰੇ ਜਿੰਨੇ ਵੀ ਐਡੀਟਰ ਸਾਡੇ ਕੋਲ ਬੈਠੇ ਨੇ, ਇਹਨਾਂ ਨੂੰ ਸੁਝਾਅ ਹੈ ਕਿ ਬਹੁਤ ਸਾਰੇ ਜਿਹੜੇ ਮੈਗਜ਼ੀਨ ਜਦੋਂ ਆਉਂਦੇ ਨੇ, ਉਹਨਾਂ ਦੇ ਵਿੱਚ ਉਹ ਰਚਨਾਵਾਂ ਦਰਜ ਕੀਤੀਆਂ ਹੁੰਦੀਆਂ ਨੇ, ਇੱਥੋਂ ਤੱਕ ਕਿ ਲੇਖ ਵੀ ਜਿਹੜੇ ਕਿ ਅਸੀਂ ਫੇਸਬੁੱਕ ਤੇ ਆਮ ਤੁਰੇ ਫਿਰਦੇ ਦੇਖਦੇ ਹਾਂ,
ਤੇ ਇਹਨਾਂ ਤੋਂ ਮੇਰਾ ਖਿਆਲ ਹੈ ਕਿ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਆਪਣੇ ਤੁਸੀਂ ਇਹ ਨਾ ਦੇਖੋ ਕਿ ਤੁਹਾਡੇ ਕਿੰਨੇ ਪਾਠਕ ਬਣ ਰਹੇ ਨੇ ਜਾਂ ਮਤਲਬ ਗਾਹਕ ਬਣ ਰਹੇ ਨੇ। ਤੁਸੀਂ ਇਹ ਦੇਖੋ ਕਿ ਤੁਹਾਡੇ ਜਿਹੜਾ ਮੈਗਜ਼ੀਨ ਹੈ ਉਹਦਾ ਮਿਆਰ ਕੀ ਹੈ। ਪਹਿਲਾਂ ਜਦੋਂ ਤੁਹਾਡੇ ਕੋਲੋਂ ਕੋਈ ਰਚਨਾ ਮੰਗੀ ਜਾਂਦੀ ਸੀਗੀ ਤੇ ਕਿਹਾ ਜਾਂਦਾ ਸੀ ਕਿਤੇ ਛਪੀ ਨਾ ਹੋਵੇ, ਪਰ ਹੁਣ ਛਪੀਆਂ ਹੋਈਆਂ ਰਚਨਾਵਾਂ ਜਿਹੜੀਆਂ ਨੇ ਉਹ ਮੈਂ ਅਕਸਰ ਦੇਖਦੀ ਹਾਂ ਮੈਗਜ਼ੀਨਾਂ ਦੇ ਵਿੱਚ, ਤੇ ਮੇਰਾ ਖਿਆਲ ਹੈ ਕਿ ਇਹਦੇ ਵਿਜੀਲੈਂਟ ਰਹਿਣਾ ਚਾਹੀਦਾ। ਬਸ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹੁੰਦੀ ਹਾਂ। ਥੈਂਕ ਜੀ, ਯੂ। ਬਹੁਤ ਗੰਭੀਰ ਗੱਲ ਕੀਤੀ ਹੈ ਕਿ ਅਸੀਂ ਫੇਸਬੁੱਕ ਤੇ ਪਬਲਿਸ਼ ਹੋਏ ਸਾਹਿਤ ਨੂੰ ਛਪਿਆ ਹੋਇਆ ਸਾਹਿਤ ਕੰਸੀਡਰ ਕਰੀਏ ਜਾਂ ਇਸ ਨੂੰ ਉਸ ਰੂਪ ਚ ਨਾ ਕੰਸੀਡਰ ਕਰੀਏ, ਕਿਉਂਕਿ ਮੈਗਜ਼ੀਨ ਨੇ 3 ਮਹੀਨਿਆਂ ਬਾਅਦ ਆਉਣਾ ਹੁੰਦਾ ਹੈ। ਉਨੀ ਦੇਰ ਤੱਕ ਇੱਕ ਪਾਠਕ ਵੇਟ ਕਰਦਾ ਕਿ ਨਹੀਂ ਕਰਦਾ ਹੈਗਾ, ਜਾਂ ਇੱਕ ਸੰਪਾਦਕ ਵੇਟ ਕਰਦਾ ਜਾਂ ਨਹੀਂ ਕਰਦਾ ਹੈਗਾ। ਇਹ ਇੱਕ ਵੱਡਾ ਸਵਾਲ ਹੈ। ਮੈਂ ਰਤਿੰਦਰ ਸੰਧੂ ਮੈਡਮ ਨੂੰ ਇਸ ਸਵਾਲ ਦੇ ਪ੍ਰਸੰਗ ਵੀ ਤੇ ਆਪਣੀ ਆਖਰੀ ਟਿੱਪਣੀ ਦੇ ਪ੍ਰਸੰਗ ਵਿੱਚ ਵੀ ਪਲੀਜ਼ 2 ਮਿੰਟ ਜ਼ਰੂਰ ਗੱਲਬਾਤ ਕਰੋ। ਸਵਾਲ ਬਿਲਕੁਲ ਠੀਕ ਹੈ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਰਚਨਾਵਾਂ ਜਿਹੜੀਆਂ ਆਉਂਦੀਆਂ, ਮੈਂ ਜਿਹੜੀ ਰਚਨਾ ਕਈ ਤਾਂ ਅਵੋਇਡ ਕੀਤੀਆਂ ਜਾਂਦੀਆਂ, ਪਰ ਲੇਕਿਨ ਜਿਹੜੀਆਂ ਮੈਂ ਛਾਪਣਾ ਚਾਹੁੰਦੀ ਹਾਂ ਮੈਂ ਉਹਨਾਂ ਨੂੰ ਉਸੇ ਵਕਤ ਪੁੱਛਦੀ ਹਾਂ ਕਿ ਇਹ ਰਚਨਾ ਪਹਿਲਾਂ ਸਾਂਝੀ ਤੇ ਨਹੀਂ ਹੋਈ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਿਤੇ WhatsApp ਤੇ, ਜਾਂ ਅਣਛਪੀ ਹੈ। ਉਹ ਪਹਿਲਾਂ ਉਹਨਾਂ ਕੋਲੋਂ, ਹੁਣ ਮੈਨੂੰ ਨਹੀਂ ਪਤਾ ਕਿੰਨੇ ਹੱਦ ਤੱਕ ਉਹ ਝੂਠ ਬੋਲਦੇ, ਪਰ ਮੈਂ ਜਿਹੜੀ ਮੇਰੀ ਨਿਗਾਹ 'ਚ ਵੀ ਆ ਗਈ ਉਹਦਾ ਤਾਂ ਮੈਨੂੰ ਪਤਾ ਹੁੰਦਾ, ਲੇਕਿਨ ਮੈਂ ਉਹਨਾਂ ਕੋਲੋਂ ਇਹ ਜ਼ਰੂਰ ਪੁੱਛਦੀ ਹਾਂ, ਹਰ ਇੱਕ ਕੋਲੋਂ, ਤੇ ਹਰ ਇੱਕ ਨੂੰ ਇਹ ਕਹਿੰਦੀ ਵੀ ਹਾਂ ਕਿ ਜਿਹੜੀ ਰਚਨਾ ਕਿਤੇ ਸਾਂਝੀ ਨਹੀਂ ਹੋਈ ਤਾਂ ਜਿਹੜੀ ਨਹੀਂ ਛਪੀ ਹੋਈ ਉਹੀ ਮੈਨੂੰ ਭੇਜੋ। ਤੇ ਮੈਨੂੰ ਤਕਰੀਬਨ ਕਈ ਪੁਰਾਣੇ ਜਿਹੜੇ ਲੇਖਕ ਨੇ, ਉਹ ਇਸ ਤੱਕ ਵੀ ਇੱਕ ਪਿਛਲੇ ਸਾਲ ਦੀ ਕਹਾਣੀ ਆਈ ਪਈ ਸੀ, ਉਹ ਅਜੇ ਛਪੀ ਨਹੀਂ। ਮੈਂ ਉਹਨਾਂ ਨੂੰ ਕਿਹਾ ਕਿ ਮੁਖਤਿਆਰ ਸਿੰਘ ਉਹਨਾਂ ਦਾ ਨਾਂ ਹੈ, ਕਹਾਣੀਕਾਰ ਹੈ, ਇਸ ਵਾਰ ਕਹਾਣੀ ਛਪੀ। ਮੈਂ ਉਹਨਾਂ ਨੂੰ ਕਿਹਾ, ਪੁੱਛਿਆ ਕਿ ਤੁਹਾਡੀ ਕਹਾਣੀ ਆਈ ਹੋਈ ਹੈ ਇੰਨੀ ਦੇਰ ਦੀ, ਤਾਂ ਇਹ ਹੁਣ ਤੱਕ ਕਿਤੇ ਛਪ ਤੇ ਨਹੀਂ ਗਈ ਕਿਉਂਕਿ ਛਪੀ ਨਹੀਂ ਸੀ ਇਹਦੇ ਮੈਗਜ਼ੀਨ ਪਰ। ਉਹ ਕਹਿੰਦੇ ਨਹੀਂ, ਉਹ ਸਲਬ ਕਹਿੰਦੇ ਨਹੀਂ, ਮੈਨੂੰ ਪਤਾ ਮੈਗਜ਼ੀਨ ਨੂੰ ਮੈਟਰ ਆਉਂਦਾ ਰਹਿੰਦਾ ਹੈ, ਤਾਂ ਉਹ ਕਾਹਲੀ ਕੋਈ ਨਹੀਂ ਹੁੰਦੀ ਜਦੋਂ ਵੀ ਛਪਣੀ ਛਪ ਜਾਏ। ਕਈ ਵਾਰ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਕਿ ਸਾਲ 1.5 ਸਾਲ ਤੱਕ ਵੇਟ ਕੀਤੀ ਲੇਖਕਾਂ ਨੇ ਕਿ ਸਾਡੀ ਕਹਾਣੀ ਛਪਣੀ ਹੈ, ਜਾਂ ਇਸ ਤਰ੍ਹਾਂ ਕਵਿਤਾਵਾਂ ਤਾਂ ਛਪ ਜਾਂਦੀਆਂ ਲੇਕਿਨ ਕਹਾਣੀ ਨੂੰ। ਤਾਂ ਮੇਰੀ ਕੋਸ਼ਿਸ਼, ਮੇਰੀ ਤੇ ਪਰਸਨਲੀ ਇਹ ਹੀ ਹੈ ਕਿ ਮੈਟਰ ਉਹੀ ਛਾਪਿਆ ਜਾਵੇ ਜਿਹੜਾ ਕਿਤੇ ਸਾਂਝਾ ਨਹੀਂ ਹੋਇਆ, ਕਿਉਂਕਿ ਜੇ 400 ਬੰਦਿਆਂ ਨੇ ਪੜ੍ਹ ਲਿਆ ਪਹਿਲਾਂ ਤੇ ਉਹਨੂੰ ਕਾਗਜ਼ ਤੇ ਛਾਪਣ ਦਾ ਕੋਈ ਮਤਲਬ ਨਹੀਂ ਫਿਰ ਰਹਿ ਜਾਂਦਾ। ਇਹਦੇ ਵਿੱਚ ਮੈਡਮ ਮੈਂ ਇੱਕ ਤੁਹਾਨੂੰ ਹੋਰ ਪੁੱਛਣਾ ਚਾਹੂੰਗਾ, ਇੱਕ ਪਾਠਕ ਦੇ ਐਂਗਲ ਤੋਂ ਜਾਂ ਇੱਕ ਲੇਖਕ ਦੇ ਨਜ਼ਰੀਏ ਤੋਂ ਜੇ ਮੈਂ ਗੱਲ ਕਰਾਂ। ਇੱਕ ਲੇਖਕ ਤੁਹਾਡੇ ਮੈਗਜ਼ੀਨ ਨੂੰ ਰਚਨਾ ਭੇਜਦਾ ਹੈ, ਤੁਸੀਂ ਮੈਗਜ਼ੀਨ 3 ਮਹੀਨਿਆਂ ਬਾਅਦ ਉਹਦਾ ਐਡੀਸ਼ਨ ਦੇਣਾ ਹੁੰਦਾ ਹੈ। 3 ਮਹੀਨਿਆਂ ਬਾਅਦ ਤੁਸੀਂ ਉਹਦੀ ਰਚਨਾ ਨੂੰ ਰਿਜੈਕਟ ਬਾਕਸ ਦੇ ਵਿੱਚ ਪਾ ਦਿੰਦੇ ਹੋ। ਉਹ ਲੇਖਕ ਆਪਣੀ ਰਚਨਾ ਨੂੰ ਕਿਤੇ ਹੋਰ ਵੀ ਸ਼ੇਅਰ ਨਹੀਂ ਕਰਦਾ ਹੈਗਾ। ਜਾਂ ਤਾਂ ਤੁਸੀਂ ਸੰਪਾਦਕ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਕਲੀਅਰ ਕਰਦੇ ਦੇਖਣ ਸਾਰ ਕਿ ਤੁਹਾਡੀ ਰਚਨਾ ਅਸੀਂ ਛਾਪਾਂਗੇ ਜਾਂ ਨਹੀਂ ਛਾਪਾਂਗੇ। ਇੱਕ ਲੇਖਕ ਦੇ ਨਜ਼ਰੀਏ ਤੋਂ ਇਹ ਗੱਲ ਵੱਡੀ ਹੈ, ਉਹਦੇ ਲਈ ਇੰਪੋਰਟੈਂਟ ਹੈ ਕਿ ਉਹਦੀ ਰਚਨਾ ਉਹ ਕਿਤੇ ਵੀ ਸਾਂਝੀ ਵੀ ਨਾ ਕਰੇ ਤੇ ਤੁਸੀਂ ਵੀ ਨਾ ਛਾਪੋ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਮੈਨੂੰ ਤਕਰੀਬਨ ਪੁੱਛ ਲੈਂਦੇ ਨੇ ਲੇਖਕ, ਪੁੱਛ ਲੈਂਦੇ ਆ, ਤਾਂ ਮੈਂ ਉਹਨਾਂ ਨੂੰ ਦੱਸ ਵੀ ਦਿੰਦੀ ਆ ਪੜ੍ਹ ਕੇ ਕਿ ਇਹ ਛਪ ਜਾਏਗੀ, ਇਸ ਅੰਕ ਵਿੱਚ ਛਪੂਗੀ, ਤੇ ਉਦੋਂ ਤੱਕ ਚੱਲ ਜਾਂਦਾ ਉਸ ਹਿਸਾਬ ਨਾਲ। ਇੰਜ ਨਹੀਂ ਕਿ ਫਿਰ ਅਗਲੇ ਨੂੰ ਧੋਖਾ ਦਿਓ, ਉਹ ਧੋਖਾ ਹੋਏਗਾ ਅਗਰ ਇਸ ਤਰ੍ਹਾਂ ਕਰੋ ਤਾਂ। ਬਿਲਕੁਲ। ਹਾਂਜੀ, ਅਮਰਜੀਤ ਸਿੰਘ ਜੀ, ਆਖਰੀ ਟਿੱਪਣੀ ਤੁਹਾਡੀ। ਹਾਂਜੀ ਡਾਕਟਰ ਕੁਲਦੀਪ, ਮੇਰਾ ਜਿਹੜਾ ਉਹ ਲਾਸਟ ਦੇ ਵਿੱਚ ਇਹੀ ਇੱਕ ਨੁਕਤਾ ਹੈ ਕਿ ਜਿਹੜਾ ਮੈਗਜ਼ੀਨ ਹੈ ਨਾ, ਕੋਈ ਵੀ ਮੈਗਜ਼ੀਨ, ਉਹ ਉਦੋਂ ਹੀ ਪਾਠਕ ਦੇ ਚੇਤਨ ਤੇ ਅਵਚੇਤਨ ਦਾ ਹਿੱਸਾ ਬਣੂਗਾ ਜਦੋਂ ਸੰਪਾਦਕ ਉਹਦੇ ਵਿੱਚ ਆਪਣੀ ਬੈਲੈਂਸ ਜਿਹੜਾ ਹੈ ਅਪਰੋਚ ਦੇ ਨਾਲ ਉਤਰੇਗਾ ਤੇ ਇੱਕ ਆਪਣਾ ਖਾਸ ਤਰ੍ਹਾਂ ਦਾ ਵਿਜ਼ਨ ਲੈ ਕੇ ਉਹਦੇ ਤੱਕ ਜਾਵੇਗਾ। ਬਹੁਤ ਸਾਰੇ ਮੈਗਜ਼ੀਨ ਜਿਹਨਾਂ ਦੀ ਹਿਸਟਰੀ ਬਣੀ ਹੈ ਸਾਡੇ ਕੋਲ, ਉਹਨਾਂ ਨੇ ਆਪਣੇ ਵਿਜ਼ਨ ਨੂੰ ਲੈ ਕੇ ਉਹ ਪਾਠਕ ਦੇ ਤੱਕ ਗਏ ਆ ਤੇ ਪਾਠਕਾਂ ਨੇ ਉਹ ਮੈਗਜ਼ੀਨ ਲੱਭ ਕੇ ਪੜ੍ਹਿਆ ਆ। ਹੁਣ ਤੁਸੀਂ ਪ੍ਰੀ ਪੋਲਿਟਿਕਸ ਦੇਖੋ, ਪਾਠਕ ਹਾਲੇ ਵੀ ਉਹ ਮੈਗਜ਼ੀਨਾਂ ਦੇ ਜਿਹੜੇ ਪੁਰਾਣੇ ਅੰਕ ਹੈ ਉਹ ਲੱਭ ਕੇ ਪੜ੍ਹਦੇ ਆ। ਉਹ ਇਸੇ ਕਰਕੇ ਪੜ੍ਹਦੇ ਆ ਕਿਉਂਕਿ ਉਹਨਾਂ ਦੋਨਾਂ ਨੌਜਵਾਨਾਂ ਨੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਸਾਨੂੰ ਸਾਰੇ ਸੰਪਾਦਕਾਂ ਨੂੰ ਜਿਹੜਾ ਆ ਉਹ ਮਿਹਨਤ ਦੇ ਨਾਲ, ਜਦੋਂ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਤਾਂ ਪਾਠਕ ਜ਼ਰੂਰ ਮੈਗਜ਼ੀਨ ਲੱਭ ਕੇ ਪੜ੍ਹੇਗਾ। ਬਹੁਤ ਅੱਛੇ, ਬਹੁਤ ਅੱਛੇ। ਸੋ ਦੋਸਤੋ, ਅੱਜ ਆਪਾਂ
ਬਹੁਤ ਜ਼ਿਆਦਾ ਗੰਭੀਰ ਗੱਲਬਾਤ ਕੀਤੀ ਹੈ, ਬਹੁਤ ਇੰਪੋਰਟੈਂਟ ਗੱਲਬਾਤ ਕੀਤੀ ਹੈ ਮੈਗਜ਼ੀਨਾਂ ਦੇ ਸੰਪਾਦਨ ਦੇ ਸੰਬੰਧ ਵਿੱਚ। ਸਾਹਿਤ ਦੇ ਵੱਡੇ ਮਸਲੇ ਵੀ ਆਪਾਂ ਨਾਲ ਡਿਸਕਸ ਕੀਤੇ ਨੇ। ਇਹ ਇਕੱਲਾ ਮੈਗਜ਼ੀਨਾਂ ਦੇ ਸੰਪਾਦਨ ਦਾ ਮਸਲਾ ਨਹੀਂ, ਇਹ ਸਾਹਿਤ ਦਾ ਇੱਕ ਵੱਡਾ ਮਸਲਾ ਹੈ ਅੱਜ ਦੇ ਦੌਰ ਦਾ, ਜਿਹਦੇ ਵਿੱਚ ਅਸੀਂ ਅੱਜ ਦੇ ਟੈਕਨੋਲੋਜੀ ਦੇ ਦੌਰ ਦੇ ਵਿੱਚ, ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਕਿਵੇਂ ਨਵੇਂ ਮਸਲਿਆਂ ਨੂੰ ਐਡਰੈਸ ਕਰ ਰਹੇ ਹਾਂ, ਕਿਵੇਂ ਸਮੇਂ ਦੇ ਹਾਣ ਦਾ ਹੋਣ ਲਈ ਸਾਨੂੰ ਆਪਣੇ ਅੰਦਰ ਕਿਹੜੀਆਂ ਤਬਦੀਲੀਆਂ ਦੀ ਜ਼ਰੂਰਤ ਹੈ, ਮੈਗਜ਼ੀਨ ਦੇ ਸੰਪਾਦਕਾਂ ਨੂੰ ਕਿਹੜੀਆਂ ਚੁਣੌਤੀਆਂ ਨੇ ਤੇ ਕਿਹੜੀਆਂ ਸੰਭਾਵਨਾਵਾਂ ਨੇ। ਇਸ ਤੋਂ ਸਾਡੇ ਤਿੰਨੇ ਸੰਪਾਦਕਾਂ ਨੇ ਤੇ ਪਹਿਲਾਂ ਡਾਕਟਰ ਰਵੇਲ ਸਿੰਘ ਹੋਰਾਂ ਨੇ ਬਹੁਤ ਗੰਭੀਰ ਗੱਲਬਾਤ ਕੀਤੀ। ਮੈਂ ਤਿੰਨਾਂ ਸਾਡੇ ਸੰਪਾਦਕ ਸਾਥੀਆਂ ਦਾ ਧੰਨਵਾਦ ਕਰਦਾ, ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਪਿਆਰਾ ਸਿੰਘ ਕੁੱਡੋਵਾਲ ਬਾਅਦ ਜੁਆਇਨ ਕੀਤਾ, ਇਹਨਾਂ ਦਾ ਵੀ ਬਹੁਤ ਸਵਾਗਤ ਹੈ। ਸੁਨੀਲ ਹੋਰਾਂ ਨੇ ਬਾਅਦ ਜੁਆਇਨ ਕੀਤਾ, ਇਹਨਾਂ ਦਾ ਵੀ ਬਹੁਤ ਸਵਾਗਤ ਹੈ। ਬਾਕੀ ਸਾਥੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ। ਤੇ ਅਖੀਰ ਤੇ ਤੁਹਾਡੇ ਲਈ ਬਹੁਤ ਬਹੁਤ ਦੁਆਵਾਂ। ਤੁਸੀਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ, ਇਸੇ ਤਰ੍ਹਾਂ ਹੀ ਆਪਣੇ ਮੈਗਜ਼ੀਨਾਂ ਰਾਹੀਂ ਸਾਹਿਤ ਨੂੰ ਪੂਰੀ ਦੁਨੀਆ ਤੱਕ ਲਿਜਾਂਦੇ ਰਹੋ, ਸਾਹਿਤ ਦਾ ਸੰਚਾਰ ਕਰਦੇ ਰਹੋ। ਤੁਹਾਡਾ ਪਰਪਸ, ਤੁਹਾਡਾ ਮਕਸਦ ਬਹੁਤ ਪਵਿੱਤਰ ਹੈ ਤੇ ਇਸ ਪਵਿੱਤਰ ਮਕਸਦ ਦੇ ਵਿੱਚ ਤੁਸੀਂ ਕਾਮਯਾਬ ਹੋ। ਇਸ ਲਈ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੇ ਤੁਹਾਡੇ ਲਈ ਬਹੁਤ ਬਹੁਤ ਦੁਆਵਾਂ ਵੀ। ਬਹੁਤ ਸ਼ੁਕਰੀਆ ਜੀ।